हाँ जी, करो, शुरू करो। ਸਿਰਜਣਾਤਮਕ ਸਿੱਖਿਆ ਸੰਸਾਰ ਦੇ ਸਿਰਜਕ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੇ 97ਵੇਂ ਐਪੀਸੋਡ ਦੇ ਵਿੱਚ। ਆਓ ਗੱਲਾਂ ਕਰੀਏ ਦੇ 97ਵੇਂ ਐਪੀਸੋਡ ਦੇ ਵਿੱਚ। ਦੋਸਤੋ, ਆਪਾਂ ਪਿਛਲੇ 6 ਐਪੀਸੋਡ ਤੋਂ 5 ਐਪੀਸੋਡ ਤੋਂ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਵਿਦਿਅਕ ਮੁਕਾਬਲਿਆਂ ਦੇ ਕਿਹੜੇ-ਕਿਹੜੇ ਤਕਨੀਕੀ ਨੁਕਤੇ ਨੇ, ਤੇ ਸਾਡੀ ਪੂਰੀ ਪ੍ਰਬੰਧਕੀ ਟੀਮ ਵੱਖ-ਵੱਖ ਵਿਸ਼ਾ ਮਾਹਿਰਾਂ ਨੂੰ ਇਸ ਗੱਲ ਲਈ ਸੱਦਾ ਦਿੰਦੀ ਹੈ ਤੇ ਉਹ ਆ ਕੇ ਸਾਡੇ ਅਧਿਆਪਕ ਸਾਥੀਆਂ ਨੂੰ, ਸਿਰਜਕ ਦੋਸਤਾਂ ਨੂੰ ਵੱਖ-ਵੱਖ ਮੁਕਾਬਲਿਆਂ ਦੀ ਤਿਆਰੀ ਵਾਸਤੇ ਜਿਹੜੇ ਆ ਕਈ ਤਰ੍ਹਾਂ ਦੇ ਜਿਹੜੇ ਨੁਕਤੇ ਨੇ ਉਹ ਸਾਂਝੇ ਕਰਦੇ ਨੇ। ਅੱਜ ਇਸ ਭਾਗ ਦੇ ਅਧੀਨ 6ਵੇਂ ਭਾਗ ਦੇ ਅਧੀਨ ਅਸੀਂ ਗੱਲਾਂ ਕਰਾਂਗੇ ਵਿਸ਼ਰੀ ਸੰਵਾਦ ਤੇ ਗਾਇਨ, ਤੇ ਸਾਡੇ ਨਾਲ ਮੌਜੂਦ ਨੇ ਇਸ ਗਰੁੱਪ ਦੇ ਪ੍ਰਬੰਧਕ ਡਾਕਟਰ ਕੁਲਦੀਪ ਸਿੰਘ ਦੀਪ ਜੀ, ਜਗਸੀਰ ਢੱਡੇ ਜੀ ਤੇ ਸੁਖਰਾਜ ਸੰਦੇਹਾ ਜੀ। ਦੋਸਤੋ, ਜਿਵੇਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਆਮ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਕਿਰਦਾਰ ਨੇ, ਤੇ ਇੱਕ ਅਧਿਆਪਕ ਵੀ ਨੇ, ਚਿੰਤਕ ਵੀ ਨੇ, ਨਾਟਕਕਾਰ ਵੀ ਨੇ, ਅਦਾਕਾਰ ਵੀ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਭੂਮਿਕਾ ਦੋਹਰੀ ਹੁੰਦੀ ਹੈ। ਇਹ ਮੇਜ਼ਬਾਨ ਵੀ ਹੁੰਦੇ ਨੇ ਤੇ ਮਹਿਮਾਨ ਵੀ ਹੁੰਦੇ ਨੇ, ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਵਾਰ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮੇਜ਼ਬਾਨ ਇਹਨਾਂ ਦਾ ਸਵਾਗਤ ਕਰਨ। ਡਾਕਟਰ ਕੁਲਦੀਪ ਸਿੰਘ जी, बहुत शुक्रिया धामी साहब। ते सिरजनात्मक सिक्ख्या संसार वालों सारे दोस्तों का बहुत बहुत स्वागत भी। एक चेक कर लो, कोई दो कनैक्शन तो नहीं ज्वाइन किया है किसी ने? मैनूं ये लगता है कि जिवें दो इको बंदा दो कनैक्शन तो किसी ने ज्वाइन किया होवे, वो आवाज़ इस तरह की आ रही है विच। तुहाडा सारिआं दा बहुत बहुत स्वागत है। विद्यक मुकाबलियां दी लड़ी दे तहत ਆਪਾਂ ਇਸ ਤੋਂ ਪਹਿਲਾਂ 5 ਪ੍ਰੋਗਰਾਮ ਕਰ ਚੁੱਕੇ ਹਾਂ, ਤੇ 5 ਪ੍ਰੋਗਰਾਮਾਂ ਦੀ ਜਿਹੜੀ ਫੀਡਬੈਕ ਹੈ ਉਹ ਬਹੁਤ ਕਮਾਲ ਹੈ। ਬਹੁਤ ਸਾਰੇ ਲੋਕਾਂ ਦੇ WhatsApp ਰਾਹੀਂ ਸੁਨੇਹੇ ਆਉਂਦੇ ਨੇ, ਬਹੁਤ ਸਾਰੇ ਲੋਕ ਫੋਨ ਤੇ ਚਰਚਾ ਕਰਦੇ ਨੇ ਕਿ ਇਹਨਾਂ ਪ੍ਰੋਗਰਾਮਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਦਿਅਕ ਮੁਕਾਬਲਿਆਂ ਦੀ ਲੜੀ ਚੱਲ ਰਹੀ ਹੈ। आज़ादी के 75 साला उत्सव नूं जिहड़े समर्पित विद्यक मुकाबले ने, उन्हां चों बहुत सारे मुकाबले वख-वख पद्धरां ते हो चुके ने, ते बहुत सारे मुकाबले होण जा रहे ने। स्टेट लैवल के मुकाबले होण जा रहे ने, ते इस तो बाद ये लड़ी अगे तक चलनी है। तो उहदे तहत वड्डे पद्धर ते इनफॉर्मेशन की लोड़ सी, ਤੇ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਵੀ ਕਰ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਬਹੁਤ ਥਾਵਾਂ ਤੇ ਬੁਲਾਇਆ ਵੀ ਗਿਆ, ਤੇ ਬਹੁਤ ਵਾਰੀ ਫੋਨ ਤੇ ਵੀ ਬਹੁਤ ਸਾਰੇ ਅਧਿਆਪਕਾਂ ਨੇ ਗੱਲਾਂ ਕੀਤੀਆਂ। ਅਜੇ ਪਰਸੋਂ ਅਸੀਂ ਇੱਕ ਲਗਭਗ 2-2.5 ਘੰਟੇ ਦੀ ਵਰਕਸ਼ਾਪ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਥੋਂ ਦੇ ਪ੍ਰਾਇਮਰੀ ਡੀਓ ਨੇ ਸਪੈਸ਼ਲੀ ਮਤਲਬ ਉਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾਇਆ जिन्हां स्कूलों के अध्यापकों ने स्टेट पद्धर ते भाग लेना सी, ते सारे BPOs नूं बुलाया। DO साहब आप सी ते डिप्टी DO साहब सी, ते उस वर्कशॉप दे विच लगभग मैं 1.5-2 घंटे के करीब अध्यापकों नाल ये सारे नुकते सांझे कीते। सो इन्हां प्रोग्रामां दी जिहड़ी खुशबू है वो बहुत दूर तक पहुंची है, ते पहली बार विद्यक मुकाबले अध्यापकों के ते ऑफिसरां दे एजेंडे ते आउण लगे ने। मैनूं लगदा है कि ये कोई प्राप्ति छोटी प्राप्ति नहीं कि असीं एक बहुत वड्डे वरतारे नूं जिहड़ा अणगौलिया पिया सी, जिहदे बारे कदे चर्चा नहीं हुंदी सी, उस नूं हाशिए तो कढ के एजेंडे ते लिआंदा, ते अज पूरे पंजाब दे विच इहदे बारे चर्चा है। फतेहगढ़ साहब दे एक BPO मैडम ने भी बकायदा मैनूं कहा कि असीं जदों अगे सैमीनार होए तो उस सैमीनार दे विच घट्टो घट्ट एक दिन मतलब असीं विद्यक मुकाबलिਆਂ ਤੇ वर्कशॉप करावांगे। ते तुसीं भी कोशिश करो अपने अपने ਜ਼ਿਲ੍ਹਿਆਂ ਦੇ ਵਿੱਚ जिथे बैठे हो, जे स्पैशल इत्थे वर्कशॉप नहीं हो सकती तो घट्टो घट्ट आने वाले सैमीनारां दे विच ये विद्यक मुकाबले वर्कशॉप का पार्ट बन, उत्थे इन्हां विद्यक मुकाबलिਆਂ ते गल्लां होण, ਜਾਂ फिर स्पैशल वर्कशॉप जिवें पटियाले वाले ने लाई सी
ਇਹਦਾ ਫਾਇਦਾ ਵੱਧ ਇਸ ਰੂਪ ਦੇ ਵਿੱਚ ਸੀ ਕਿ ਇਹਦੇ ਵਿੱਚ ਜਿਹੜੇ ਇੰਟਰਸਟਿਡ ਟੀਚਰ ਸੀ ਉਹ ਬੁਲਾਏ ਗਏ ਸੀ, ਜਿਹੜੇ ਬੱਚੇ ਤਿਆਰ ਕਰ ਰਹੇ ਨੇ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ, ਜਿਹੜੇ ਆਪਣੀ ਮਰਜ਼ੀ ਨਾਲ ਆਉਣਾ ਚਾਹੁੰਦੇ ਸੀ। ਜੇ ਕੋਈ ਟੀਚਰ ਬੁਲਾਏ ਨੇ ਗਏ ਉਹਨਾਂ ਤੋਂ, ਉਹ ਵੀ ਆਉਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੇ ਉਹ ਬੁਲਾ ਲਏ ਜਿਹੜੇ ਫਸਟ ਸੈਕੰਡ ਵਾਲੇ ਸੀ, ਜਿਹੜੇ ਥਰਡ ਫੋਰਥ ਵਾਲੇ, ਉਹ ਵੀ ਕੁਝ ਟੀਚਰ ਆਉਣਾ ਚਾਹੁੰਦੇ ਸੀ, ਪਰ ਉਹ ਸਮੇਂ ਦੀ ਘਾਟ ਤੇ ਥਾਂ ਦੀ ਘਾਟ ਹੋਣ ਕਰਕੇ ਨਹੀਂ ਆ ਸਕੇ। ਸੋ ਸਪੈਸ਼ਲ ਵਰਕਸ਼ਾਪਾਂ ਇਹਨਾਂ ਗੱਲਾਂ ਤੇ ਹੋਣੀਆਂ ਚਾਹੀਦੀਆਂ ਨੇ। ਇਹ ਇੱਕ ਪ੍ਰਾਪਤੀ ਰਹੀ ਆਪਣੇ ਇਹਨਾਂ ਵਿਦਿਅਕ ਮੁਕਾਬਲੇ ਦੇ ਪ੍ਰੋਗਰਾਮਾਂ ਦੀ। ਸੋ ਅਸੀਂ ਲਗਾਤਾਰ ਇਸ ਲੜੀ ਦੇ ਵਿੱਚ ਵਿਜ਼ੂਅਲ ਜਿਹੜੇ ਕੰਪੀਟੀਸ਼ਨ ਨੇ ਉਹਨਾਂ ਬਾਰੇ, ਜਿਹੜੇ ਡਾਂਸ ਕੰਪੀਟੀਸ਼ਨ ਨੇ ਉਹਨਾਂ ਬਾਰੇ, ਜਿਹੜੇ ਥੀਏਟਰੀਕਲ ਕੰਪੀਟੀਸ਼ਨ ਨੇ ਉਹਨਾਂ ਬਾਰੇ, ਜਿਹੜੇ ਲਿਟਰੇਰੀ ਕੰਪੀਟੀਸ਼ਨ ਨੇ ਉਹਨਾਂ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ। ਪਿਛਲੇ 2 ਪ੍ਰੋਗਰਾਮ ਬਹੁਤ ਵੱਖਰੀ ਤਰ੍ਹਾਂ ਦੇ ਕੀਤੇ ਨੇ। ਪਿਛਲੇ ਪ੍ਰੋਗਰਾਮ ਦੇ ਵਿੱਚ ਲੋਕ ਕਾਵਿ ਦੇ ਬਹੁਤ ਸਾਰੇ ਰੂਪ ਅਸੀਂ ਉਹਨਾਂ ਤੇ ਚਰਚਾ ਵੀ ਕੀਤੀ ਤੇ ਉਹਨਾਂ ਦਾ ਨਿੱਕਾ ਨਿੱਕਾ ਪੀਸ ਗਵਾਇਆ ਵੀ ਕਿ ਘੋੜੀਆਂ ਕੀ ਹੁੰਦੀਆਂ ਨੇ, ਸੁਹਾਗ ਕੀ ਹੁੰਦੇ ਨੇ, ਗਾਏ ਕਿਵੇਂ ਜਾਂਦੇ ਨੇ। ਉਸੇ ਲੜੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਅਸੀਂ ਕਵੀਸ਼ਰੀ ਨੂੰ ਸਮਰਪਿਤ ਕੀਤਾ ਹੈ। ਕਵੀਸ਼ਰੀ ਸਾਡੀ ਲੋਕ ਗਾਇਕੀ ਦੀ ਬਹੁਤ ਮਹੱਤਵਪੂਰਨ ਵਿਧਾ ਹੈ। ਇਹਦੇ ਬਾਰੇ ਗੱਲਾਂ ਆਪਾਂ ਕਰਦੇ ਹਾਂ ਬਾਅਦ ਦੇ ਵਿੱਚ। ਇਸ ਕਵੀਸ਼ਰੀ ਦੇ 2 ਵੱਡੇ ਥੰਮ ਅੱਜ ਸਾਡੇ ਨਾਲ ਨੇ, ਜਗਸੀਰ ਸਿੰਘ ਢੱਡੇ ਤੇ ਸੁਖਰਾਜ ਸੰਦੋਹਾ ਜੀ। ਇਹਨਾਂ ਦਾ ਆਪਣਾ ਇੱਕ ਕਵੀਸ਼ਰੀ ਜਥਾ ਹੈ। 3 ਸਾਥੀ, ਤਿੰਨੇ ਅਧਿਆਪਕ ਨੇ ਤੇ ਤਿੰਨੇ ਕਵੀਸ਼ਰੀ ਨੂੰ ਸਮਰਪਿਤ ਨੇ, ਤਿੰਨੇ ਅਧਿਆਪਨ ਨੂੰ ਸਮਰਪਿਤ ਨੇ। ਸੋ 3 ਅਧਿਆਪਕਾਂ ਦਾ ਅਧਿਆਪਨ ਨੂੰ ਸਮਰਪਿਤ ਹੋਣਾ, ਬੱਚਿਆਂ ਨੂੰ ਸਮਰਪਿਤ ਹੋਣਾ, ਉਹਦੇ ਨਾਲ ਨਾਲ ਸਾਡੀ ਜਿਹੜੀ ਬਹੁਤ ਵਿਰਾਸਤੀ ਪਰੰਪਰਾ ਗਾਇਕੀ ਦੀ ਕਵੀਸ਼ਰੀ ਉਹਨੂੰ ਸਮਰਪਿਤ ਹੋਣਾ ਤੇ ਉਹਦੇ ਰਾਹੀਂ ਸਮਾਜ ਦੇ ਜਿਹੜੇ ਮਹੱਤਵਪੂਰਨ ਮਸਲੇ ਨੇ ਉਹਨਾਂ ਦੀ ਪੇਸ਼ਕਾਰੀ ਕਰਨਾ ਤੇ ਨਿਰੰਤਰਤਾ 'ਚ ਕਈ ਸਾਲਾਂ ਤੋਂ ਕਰਨਾ। ਇਹ ਮੈਨੂੰ ਲੱਗਦਾ ਹੈ ਆਪਣੇ ਆਪ ਦੇ ਵਿੱਚ ਇਹਨਾਂ 3 ਸ਼ਖਸੀਅਤਾਂ ਦੀ ਵੱਡੀ ਪ੍ਰਾਪਤੀ ਹੈ। ਮੈਨੂੰ ਮਾਣ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ ਉਸ ਪਲੇਟਫਾਰਮ ਤੇ ਬਹੁਤ ਪਹਿਲਾਂ ਇਹਨਾਂ ਨੂੰ ਬੁਲਾਇਆ ਵੀ ਸੀ ਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਸੀ ਬਕਾਇਦਾ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਨਿੱਜੀ ਤੌਰ ਤੇ ਵੀ ਮੇਰੇ ਨਾਲ ਜੁੜੇ ਹੋਏ ਨੇ। ਮੇਰੇ ਬਹੁਤ ਅਜੀਜ਼ ਨੇ ਤਿੰਨੇ। ਸੁਖਰਾਜ ਸੰਦੋਹਾ ਜੀ ਮੇਰੇ ਬਹੁਤ ਅਜੀਜ਼ ਨੇ, ਮੇਰੇ ਬਹੁਤ ਨੇੜੇ ਨੇ। ਮੈਂ ਅਕਸਰ ਮਾਨਸਾ ਜ਼ਿਲ੍ਹੇ 'ਚ ਹੋਣ ਕਰਕੇ ਇਹਨਾਂ ਦੀ ਪੋਸਟਿੰਗ ਇਹਨਾਂ ਦੇ ਸਕੂਲ 'ਚ ਵੀ ਜਾਂਦਾ ਰਿਹਾ। ਜਗਸੀਰ ਸਿੰਘ ਢੱਡੇ ਬਹੁਤ ਸਮਰਪਿਤ ਇਨਸਾਨ ਨੇ ਤੇ ਬਹੁਤ ਬੁਲੰਦ ਆਵਾਜ਼ ਦੇ ਮਾਲਕ ਨੇ, ਬਹੁਤ ਅੱਛੇ ਲੇਖਕ ਵੀ ਨੇ ਤੇ ਗਾਇਕ ਵੀ ਨੇ। ਸੋ ਮੈਨੂੰ ਬਹੁਤ ਮਾਣ ਹੈ ਕਿ ਅੱਜ ਇਹ ਸਾਡੇ ਨਾਲ ਨੇ। ਅਸੀਂ ਕਵੀਸ਼ਰੀ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ। ਗੱਲਾਂ ਕਰਨ ਦੇ ਨਾਲ ਨਾਲ ਇਹਨਾਂ ਤੋਂ ਕਵੀਸ਼ਰੀ ਬਾਰੇ ਜਿਹੜੇ ਕਵੀਸ਼ਰੀ ਦੇ ਛੰਦ ਨੇ ਬਕਾਇਦਾ ਉਹ ਕਿਸ ਲੈਅ 'ਚ ਗਾਏ ਜਾਂਦੇ ਨੇ, ਉਹਨਾਂ ਦਾ ਕੀ ਉਹਨਾਂ ਦੀ ਸਪੈਸੀਫਿਕੇਸ਼ਨ ਹੈ, ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਸੋ ਸਾਡੇ ਜਿਹੜੇ 2 ਐਡਮਿਨ ਨੇ, ਗੁਰਜੰਟ ਸਿੰਘ ਚਾਲ ਤੇ ਡਾਕਟਰ ਇੰਦਰਪ੍ਰੀਤ ਧਾਮੀ, ਇਹ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ। ਇਹ ਵੀ ਆਪੋ ਆਪਣੇ ਖੇਤਰ ਦੇ ਵਿਦਿਅਕ ਮੁਕਾਬਲਿਆਂ ਦੇ ਖਾਸ ਤੌਰ ਤੇ ਮਾਹਰ ਵੀ ਨੇ ਤੇ ਲਗਾਤਾਰ ਇਹਨਾਂ ਨਾਲ ਜੁੜੇ ਵੀ ਹੋਏ ਨੇ। ਬਾਕੀ ਸਾਰੇ ਐਡਮਿਨ ਸਾਥੀ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ, ਸਾਡੇ ਮੇਜ਼ਬਾਨਾਂ ਦਾ ਵੀ ਸਵਾਗਤ ਕਰਦਾ ਤੇ ਵਿਸ਼ੇਸ਼ ਤੌਰ ਤੇ ਸੁਖਰਾਜ ਸੰਦੋਹਾ ਤੇ ਜਗਸੀਰ ਸਿੰਘ ਢੱਡੇ ਸਾਡੇ ਅੱਜ ਦੇ ਜੋ ਵਿਸ਼ੇਸ਼ ਮਹਿਮਾਨ ਨੇ, ਇਹਨਾਂ ਦਾ ਤਹਿ ਦਿਲ ਤੋਂ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਸਵਾਗਤ ਕਰਦਾ। ਬਹੁਤ ਬਹੁਤ ਸ਼ੁਕਰੀਆ ਸਰ। ਸਰ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਸਵਾਲ ਵੀ ਤੁਹਾਡੇ ਕੋਲ ਹੀ ਹੈ ਕਿ ਭਾਰਤ ਦੀਆਂ ਗਿਆਨ ਪਰੰਪਰਾਵਾਂ ਕੀ ਨੇ, ਇਹਨਾਂ ਬਾਰੇ ਤੁਸੀਂ ਸਾਡੇ ਦਰਸ਼ਕ ਸਾਥੀਆਂ ਨੂੰ ਅੱਗੇ ਸੰਵਾਦ ਤੇ ਗਾਇਨ ਬਾਰੇ ਗੱਲ ਕਰ ਸਕੀਏ। ਇੱਕ ਤਾਂ ਮੈਂ ਸਭ ਤੁਹਾਡੀ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਹੈ, ਚਲੋ ਮੈਂ ਸਮਝ ਰਿਹਾ। ਭਾਰਤ ਦੀਆਂ ਜਿਹੜੀਆਂ ਬਹੁਤ ਸਾਰੀਆਂ ਗਾਇਨ ਪਰੰਪਰਾਵਾਂ ਨੇ। ਭਾਰਤ ਬਹੁਤ ਵਿਸ਼ਾਲ ਦੇਸ਼ ਹੈ ਤੇ ਹਰ ਖਿੱਤੇ ਦੀਆਂ ਆਪੋ ਆਪਣੀਆਂ ਗਾਇਨ ਸ਼ੈਲੀਆਂ ਨੇ, ਗਾਇਨ ਪਰੰਪਰਾਵਾਂ ਨੇ। ਸਾਡੇ ਕੋਲੇ ਕਲਾਸੀਕਲ ਸੰਗੀਤ ਦੇ ਵਿੱਚ ਬਹੁਤ ਸਾਰੇ ਘਰਾਣੇ ਨੇ ਤੇ ਬਹੁਤ ਸਾਰੀਆਂ ਸ਼ੈਲੀਆਂ ਨੇ। ਜਿਹੜੇ ਸ਼ਹਿਰ ਦੇ ਵਿੱਚ ਮੈਂ ਹੁਣ ਰਹਿਣਾ, ਪਟਿਆਲਾ ਘਰਾਣਾ ਆਪਣੇ ਆਪ ਦੇ ਵਿੱਚ ਬਹੁਤ ਮਸ਼ਹੂਰ ਹੈ। ਪੂਰੇ ਭਾਰਤ ਦੇ ਵਿੱਚ ਬਹੁਤ ਸਾਰੇ ਘਰਾਣੇ ਨੇ ਜਿਨ੍ਹਾਂ ਨੇ ਆਪੋ ਆਪਣੀਆਂ ਗਾਇਨ ਦੀਆਂ ਸ਼ੈਲੀਆਂ ਸਥਾਪਿਤ ਕੀਤੀਆਂ। ਪਰ ਅੱਜ ਅਸੀਂ ਜਿਹੜੀਆਂ ਸ਼ੈਲੀਆਂ ਬਾਰੇ ਮੁੱਖ ਤੌਰ ਤੇ ਗੱਲ ਕਰਨੀ ਆ, ਉਹ ਸਾਡੀ ਲੋਕ ਗਾਇਕੀ ਦੀਆਂ ਸ਼ੈਲੀਆਂ ਨੇ, ਜਿਹਦੇ ਵਿੱਚ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਵੈਸੇ ਤਾਂ ਕਥਾ ਵਾਚਨ ਗਾਇਨ ਪਰੰਪਰਾ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਸਿੱਧ ਰਹੀ ਹੈ। ਮੇਰੀ ਜਿਹੜੀ PhD ਹੈ, ਕਿਉਂਕਿ ਉਹ ਸੰਗੀਤ ਨਾਟਕ ਤੇ ਹੈ ਤੇ ਸੰਗੀਤ ਨਾਟਕ ਦਾ ਤੇ ਕਥਾ ਵਾਚਨ ਗਾਇਨ ਪਰੰਪਰਾ ਦਾ ਬਹੁਤ ਆਪਸ ਦੇ ਵਿੱਚ ਮੇਲ ਹੈ। ਅਸੀਂ ਜਦੋਂ ਲੋਕ ਨਾਟਕਾਂ ਦੀ ਗੱਲ ਕਰਦੇ ਹੁੰਦੇ ਆ ਤਾਂ ਉਹਦੇ ਵਿੱਚ ਕਵੀਸ਼ਰੀ ਨੂੰ
ਤੇ ਵਾਰਾਂ ਨੂੰ ਵੀ ਅਸੀਂ ਚੱਲਦੇ ਫਿਰਦੇ ਲੋਕ ਨਾਟਕ ਹੀ ਕਹਿੰਦੇ ਹੁੰਦੇ ਆ ਕਿ ਇਹ ਵੀ ਚੱਲਦੇ ਫਿਰਦੇ ਲੋਕ ਨਾਟਕ ਹੀ ਨੇ, ਕਿਉਂਕਿ ਕਵੀਸ਼ਰ ਜਿਹੜੇ 3 ਗਾਉਂਦੇ ਨੇ ਜਥੇ ਦੇ ਵਿੱਚ, ਉਹ ਅਸਲ ਦੇ ਵਿੱਚ ਸਟੇਜ ਤੇ 3 ਪਾਤਰੀ ਨਾਟਕ ਹੀ ਖੇਡ ਰਹੇ ਹੁੰਦੇ ਨੇ। ਉਹਨਾਂ ਦੇ ਅੰਦਾਜ਼ ਦੇ ਵਿੱਚ ਇੰਨਾ ਜ਼ਿਆਦਾ ਨਾਟਕੀਪਣ ਹੁੰਦਾ ਹੈ ਕਿ ਉਹ ਆਪਣੀ ਕਥਾ ਦੇ ਨਾਲ, ਆਪਣੇ ਵਾਚਨ ਦੇ ਨਾਲ ਤੇ ਆਪਣੀ ਗਾਇਨ ਦੇ ਨਾਲ ਇੱਕ ਦ੍ਰਿਸ਼ ਕ੍ਰੀਏਟ ਕਰਦੇ ਨੇ। ਇਸੇ ਕਰਕੇ ਇਹਨੂੰ ਕਥਾ ਵਾਚਨ ਗਾਇਨ ਪਰੰਪਰਾ ਕਹਿੰਦੇ ਨੇ। ਇਹਦੇ ਵਿੱਚ ਕਥਾ ਵੀ ਹੈ, ਇਹਦੇ ਵਿੱਚ ਵਾਚਨ ਭਾਵ ਬੋਲ ਵੀ ਨੇ, ਜਿਹੜਾ ਮੁੱਖ ਕਵੀਸ਼ਰਾ ਬੋਲ ਕੇ ਵੀ ਦੱਸਦਾ ਤੇ ਨਾਲ ਗਾਇਨ ਵੀ ਹੈ। 3 ਚੀਜ਼ਾਂ ਦਾ ਸੁਮੇਲ ਹੋ ਕੇ ਤਾਂ ਇੱਕ ਪਰਫਾਰਮਿੰਗ ਆਰਟਸ ਬਣ ਜਾਂਦੀ ਹੈ। ਸੋ ਪੂਰੇ ਹਿੰਦੁਸਤਾਨ ਦੇ ਵਿੱਚ ਕਥਾ ਵਾਚਨ ਗਾਇਨ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਨੇ ਤੇ ਬਹੁਤ ਸਾਰੀਆਂ ਸ਼ੈਲੀਆਂ ਨੇ। ਅਸਾਮ ਦੇ ਵਿੱਚ ਜਾਓਗੇ ਤਾਂ ਉਹਨਾਂ ਦੀ ਵੱਖਰੀ ਓਜਾਪਾਲੀ ਅਸਾਮ ਦੀ ਇੱਕ ਕਥਾ ਵਾਚਨ ਗਾਇਨ ਪਰੰਪਰਾ ਹੈ। ਉਹ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਕਵੀਸ਼ਰ ਗਾਉਂਦੇ ਨੇ, ਉਹ ਇਸ ਤਰ੍ਹਾਂ ਅਖਾੜਿਆਂ ਦੇ ਵਿੱਚ ਘੁੰਮ ਕੇ ਮਤਲਬ ਗੀਤ ਇਸ ਤਰ੍ਹਾਂ ਗਾਉਂਦੇ ਨੇ ਜਿਵੇਂ ਆਪਣੀ ਕਵੀਸ਼ਰੀ ਗਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਬਹੁਤ ਸਾਰੀਆਂ ਕਥਾ ਵਾਚਨ ਦੀਆਂ ਪਰੰਪਰਾਵਾਂ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਮੁੱਖ ਤੌਰ ਤੇ ਸਾਡੇ ਕੋਲੇ 3 ਕਥਾ ਵਾਚਨ ਗਾਇਨ ਪਰੰਪਰਾ ਦੇ ਰੂਪ ਨੇ, ਜਿਹਦੇ ਵਿੱਚ ਇੱਕ ਹੈਗੀ ਹੈ ਤੂੰਬਾ ਅਲਗੋਜਾ ਪਰੰਪਰਾ, ਇੱਕ ਹੈਗੀ ਹੈ ਢੱਡ ਸਰੰਗੀ ਪਰੰਪਰਾ, ਇੱਕ ਬਿਨਾਂ ਸਾਜ਼ਾਂ ਤੋਂ ਗਾਉਣ ਵਾਲੀ ਬਹੁਤ ਵਿਲੱਖਣ ਪਰੰਪਰਾ ਜਿਹਦੇ ਬਾਰੇ ਅੱਜ ਆਪਾਂ ਚਰਚਾ ਕਰਨੀ ਹੈ, ਕਵੀਸ਼ਰੀ ਪਰੰਪਰਾ। ਸੋ ਇਹ 3 ਪੰਜਾਬ ਦੀਆਂ ਸ਼ੈਲੀਆਂ ਨੇ, ਪਰ ਪੂਰੇ ਭਾਰਤ ਦੇ ਵਿੱਚ ਸੈਂਕੜੇ ਦੇ ਕਰੀਬ ਕਥਾ ਵਾਚਨ ਗਾਇਨ ਪਰੰਪਰਾਵਾਂ ਨੇ। ਮੈਂ ਕੱਲ ਪਰਸੋਂ ਕਿਤਾਬ ਪੜ੍ਹ ਰਿਹਾ ਸੀ ਜਿਹੜੀ ਸੰਥਾਲ ਕਬੀਲੇ ਬਾਰੇ ਹੈ। ਉਹ ਸੰਥਾਲ ਲੋਕਾਂ ਨੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕੀਤਾ ਤਾਂ ਉਦੋਂ ਉਹਨਾਂ ਨੇ ਆਪਣੀ ਕਥਾ ਵਾਚਨ ਗਾਇਨ ਪਰੰਪਰਾ ਸ਼ੈਲੀਆਂ ਰਾਹੀਂ ਉੱਥੋਂ ਦੀਆਂ ਜਿਹੜੀਆਂ ਬੀਰਸੀ ਕਹਾਣੀਆਂ ਸੀਆਂ, ਜਿਹੜੀਆਂ ਬੀਰਸੀ ਕਥਾਵਾਂ ਸੀਆਂ, ਜਿਹੜੇ ਉਹਨਾਂ ਦੇ ਬੀਰਸੀ ਨਾਇਕ ਸੀ, ਉਹਨਾਂ ਨੂੰ ਕਥਾ ਵਾਚਨ ਗਾਇਨ ਦੀ ਸ਼ੈਲੀ ਦੇ ਵਿੱਚ ਲੋਕਾਂ ਜਾ ਕੇ ਪੇਸ਼ ਕੀਤਾ ਸੀ ਤੇ ਅੰਗਰੇਜ਼ਾਂ ਦੇ ਖਿਲਾਫ ਇੱਕ ਵੱਡੀ ਪਰੰਪਰਾ ਖੜੀ ਹੋਈ ਸੀ ਉੱਥੋਂ। ਸੋ ਪੂਰੇ ਭਾਰਤ ਦੇ ਵਿੱਚ ਕਥਾ ਵਾਚਨ ਗਾਇਨ ਪਰੰਪਰਾ ਦੀਆਂ ਬਹੁਤ ਸਾਰੇ ਰੂਪ ਨੇ, ਵੱਖ-ਵੱਖ ਨੇ, ਪਰ ਪੰਜਾਬ ਦੇ ਵਿੱਚ ਮੋਟੇ ਤੌਰ ਤੇ 3 ਨੇ। ਆਪਾਂ ਇਹਨਾਂ 3 ਦੇ ਵਿੱਚ ਅੱਗੇ ਵਿਸਥਾਰ ਦੇ ਵਿੱਚ ਗੱਲ ਕਰਾਂਗੇ। ਜੀ ਸਾਹਿਬ, ਬਹੁਤ-ਬਹੁਤ ਸ਼ੁਕਰੀਆ। ਹੁਣ ਮੈਂ ਗੁਰਨ ਚਾਹਲ ਨੂੰ ਬੇਨਤੀ ਕਰਾਂ ਕਿ ਉਹ ਆਪਣਾ ਦੂਜਾ ਸਵਾਲ ਰੱਖਣ। ਗੁਰਨ ਚਾਹਲ ਜੀ। ਹਾਂਜੀ ਸਰ, ਪਹਿਲਾਂ ਤਾਂ ਸਮੁੱਚੇ ਮਹਿਮਾਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਸਰ, ਮੇਰਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ ਹੀ ਹੈ ਵੀ ਸਰ, ਪਹਿਲਾਂ ਸਾਨੂੰ ਇਹ ਤੋਂ ਪਹਿਲਾਂ ਕਿ ਅਸੀਂ ਕਵੀਸ਼ਰੀ ਦੇ ਵੱਖ-ਵੱਖ ਛੰਦਾਂ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਕਵੀਸ਼ਰ ਜਗਜੀਤ ਸਿੰਘ ਢੱਡੇ ਜੀ ਤੇ ਸੁਖਰਾਜ ਸਿੰਘ ਸੰਦੋਹਾ ਜੀ ਨਾਲ ਗੱਲਬਾਤ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਸਾਨੂੰ ਜਾਣਨਾ ਪਾਓ ਸਾਡੇ ਸਰੋਤਿਆਂ ਨੂੰ ਵੀ ਕਵੀਸ਼ਰੀ ਕੀ ਹੈ ਤੇ ਕਵੀਸ਼ਰੀ ਵਿੱਚ ਛੰਦ ਪ੍ਰਬੰਧ ਕੀ ਹੁੰਦਾ ਹੈ। ਇਸ ਬਾਰੇ ਸਰ ਤੁਸੀਂ ਥੋੜੀ ਜਿਹੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਸਾਂਝੀ ਕਰੋ ਜੀ। ਜੀ, ਵੈਸੇ ਤਾਂ ਸਾਡੇ ਕੋਲੇ ਬਹੁਤ 2 ਐਕਸਪਰਟ ਸ਼ਖਸੀਅਤਾਂ ਨੇ। ਅਸੀਂ ਇਹਨਾਂ ਤੋਂ ਜਦੋਂ ਸੁਣਾਂਗੇ, ਜਦੋਂ ਮਾਣਾਂਗੇ ਇਹਨਾਂ ਨੂੰ, ਉਦੋਂ ਅਸਲ ਅਰਥ ਤਾਂ ਸਾਨੂੰ ਕਵੀਸ਼ਰੀ ਦੇ ਫਿਰ ਸਮਝ ਆਉਣਗੇ। ਪਰ ਮੋਟੇ ਤੌਰ ਤੇ ਮੈਂ ਦੇ ਜਿਹੜੇ ਸਿਧਾਂਤਕ ਪੱਖ ਤੇ ਗੱਲ ਕਰਾਂ ਤਾਂ ਜਿਹੜਾ ਛੰਦ ਹੁੰਦਾ ਹੈ ਇਹ ਕਵਿਤਾ ਦੇ ਗਾਇਨ ਦੀ ਇੱਕ ਬਹੁਤ ਮਹੱਤਵਪੂਰਨ ਸ਼ੈਲੀ ਹੈ, ਇੱਕ ਬਹੁਤ ਮਹੱਤਵਪੂਰਨ ਤਰੀਕਾ ਹੈ। ਅਸੀਂ ਸਧਾਰਨ ਗੱਲਬਾਤ ਕਰਦੇ ਹਾਂ ਤਾਂ ਉਹਦਾ ਅਸਰ ਉਵੇਂ ਨਹੀਂ ਹੁੰਦਾ ਹੈਗਾ, ਪਰ ਜਦੋਂ ਅਸੀਂ ਸਧਾਰਨ ਗੱਲਬਾਤ ਦੇ ਸ਼ਬਦਾਂ ਨੂੰ ਇੱਕ ਖਾਸ ਲੈਅ ਦੇ ਵਿੱਚ, ਇੱਕ ਖਾਸ ਤੋਲ ਦੇ ਵਿੱਚ, ਇੱਕ ਖਾਸ ਵਜ਼ਨ ਦੇ ਵਿੱਚ ਬੰਨ੍ਹ ਕੇ ਪੇਸ਼ ਕਰਦੇ ਹਾਂ ਤਾਂ ਉਹਦਾ ਪ੍ਰਭਾਵ ਦੁੱਗਣਾ, ਤਿੱਗਣਾ, ਚੌਗਣਾ, 10 ਗੁਣਾ, 100 ਗੁਣਾ ਹੋ ਜਾਂਦਾ ਹੈ। ਜਦੋਂ ਅਸੀਂ ਆਪਣੇ ਮਨ ਦੇ ਬਲਬਲਿਆਂ ਨੂੰ ਇੱਕ ਖਾਸ ਲੈਅ, ਤੋਲ, ਵਜ਼ਨ, ਇੱਕ ਖਾਸ ਸ਼ੈਲੀ, ਇੱਕ ਖਾਸ ਬੰਧਨ ਦੇ ਵਿੱਚ ਬੰਨ੍ਹ ਕੇ ਗਾਉਂਦੇ ਆ ਤਾਂ ਅਸੀਂ ਉਸ ਨੂੰ ਛੰਦ ਵਿਧਾਨ ਕਹਿੰਦੇ ਆ। ਪਿੰਗਲ ਬਹੁਤ ਮਸ਼ਹੂਰ ਹੈ, ਵੈਸੇ ਉਹਦਾ ਨਾਂ ਛੰਦ ਸ਼ਾਸਤਰ ਸੀ, ਪਰ ਕਿਉਂਕਿ ਪਿੰਗਲ ਰਿਸ਼ੀ ਨੇ ਉਹਨੂੰ ਲਿਖਿਆ ਸੀ ਇਸ ਕਰਕੇ ਉਹਨੂੰ ਆਮ ਤੌਰ ਤੇ ਮਤਲਬ ਸਾਡੇ ਆਮ ਸੱਥਾਂ ਦੇ ਵਿੱਚ ਵੀ ਕਹਿੰਦੇ ਨੇ ਕਿ ਤੂੰ ਕਿਹੜਾ ਪਿੰਗਲ ਪੜ੍ਹਿਆ। ਸੋ ਪਿੰਗਲ ਪੜ੍ਹਨ ਦਾ ਮਤਲਬ ਛੰਦਾਂ ਦੀ ਜਾਣਕਾਰੀ ਰੱਖਣਾ ਸੀ। ਜਿਹੜੇ ਛੰਦ ਨੇ ਉਹ ਸਾਡੇ ਅੰਦਰਲੇ ਬਲਬਲਿਆਂ ਨੂੰ ਜਦੋਂ ਅਸੀਂ ਛੰਦਾਬੰਦੀ ਰਾਹੀਂ ਪੇਸ਼ ਕਰਦੇ ਹਾਂ ਤਾਂ ਸਾਡੇ ਖਿਆਲਾਂ ਨੂੰ ਤਿੱਖਾ ਕਰਦੇ ਨੇ, ਸਾਡੇ ਖਿਆਲਾਂ ਨੂੰ ਇੱਕ ਲੜੀ ਚ ਪਰੋਂਦੇ ਨੇ, ਸਾਡੇ ਖਿਆਲਾਂ 'ਚ ਇੱਕ ਸੱਜਰਾਪਣ ਲੈ ਕੇ ਆਉਂਦੇ ਨੇ, ਸਾਡੇ ਖਿਆਲਾਂ ਦੇ ਪ੍ਰਭਾਵ 'ਚ ਵਾਧਾ ਕਰਦੇ ਨੇ ਤੇ ਆਪਣੀ ਗੱਲਬਾਤ ਦੇ ਵਿੱਚ, ਕਵਿਤਾ ਦੇ ਵਿੱਚ ਰਸ ਤੇ ਰਾਗ ਪੈਦਾ ਕਰਦੇ ਨੇ। ਸਾਡੇ ਕੋਲੇ ਬਹੁਤ ਸਾਰੇ ਛੰਦ ਨੇ ਸਾਡੀ ਪੰਜਾਬੀ ਕਵੀਸ਼ਰੀ ਪਰੰਪਰਾ ਦੇ ਵਿੱਚ। ਵੈਸੇ ਕਵੀਸ਼ਰੀ ਪਰੰਪਰਾ ਤੋਂ ਪਹਿਲਾਂ ਸਾਡੇ ਕੋਲੇ ਇੱਕ ਕਿੱਸਿਆਂ ਦੀ ਪਰੰਪਰਾ ਰਹੀ ਹੈ, ਜਿਹਦੇ ਵਿੱਚ ਜਿਹਦੀ ਸ਼ੁਰੂਆਤ ਇਹ ਮੰਨਿਆ ਜਾਂਦਾ ਕਿ ਦਮੋਦਰ ਤੋਂ ਹੋਈ,
ਦਮੋਦਰ ਨੇ ਹੀਰ ਦਾ ਕਿੱਸਾ ਲਿਖਿਆ, ਪੀਲੂ ਨੇ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ, ਵਾਰਿਸ ਸ਼ਾਹ ਦੀ ਹੀਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਜਿਹੜੀ ਬੈਂਤ ਛੰਦ ਦੇ ਵਿੱਚ ਲਿਖੀ ਗਈ ਹੈ। ਦਮੋਦਰ ਦਾ ਕਿੱਸਾ ਦਵਈਆ ਛੰਦ ਦੇ ਵਿੱਚ ਲਿਖਿਆ ਹੋਇਆ ਹੈ। ਪੀਲੂ ਸਾਧ ਕਾਵਿ ਰੂਪ ਦੇ ਵਿੱਚ ਲਿਖਦਾ ਹੈ। ਉਸ ਤੋਂ ਬਾਅਦ ਹਾਸ਼ਮ ਦੀ ਸੱਸੀ ਦਵਈਆ ਛੰਦ ਦੇ ਵਿੱਚ ਲਿਖੀ ਹੋਈ ਹੈ। ਸੋ ਸਾਡੇ ਕੋਲੇ ਛੰਦਾਂ ਦੀ ਕਿੱਸਾ ਕਾਵਿ ਤੋਂ ਲੈ ਕੇ ਇੱਕ ਪਰੰਪਰਾ ਰਹੀ ਹੈ, ਪਰ ਕਵਿਸ਼ਰੀ ਤੱਕ ਪਹੁੰਚਦੇ ਪਹੁੰਚਦੇ ਇਹ ਛੰਦ ਐਡੀ ਵੱਡੀ ਗਿਣਤੀ 'ਚ ਫੈਲ ਜਾਂਦੇ ਨੇ ਕਿ ਇਹਨਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ। ਜਿਹੜੇ ਸਾਡੇ ਮੁੱਢਲੀ ਕਿੱਸੇ ਨੇ, ਜਿਹੜੇ ਇਹਨਾਂ ਦੇ ਵਿੱਚ ਲਗਭਗ 5-7 ਛੰਦ ਨੇ ਜਿਹੜੇ ਉਹ ਮਸ਼ਹੂਰ ਰਹੇ ਨੇ। ਜਿਵੇਂ ਬੈਂਤ ਛੰਦ ਬਹੁਤ ਮਸ਼ਹੂਰ ਰਿਹਾ, ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਉਹ ਵੀ ਬੈਂਤ ਦੇ ਵਿੱਚ ਲਿਖਿਆ ਜਾਂਦਾ ਹੈ, ਵਾਰਿਸ ਸ਼ਾਹ ਦੀ ਹੀਰ ਵੀ ਬੈਂਤ ਦੇ ਵਿੱਚ ਲਿਖੀ ਜਾਂਦੀ ਹੈ। ਇਸ ਤਰ੍ਹਾਂ ਹੀ ਦਵਈਆ ਛੰਦ ਮਸ਼ਹੂਰ ਰਿਹਾ। ਪਰ ਜਦੋਂ ਕਵਿਸ਼ਰੀ ਤੱਕ ਪਹੁੰਚਦੇ ਹਾਂ ਅਸੀਂ ਲਗਭਗ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਤੇ ਉਸ ਤੋਂ ਥੋੜਾ ਜਿਹਾ ਪਿੱਛੇ ਚਲੇ ਜਾਈਏ, ਜਦੋਂ ਉੱਥੇ ਜਾ ਕੇ ਕਵਿਸ਼ਰੀ ਸਾਡੀ ਕਿੱਸਾ ਕਾ ਪਰੰਪਰਾ ਦਾ ਇੱਕ ਵਿਸਥਾਰ ਬਣਦੀ ਹੈ। ਤਾਂ ਕਵਿਸ਼ਰੀ ਦੇ ਵਿੱਚ ਬਹੁਤ ਸਾਰੇ ਕਵਿਸ਼ਰ ਇਹੋ ਜਿਹੇ ਆਉਂਦੇ ਨੇ ਜਿਹੜੇ ਨਵੇਂ-ਨਵੇਂ ਛੰਦ ਕ੍ਰੀਏਟ ਕਰਦੇ ਨੇ। ਅਸੀਂ ਬਾਬੂ ਰਜ਼ਬ ਅਲੀ ਨੂੰ ਇਸ ਮਾਮਲੇ 'ਚ ਉਸਤਾਦ ਸ਼ਾਇਰ ਮੰਨਦੇ ਹਾਂ, ਜਿਹਨੇ 72 ਕਲਾ ਛੰਦ ਵਰਗੇ ਛੰਦ ਇਜਾਦ ਕੀਤੇ, ਤੇ ਹੋਰ ਕਵੀਆਂ ਨੇ, ਹੋਰ ਸ਼ਾਇਰਾਂ ਨੇ ਬਹੁਤ ਸਾਰੇ ਛੰਦ ਪੈਦਾ ਕੀਤੇ। ਇਹ ਛੰਦ ਕਵਿਤਾ ਦੀ ਇੱਕ ਚਾਲ ਹੁੰਦੀ ਹੈ, ਉਹਦੇ ਵਿੱਚ ਲਗਾ ਮਾਤਰਾ ਨੂੰ ਗਿਣ ਕੇ ਮਿਣ ਕੇ ਇੱਕ ਪੂਰੀ ਰਿਦਮ ਦੇ ਵਿੱਚ ਬੰਨ ਕੇ ਜਦੋਂ ਪੇਸ਼ ਕੀਤਾ ਜਾਂਦਾ ਹੈ, ਈਵਨ ਮਤਲਬ ਇੱਕ ਮੈਥ ਦੀ ਕੈਲਕੂਲੇਸ਼ਨ ਵਰਗੀ ਕੈਲਕੂਲੇਸ਼ਨ ਹੈ। ਜਦੋਂ ਅਸੀਂ ਦੋਹਰਾ ਛੰਦ ਲਿਖਦੇ ਹਾਂ ਉਦੋਂ ਮਾਤਰਾਵਾਂ ਦੀ ਗਿਣਤੀ ਵੱਖਰੀ ਹੁੰਦੀ ਹੈ, ਜਦੋਂ ਕੋਰੜਾ ਲਿਖਦੇ ਹਾਂ ਉਦੋਂ ਮਾਤਰਾਵਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਕੁਝ ਛੰਦ ਮਾਤਰਕ ਹੁੰਦੇ ਨੇ, ਕੁਝ ਛੰਦ ਵਰਣਕ ਹੁੰਦੇ ਨੇ, ਕੁਝ ਛੰਦ ਗਣਕ ਹੁੰਦੇ ਨੇ। ਕਿਸੇ 'ਚ ਗਣਾਂ ਦੀ ਗਿਣਤੀ ਕੀਤੀ ਜਾਂਦੀ ਹੈ, ਕਿਸੇ 'ਚ ਵਰਣਾਂ ਦੀ ਗਿਣਤੀ ਕੀਤੀ ਜਾਂਦੀ ਹੈ, ਕਿਸੇ 'ਚ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਵੇਂ ਕੋਰੜਾ ਛੰਦ ਹੈ, ਇਹਦੇ ਵਿੱਚ ਕੱਲੇ ਜਿਹੜੇ ਵਰਣਾਂ ਦੀ ਗਿਣਤੀ ਕੀਤੀ ਜਾਂਦੀ ਹੈ। ਦੂਜੇ ਪਾਸੇ ਦੋਹਰਾ ਛੰਦ ਹੈ, ਬੈਂਤ ਛੰਦ ਹੈ, ਦਵਈਆ ਸਵਈਆ, ਇਹ ਸਾਰੇ ਛੰਦ ਨੇ, ਚੌਪਈ ਹੈ, ਇਹਨਾਂ ਦੇ ਵਿੱਚ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਗਣਕ ਛੰਦ ਪੰਜਾਬੀ ਦੇ ਵਿੱਚ ਹੈ ਨਹੀਂਗੇ, ਪਰ ਸੰਸਕ੍ਰਿਤ ਦੇ ਵਿੱਚ ਗਣਕ ਛੰਦ ਵੀ ਬਹੁਤ ਨੇ ਜਿੱਥੇ ਗਣਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸੋ ਵਰਣਾਂ ਦੇ ਹਿਸਾਬ ਨਾਲ, ਮਾਤਰਾਵਾਂ ਦੇ ਹਿਸਾਬ ਨਾਲ ਇਹਦੇ ਬਾਰੇ ਡਿਟੇਲ 'ਚ ਆਪਾਂ ਕਦੇ ਫਿਰ ਵਰਕਸ਼ਾਪ ਕਰਾਂਗੇ, ਉਹਦੇ ਵਿੱਚ ਗੱਲਾਂ ਕਰਾਂਗੇ ਕਿ ਵਰਣ ਦਾ ਮਤਲਬ ਕੀ ਹੈ, ਵਜ਼ਨ ਦਾ ਮਤਲਬ ਕੀ ਹੈ, ਤੋਲ ਦਾ ਮਤਲਬ ਕੀ ਹੈ। ਇਹ ਜਿਹੜੇ ਮਾਤਰਾਵਾਂ ਨੇ ਜਾਂ ਗਣ ਨੇ ਜਾਂ ਵਰਣ ਨੇ, ਇਹ ਕਿਵੇਂ ਇੱਕ ਖਾਸ ਕੈਲਕੂਲੇਸ਼ਨ ਦੇ ਵਿੱਚ ਆਉਂਦੇ ਨੇ, ਕਿਵੇਂ ਇਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਵੇਂ ਆਪਾਂ ਇਹ ਕਹੀਏ ਕਿ ਕੋਰੜਾ ਛੰਦ ਹੈ, ਉਹਦੇ ਵਿੱਚ 4 ਲਾਈਨਾਂ ਹੁੰਦੀਆਂ ਨੇ, ਹਰੇਕ ਲਾਈਨ ਦੇ ਵਿੱਚ 13-13 ਵਰਣ ਹੁੰਦੇ ਨੇ। ਹੁਣ ਜਿਹੜੇ ਇਹ ਸ਼ਾਇਰ ਸੀ, ਕੋਈ ਇਹਨਾਂ ਨੂੰ ਗਿਣ ਕੇ ਨਹੀਂ ਲਿਖਦੇ ਸੀ, ਉਹਨਾਂ ਦੇ ਅੰਦਰ ਇੱਕ ਕੰਪੋਜੀਸ਼ਨਾਂ ਸੀਆਂ, ਉਹਨਾਂ ਦੇ ਅੰਦਰ ਇੱਕ ਫਰੇਮ ਸੀ। ਜਦੋਂ ਉਸ ਫਰੇਮ ਦੇ ਵਿੱਚ ਉਹ ਆਪਣੀ ਕ੍ਰੀਏਟੀਵਿਟੀ ਪਾਉਂਦੇ ਨੇ ਤਾਂ ਆਪਣੇ ਆਪ ਹੀ 13+13+13+13 ਹੋ ਜਾਂਦੇ ਨੇ। ਉਹਨਾਂ ਨੂੰ ਗਿਣਨ ਦੀ ਲੋੜ ਨਹੀਂ ਪੈਂਦੀ ਹੈਗੀ। ਉਹਨਾਂ ਦੇ ਅੰਦਰ ਜਿਹੜੀਆਂ ਕੰਪੋਜੀਸ਼ਨਾਂ ਨੇ, ਉਹਨਾਂ ਕੰਪੋਜੀਸ਼ਨਾਂ ਦੇ ਮੁਤਾਬਕ ਉਹ ਕ੍ਰੀਏਸ਼ਨ ਕਰਦੇ ਨੇ, ਤੇ ਉਹਨਾਂ ਕ੍ਰੀਏਸ਼ਨਾਂ ਨੂੰ ਫਿਰ ਜਦੋਂ ਗਾਇਆ ਜਾਂਦਾ ਹੈ ਤਾਂ ਆਟੋਮੈਟਿਕਲੀ ਉਹਦੇ ਵਿੱਚ 13+13+13 ਹੋ ਜਾਂਦੇ ਨੇ ਤੇ ਕੋਰੜਾ ਛੰਦ ਬਣ ਜਾਂਦਾ ਹੈ। ਐਸੇ ਤਰ੍ਹਾਂ 13+11 ਹੋ ਜਾਂਦੇ ਨੇ ਤਾਂ ਦੋਹਰਾ ਬਣ ਜਾਂਦਾ ਹੈ। ਇਸ ਤਰ੍ਹਾਂ 20+20 ਹੋ ਜਾਂਦੇ ਨੇ ਤਾਂ ਬੈਂਤ ਛੰਦ ਬਣ ਜਾਂਦਾ ਹੈ। 16+12 ਹੋ ਜਾਂਦੇ ਨੇ ਤਾਂ ਦਵਈਆ ਛੰਦ ਬਣ ਜਾਂਦਾ ਹੈ। ਸੋ ਉਹ ਮਤਲਬ ਕੋਈ ਮੈਥ ਵਾਂਗੂ ਕੈਲਕੂਲੇਸ਼ਨ ਕਰਕੇ ਨਹੀਂ ਲਿਖਦੇ, ਉਹਨਾਂ ਦੇ ਅੰਦਰ ਕ੍ਰੀਏਟੀਵਿਟੀ ਹੈ, ਉਹਨਾਂ ਦੇ ਅੰਦਰ ਇੱਕ ਫਰੇਮ ਬਣ ਗਿਆ ਹਰੇਕ ਛੰਦ ਦਾ, ਤੇ ਜਦੋਂ ਵੀ ਉਹ ਗੁਣਗੁਣਾਉਂਦੇ ਨੇ ਉਸ ਛੰਦ ਦੇ ਵਿੱਚ ਤਾਂ ਆਟੋਮੈਟਿਕਲੀ ਉਹ ਫਰੇਮ ਕੰਪਲੀਟ ਹੁੰਦਾ ਹੈ, ਉਹ ਫਰੇਮ ਪੂਰਾ ਹੁੰਦਾ ਹੈ। ਸੋ ਇਸ ਤਰ੍ਹਾਂ ਇੱਕ ਵੱਡੀ ਪਰੰਪਰਾ ਸਾਡੇ ਕੋਲੇ ਬਹੁਤ ਸਾਰੇ ਛੰਦਾਂ ਦੀ। ਮੈਨੂੰ ਲੱਗਦਾ ਕਿ ਜੇ ਮੋਟੇ ਜਿਹੇ ਤੌਰ ਤੇ ਗਿਣਤੀ ਕਰੀਏ ਤਾਂ ਲਗਭਗ 50, 60, 70, 80 ਦੇ ਕਰੀਬ ਛੰਦ ਨੇ, ਜਿਹੜੇ ਉਹ ਕੁਝ ਹਿੰਦੀ ਦੇ ਵਿੱਚ ਨੇ, ਕੁਝ ਪੰਜਾਬੀ ਦੇ ਵਿੱਚ ਨੇ। ਜਿਵੇਂ ਕੁੰਡਲੀਆ ਛੰਦ ਪੰਜਾਬੀ 'ਚ ਘੱਟ ਹੈ ਪਰ ਹਿੰਦੀ ਦੇ ਵਿੱਚ ਬਹੁਤ ਜ਼ਿਆਦਾ ਹੈ। ਹੋਰ ਬਹੁਤ ਸਾਰੇ ਛੰਦ ਨੇ ਜਿਹੜੇ ਸੰਸਕ੍ਰਿਤ ਦੇ ਵਿੱਚ ਨੇ, ਜਿਹੜੇ ਇੱਧਰ ਅਜੋਵੇਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਘੱਟ ਆਏ ਨੇ। ਸੋ ਪੰਜਾਬੀ ਦੇ ਵਿੱਚ ਵੀ ਬਹੁਤ ਸਾਰੇ 30-40 ਛੰਦ ਬਹੁਤ ਮਸ਼ਹੂਰ ਛੰਦ ਨੇ, ਜਿਹੜੇ ਮਤਲਬ ਅਕਸਰ ਕਵੀਸ਼ਰ ਸਟੇਜਾਂ ਤੇ ਗਾਉਂਦੇ ਰਹੇ ਨੇ। ਤਾਂ ਅਸੀਂ ਇਹਨਾਂ ਛੰਦਾਂ ਦਾ ਆਨੰਦ ਮਾਣਾਂਗੇ। ਸਾਡੇ ਨਾਲ ਬਹੁਤ ਮਸ਼ਹੂਰ ਜੋੜੀ ਹੈ ਜਿਹੜੀ ਲਗਾਤਾਰ ਛੰਦਾਂ ਦੇ ਵਿੱਚ ਕਵਿਸ਼ਰੀ ਗਾਉਂਦੀ ਹੈ। ਸੋ ਮੈਂ ਮੋਟੇ ਜਿਹੇ ਤੌਰ ਤੇ ਇੱਕ ਭੂਮਿਕਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕਿੱਸਾ ਕਾਵਿ ਦੀ ਜਿਹੜੀ ਪਰੰਪਰਾ ਛੰਦਾਂ ਦੀ ਉੱਥੋਂ ਸ਼ੁਰੂ ਹੁੰਦੀ ਹੈ, ਤੇ ਉਸ ਤੋਂ ਬਾਅਦ ਕਵਿਸ਼ਰੀ ਦੇ ਵਿੱਚ ਆ ਕੇ ਇਹ ਪਰੰਪਰਾ ਬਹੁਤ ਫੈਲਦੀ ਹੈ। ਈਵਨ ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੇ ਛੰਦ ਨੇ, ਉਹਨਾਂ ਤੇ ਵੱਖਰੀ ਸਟੱਡੀ ਕੀਤੀ ਜਾ ਸਕਦੀ ਹੈ, ਉਹਨਾਂ ਤੇ ਵੱਖਰੀ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਆਪਾਂ ਅੱਜ ਇਹਨਾਂ ਛੰਦਾਂ ਦਾ ਪ੍ਰੈਕਟੀਕਲ ਰੂਪ ਵੀ ਮਾਣਾਂਗੇ, ਤੇ ਇਹਨਾਂ ਛੰਦਾਂ ਬਾਰੇ ਨਾਲ ਜਿੱਥੇ ਕਿਤੇ ਗੱਲ ਹੋਊਗੀ, ਕੋਈ ਸਿਧਾਂਤਕ ਚਰਚਾ, ਉੱਥੇ ਮੈਂ ਵੀ ਗੱਲ ਕਰੂੰਗਾ ਤੇ ਸਾਡੇ ਸਾਥੀ ਵੀ ਗੱਲ ਕਰਨਗੇ। ਸੋ ਆਓ ਆਪਾਂ ਇਹਨਾਂ ਦਾ ਸਵਾਗਤ ਕਰਕੇ ਅਗਲੇ ਸਵਾਲ ਇਹਨਾਂ ਤੋਂ ਲਈਏ। ਗੁਰਜੰਟ ਸਿੰਘ ਜੀ।
ਬਹੁਤ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਸਿੰਘ ਦੀਪ ਜੀ। ਹੁਣ ਅਗਲਾ ਸਵਾਲ ਸਾਡੇ ਡਾਕਟਰ ਇੰਦਰਜੀਤ ਸਿੰਘ ਧਾਮੀ ਜੀ ਕਰਨਗੇ। ਧਾਮੀ ਸਰ। ਹਾਂਜੀ, ਸ਼ੁਕਰੀਆ ਸਰ। ਗੱਲਬਾਤ ਦੀ ਲੜੀ ਨੂੰ ਅੱਗੇ ਆਪਾਂ ਲੈ ਕੇ ਜਾਂਦੇ ਹਾਂ ਤੇ ਸਵਾਲ ਜਗਜੀਤ ਸਿੰਘ ਢੱਡੇ ਹੋਰਾਂ ਕੋਲ ਆ ਕਿ ਸਰ ਥੋੜਾ ਜਿਹਾ ਤੁਸੀਂ ਕੋਰੜਾ ਛੰਦ ਦੇ ਸਿਧਾਂਤਕ ਪੱਖ ਬਾਰੇ ਡਾਕਟਰ ਸਾਹਿਬ ਨੇ ਕੋਈ ਗੱਲ ਕੀਤੀ ਵੀ ਆ, ਤੁਸੀਂ ਹੋਰ ਵਿਸਥਾਰ ਤੇ ਜਾ ਕੇ ਉਹਨੂੰ ਦੱਸ ਸਕਦੇ ਹੋ ਤੇ ਨਾਲ ਸਾਨੂੰ ਉਹਦਾ ਗਾਇਨ ਕਰਕੇ ਵੀ ਦੱਸੋ ਇਸ ਛੰਦ ਬਾਰੇ। ਜਗਜੀਤ ਸਰ। ਸਰ ਮਾਈਕ ਔਨ ਕਰਨ ਵਾਲਾ ਤੁਹਾਡਾ। ਹਾਂਜੀ, ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਇਹ ਕੀਤੇ ਜਾ ਰਹੇ ਪ੍ਰੋਗਰਾਮ ਜਿਹੜੇ ਕਿ ਵਿਦਿਅਕ ਮੁਕਾਬਲਿਆਂ ਬਾਰੇ ਹੁਣ ਕੀਤੇ ਜਾ ਰਹੇ ਆ। ਡਾਕਟਰ ਕੁਲਦੀਪ ਸਿੰਘ ਦੀਪ ਜੀ, ਇੰਦਰਪ੍ਰੀਤ ਧਾਮੀ ਜੀ, ਗੁਰਜੰਟ ਚਾਹਲ ਜੀ ਤੇ ਮੇਰੇ ਸਾਥੀ ਸੁਖਰਾਜ ਸਿੰਘ ਸੰਦੋਹਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਤੁਹਾਡਾ ਤਿੰਨੋਂ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਾਰੇ ਜਨਤਾ ਦੇ ਰੂਬਰੂ ਹੋਣ ਵਾਸਤੇ ਤੇ ਸਾਨੂੰ ਇਸ ਯੋਗ ਸਮਝਿਆ ਕਿ ਅਸੀਂ ਕਵੀਸ਼ਰੀ ਬਾਰੇ ਕੁਝ ਦੱਸ ਸਕੀਏ। ਵੈਸੇ ਅਸੀਂ ਇੰਨੇ ਤਾਂ ਨਹੀਂ, ਸੁਖਰਾਜ ਸਿੰਘ ਉਹ ਮੇਰੇ ਨਾਲੋਂ ਜ਼ਿਆਦਾ ਜਾਣਦੇ ਨੇ, ਮੈਂ ਤਾਂ ਉਹਨਾਂ ਤੋਂ ਵੀ ਸਿੱਖ ਰਿਹਾ। ਡਾਕਟਰ ਕੁਲਦੀਪ ਸਿੰਘ ਦੀਪ ਜਿਨ੍ਹਾਂ ਦਾ ਕਿ ਇਸ ਸਮੇਂ ਹਰੇਕ ਖੇਤਰ ਦੇ ਵਿੱਚ ਹੀ ਬਹੁਤ ਵੱਡਾ ਨਾਮ ਹੈ, ਮੈਨੂੰ ਐਂ ਲੱਗਦਾ ਹੁੰਦਾ ਵੀ ਇਹਨਾਂ ਦੇ ਸਾਹਮਣੇ ਬੋਲਣਾ ਹੀ ਬਹੁਤ ਔਖੀ ਗੱਲ ਲੱਗਦੀ ਹੈ ਸਾਨੂੰ ਤਾਂ, ਤੇ ਫਿਰ ਵੀ ਇਹਨਾਂ ਨੇ ਸਾਨੂੰ ਇਸ ਦੇ ਯੋਗ ਸਮਝਿਆ, ਅਸੀਂ ਧੰਨਵਾਦ ਕਰਦੇ ਹਾਂ। ਧਾਮੀ ਜੀ, ਤੁਸੀਂ ਕੋਰੜਾ ਛੰਦ ਬਾਰੇ ਪੁੱਛਿਆ। ਵੈਸੇ ਤਾਂ ਡਾਕਟਰ ਸਾਹਿਬ ਨੇ ਦੱਸਿਆ ਹੀ ਆ ਵੀ ਕੋਰੜਾ ਛੰਦ ਉਹ ਇੱਕ ਵਰਨਕ ਛੰਦ ਆ, ਉਹਦੇ ਚ ਵਰਨ ਗਿਣੇ ਜਾਂਦੇ ਆ ਵੀ ਕਿੰਨੇ ਅੱਖਰ ਹੈ, ਬਸ ਸਿੱਧੇ ਅੱਖਰਾਂ ਦੀ ਗਿਣਤੀ ਕਰ ਲਈ ਜਾਂਦੀ ਹੈ। ਪਰ ਦੇਖੋ, ਜਿਵੇਂ ਸਰ ਨੇ ਇਹ ਗੱਲ ਵੀ ਦੱਸੀ ਆ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਗਿਣ ਗਿਣ ਕੇ ਲਿਖੇ ਜਾਣ। ਕਦੇ ਵੀ ਜਿਹੜੇ ਛੰਦ ਹੈ ਉਹ ਗਿਣ ਕੇ ਨਹੀਂ ਲਿਖੇ ਜਾਂਦੇ। ਇਹ ਤਾਂ ਚਲੋ ਆਪਾਂ ਨੂੰ ਸਮਝਾਉਣ ਵਾਸਤੇ ਗੱਲ ਹੋ ਜਾਂਦੀ ਆ, ਨਹੀਂ ਜੇ ਗਿਣਨ ਲੱਗ ਗਏ ਤਾਂ ਛੰਦ ਸ਼ਾਇਦ ਨਾ ਹੀ ਰਚੇ ਜਾਣ। ਜਦੋਂ ਕੋਈ ਰਚਦਾ ਸ਼ਾਇਦ ਉਹਨੇ ਵੀ ਕਦੇ ਛੰਦਾਂ ਦੀ ਇਸ ਤਰ੍ਹਾਂ ਦੀ ਗਿਣਤੀ ਨਾ ਕੀਤੀ ਹੋਵੇ। ਉਹ ਇੱਕ ਕਹਿੰਦੇ ਆ ਵੀ ਜਿਹਦੇ ਚ ਇੱਕ ਲਾਈਨ ਹੈ ਜਿਹਦੇ ਤੁਕਾਂਤ ਮੇਲ ਪਾਸ ਦੀ ਜੁੜਦੇ ਆ ਤਾਂ ਉਹ ਇੱਕ ਛੰਦ ਹੀ ਹੈ। ਉਹ ਕਿਸੇ ਮਰਜ਼ੀ ਲਾਈਨ ਲਿਖੀ ਗਈ, ਅੱਖਰ ਵੱਧ ਲਿਖੇ ਗਏ ਘੱਟ ਲਿਖੇ ਗਏ, ਗੱਲ ਕਰ ਸਾਰੀਆਂ ਲਾਈਨਾਂ ਦੇ ਇੱਕੋ ਜਿਹੇ ਤੁਕਾਂਤ ਬਣਦੇ ਆ ਤਾਂ ਉਹ ਇੱਕ ਛੰਦ ਹੀ ਹੈ। ਛੰਦ ਜੇ ਆਪਾਂ ਕਹਿ ਲਈਏ ਤਾਂ ਜਿਹੜੀ ਕਵਿਤਾ ਸਭ ਤੋਂ ਪਹਿਲਾਂ ਛੰਦ ਹੀ ਸੀ। ਛੰਦਬੱਧ ਕਵਿਤਾ ਹੀ ਪਹਿਲਾਂ ਰਚੀ ਗਈ ਹੈ, ਖੁੱਲੀਆਂ ਕਵਿਤਾਵਾਂ ਬਾਅਦ ਚ ਆਈਆਂ ਨੇ। ਸੋ ਇਹ ਜ਼ਰੂਰੀ ਹੈ। ਸਾਡੇ ਤਾਂ ਇਸ ਤਰ੍ਹਾਂ ਵੀ ਉਹ ਕੀਤਾ ਜਾਂਦਾ ਵੀ ਜੇ ਕੋਈ ਮਾੜੀ ਮੋਟੀ ਕਿਤੇ ਬਿੰਦੀ ਦਾ ਫਰਕ, ਕਿਤੇ ਟਿੱਪੀ ਦਾ ਫਰਕ, ਕੋਈ ਥੋੜਾ ਫਰਕ ਵੀ ਰਹਿ ਗਿਆ ਤਾਂ ਉਸਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਕਦੇ ਵੀ ਕਵੀਸ਼ਰੀ ਦੇ ਵਿੱਚ। ਸੋ ਤੁਸੀਂ ਕੋਰੜਾ ਛੰਦ ਨੂੰ ਗਾਉਣ ਬਾਰੇ ਕਿਹਾ, ਕਿਉਂਕਿ ਅਸੀਂ ਗਾ ਰਹੇ ਹਾਂ ਲੰਬੇ ਸਮੇਂ ਤੋਂ। ਮੇਰੇ ਸਾਥੀ ਸੁਖਰਾਜ ਸਿੰਘ ਸੰਦੋਹਾ ਜਿਹੜੇ ਕਿ ਸਾਡੇ ਜਥੇ ਦੇ ਆਗੂ ਨੇ, ਉਹ ਬਹੁਤ ਵਧੀਆ ਕਵੀਸ਼ਰੀ ਨੂੰ ਜਾਣਦੇ ਆ, ਬਹੁਤ ਲੰਬੇ ਸਮੇਂ ਤੋਂ ਉਹਨਾਂ ਨੇ ਗਾਈ ਹੈ। ਮੈਂ ਤਾਂ ਜੇ ਕਹਾ ਮੈਂ ਸਿੱਖੀ ਵੀ ਉਹਨਾਂ ਤੋਂ ਹੀ ਆ ਜ਼ਿਆਦਾ, ਕਿਉਂਕਿ ਬੇਸ਼ੱਕ ਮੇਰੇ ਗੁਰੂ ਅਜਮੇਰ ਸਿੰਘ ਢਿੱਲੋਂ ਨੇ, ਉਹਨਾਂ ਤੋਂ ਮੈਂ ਲਿਖਣ ਦੀ ਕਲਾ ਹੀ ਸਿੱਖੀ ਹੈ, ਤੇ ਜੇ ਗਾਉਣ ਦੀ ਕਹਾ ਤਾਂ ਸੁਖਰਾਜ ਸਿੰਘ ਸੰਦੋਹਾ ਜੀ ਇਹਨਾਂ ਤੋਂ ਹੀ ਜ਼ਿਆਦਾ ਸਿੱਖਿਆ ਮੈਂ। ਤੇ ਜੋ ਕੋਰੜਾ ਛੰਦ ਹੈ ਉਸਨੂੰ ਜਿਵੇਂ ਗਾਉਣ ਦਾ ਢੰਗ ਹੈ, ਵੈਸੇ ਤਾਂ ਇਹ ਬਹੁਤ ਦਰਜਾ ਨਹੀਂ ਸੌਖਾ। ਅਸੀਂ ਐਂ ਦੱਸ ਦਿੰਦੇ, ਜਿਵੇਂ ਕੱਲ ਮੈਨੂੰ ਬੂਟਾ ਸਿੰਘ ਗੁਲਾਮੀ ਵਾਲਾ ਨੇ ਫੋਨ ਕੀਤਾ ਵੀ ਉਹਨਾਂ ਨੇ ਇੱਕ ਕਵਿਤਾ ਮੈਨੂੰ ਭੇਜੀ, ਮੈਂ ਆਖਿਆ ਜਿਹਨੂੰ ਕੋਰੜਾ ਛੰਦ ਚ ਲਿਖਦੇ, ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿਹੜਾ ਕੋਰੜਾ ਹੁੰਦਾ ਕਿਹੜਾ ਦੁਤਾਰਾ ਹੁੰਦਾ, ਤੇ ਬਸ ਮੈਨੂੰ ਤਾਂ ਸੌਖਾ ਜਿਹਾ ਉਹ ਦੱਸ ਵੀ ਕੀ ਢੰਗ ਹੈ। ਮੈਂ ਕਿਹਾ ਫਿਰ ਐਂ ਕਰ, ਤੂੰ ਉਹ ਸੁਣ ਲਾ ਵੀ ਹੋ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ, ਦੁੱਲੇ ਆਵੇ ਟੋਕਰਾ ਚ ਕਾਈ ਆਣ ਕੇ, ਕੋਰੜਾ ਹੀ ਆ। ਉਹ ਕਹਿੰਦਾ ਹਾਂ ਹੁਣ ਠੀਕ ਹੈ ਗੱਲ, ਵੀ ਮੈਂ ਇਸ ਤਰ੍ਹਾਂ ਹੀ ਲਿਖ ਲੂੰਗਾ। ਸੋ ਇਸ ਤਰ੍ਹਾਂ ਸੌਖਾ ਵੀ ਦੱਸਿਆ ਜਾ ਸਕਦਾ, ਜਿਵੇਂ ਅਸੀਂ ਮੈਂ ਇਹਨੂੰ ਗਾ ਕੇ ਦੱਸ ਦਿੰਦਾ, ਬਹੁਤ ਢੰਗਾਂ ਨਾਲ ਗਾਇਆ ਜਾਂਦਾ। ਉਹ ਲੱਗੇ ਕੌਤਕ ਅਨੋਖੇ ਵਾਰ ਤੌਣ ਪਾਤਸ਼ਾਹ, ਬੁਰਜ ਹੰਕਾਰ ਵਾਲਾ ਟੌਣ ਪਾਤਸ਼ਾਹ, ਬੁਰਜ ਹੰਕਾਰ ਵਾਲਾ ਟੌਣ ਪਾਤਸ਼ਾਹ, ਲੱਗੇ ਕਹਿਣ ਸਾਹਮਣੇ ਬਿਠਾ ਕੇ ਡੱਲਿਆ, ਦੇਖਣੀ ਬੰਦੂਕ ਮੈਂ ਚਲਾ ਕੇ ਡੱਲਿਆ, ਦੇਖਣੀ ਬੰਦੂਕ ਮੈਂ ਚਲਾ ਕੇ ਡੱਲਿਆ, ਦੇ ਗਿਆ ਸ਼ਰਧਾਲੂ ਕੋਈ ਨਾਲ ਪਿਆਰ ਦੇ, ਵੇਖਣੇ ਜ਼ੋਹਰ ਨਾਗਣੀ ਦੀ ਮਾਰ ਦੇ, ਵੇਖਣੇ ਜ਼ੋਹਰ ਨਾਗਣੀ ਦੀ ਮਾਰ ਦੇ, ਸਿੱਟਦੀ ਆ ਕਿਵੇਂ ਉਲਟਾ ਕੇ ਡੱਲਿਆ, ਵੇਖਣੀ ਬੰਦੂਕ ਮੈਂ ਚਲਾ ਕੇ ਡੱਲਿਆ, ਵੇਖਣੀ ਬੰਦੂਕ ਮੈਂ ਚਲਾ ਕੇ ਡੱਲਿਆ। ਜਾਓ ਉਹ ਲੱਗੇ ਕੌਤਕ ਅਨੋਖੇ ਵਾਰ ਤੌਣ ਪਾਤਸ਼ਾਹ,
ਬੁਰਜ ਹੰਕਾਰ ਵਾਲਾ ਟੌਣ ਪਾਤਸ਼ਾਹ, ਲੱਗੇ ਕਹਿਣ ਸਾਹਮਣੇ ਬਿਠਾ ਕੇ ਡੱਲਿਆ, ਵੇਖਣੀ ਬੰਦੂਕ ਮੈਂ ਚਲਾ ਕੇ ਡੱਲਿਆ। ਬਹੁਤ ਇਸ ਤਰ੍ਹਾਂ ਵੀ ਕਿੰਨੀਆਂ ਹੀ ਤਰਜ਼ਾਂ ਚ ਇਹਨੂੰ ਗਾਇਆ ਜਾ ਸਕਦਾ। ਹਾਂਜੀ ਵਾਹ, ਬਹੁਤ ਸੋਹਣਾ, ਬਹੁਤ ਸੋਹਣਾ। ਇਹਦੇ ਵਿੱਚ ਮੈਂ ਥੋੜੀ ਜਿਹੀ ਗੱਲ ਜੋੜਾਂ। ਆਪਣੇ ਸਿਲੇਬਸ ਦੀ ਕਵਿਤਾ ਇੱਕ ਆਓ ਸਾਰੇ ਬਾਲ ਛੱਤ ਬੀੜ ਚਲੀਏ, ਪ੍ਰਾਇਮਰੀ ਵਾਲੇ ਸਾਰੇ ਕਦੇ ਹੁਣ ਇਦੋਂ ਬਾਅਦ ਜਗਸੀਰ ਢੱਡੇ ਹੋਰਾਂ ਤੋਂ ਸੁਣਨ ਤੋਂ ਬਾਅਦ ਕਦੇ ਉਹਨੂੰ ਗਾ ਕੇ ਦੇਖਿਓ, ਉਹ ਵੀ ਕੋਲਡਾ ਛੰਦ ਹੈ। ਸਤਿੰਦਰ ਸਰਤਾਜ ਜਦੋਂ ਕਹਿੰਦਾ ਕਿ ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਤਾਂ ਉਹ ਵੀ ਕੋਲਡਾ ਛੰਦ ਹੈ। ਸੋ ਸਾਡੀ ਗਾਇਕੀ ਦੇ ਵਿੱਚ ਮੇਰੇ ਖਿਆਲ ਸਭ ਤੋਂ ਵੱਧ ਗਾਇਆ ਜਾਣ ਵਾਲਾ ਛੰਦ ਕੋਲਡਾ ਛੰਦ ਹੋਣਾ। ਕੱਛੇ ਮਾਰ ਬੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਧਨੀ ਰਾਮ ਚਾਤਰਕ, ਉਹ ਵੀ ਕੋਲਡਾ ਛੰਦ ਹੈ। ਸੋ ਬਹੁਤ ਸਾਰੇ, ਲਗਭਗ ਮੈਨੂੰ ਲੱਗਦਾ ਕਿ ਹਰੇਕ ਗਾਉਣ ਵਾਲੇ ਬੰਦੇ ਨੇ ਕੋਲਡਾ ਛੰਦ ਗਾਇਆ ਹੋਊਗਾ। ਸੌਖਾ ਵੀ ਹੈ ਤੇ ਕਮਾਲ ਵੀ ਹੈ ਆਪਣੇ ਆਪ ਦੇ ਵਿੱਚ। ਤੇ ਜਿਵੇਂ ਢੱਡੇ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਕੰਪੋਜੀਸ਼ਨਾਂ ਦੀਆਂ ਬਹੁਤ ਸਾਰੇ ਰੂਪਾਂ 'ਚ ਗਾਇਆ ਜਾਂਦਾ ਹੈ। ਬਿਲਕੁਲ ਸਰ, ਸ਼ੁਕਰੀਆ ਜਗਸੀਰ ਜੀ। ਹੁਣ ਗੁਜਰਨ ਚਾਹਲ ਜੀ, ਤੁਸੀਂ ਅਗਲਾ ਸਵਾਲ ਦੇਣ ਲੱਗੀ। ਰਸ ਕਿੱਥੇ ਰੱਖੀ? ਹਾਂਜੀ, ਮੇਰਾ ਹਾਏ ਹਾਏ ਕਿਉਂ? ਕਾਰਜੋਗ ਸਾਥੀ ਸੁਖਰਾਜ ਸੰਦੋਹਾ ਜੀ ਨੂੰ ਹੈ। ਸੰਦੋਹਾ ਸਾਹਿਬ, ਸਾਨੂੰ ਬੈਂਤ ਛੰਦ ਬਾਰੇ ਜਾਣਕਾਰੀ ਦਿਓ ਜੀ। ਤੁਹਾਡੀ ਬਹੁਤ ਹੀ ਸੁਰੀਲੀ ਆਵਾਜ਼ ਅਸੀਂ ਸੁਣਦੇ ਰਹਿੰਦੇ ਹਾਂ। ਬੈਂਤ ਛੰਦ ਬਾਰੇ ਕੁਝ ਗਾ ਕੇ ਤੇ ਕੁਝ ਉਹਦੇ ਰੂਪ ਨੇ ਜਿਹੜੇ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਜੀ। ਹਾਂਜੀ, ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਤੁਸੀਂ ਇੰਨਾ ਵਧੀਆ ਉਸਾਰੂ ਪ੍ਰੋਗਰਾਮ ਕਰ ਰਹੇ ਹੋ ਤੇ ਸਾਨੂੰ ਬੈਂਤ ਛੰਦ ਬਾਰੇ ਕਿਹਾ। ਬੈਂਤ ਬੜਾ ਵਧੀਆ ਛੰਦ ਹੈ ਪੰਜਾਬੀ ਗਾਇਕੀ ਦਾ, ਕਵਿਸ਼ਰੀ ਦਾ। ਇਹਨੂੰ ਯਾਦ ਕਰਨਾ ਵੀ ਸੌਖਾ ਹੈ, ਲਿਖਣ ਦੇ ਵਿੱਚ ਵੀ ਸੌਖਾ ਹੈ, ਇਹਦੀ ਲੈ ਵੀ ਬੜੀ ਵਧੀਆ ਬਣਦੀ ਹੈ। ਤੇ ਜਿਵੇਂ ਦੂਜੇ ਛੰਦਾਂ ਨੂੰ ਕਈ ਭੰਤਾਂ ਨਾਲ ਗਾਇਆ ਜਾਂਦਾ ਹੈ, ਉਵੇਂ ਬੈਂਤ ਵੀ ਕਈ ਭੰਤਾਂ ਨਾਲ ਗਾਈ ਜਾਂਦੀ ਹੈ। ਕੌਲਾਂ ਦੇ ਵਿੱਚ ਜਦੋਂ ਉਹ ਘਰੋਂ ਕੱਢ ਦਿੰਦੇ ਨੇ ਕੌਲਾਂ ਨੂੰ ਬੀਜਾ, ਤੇ ਉਹਦੇ ਉੱਤੇ ਨਾ ਕਾਲਾ ਭੂਰਾ ਲਿਆ ਹੋਇਆ ਹੈ। ਹਾਂਜੀ, ਉਹ ਕਾਲੇ ਭੂਰੇ ਨਾਲ ਹੀ ਕੁਝ ਗੱਲਾਂ ਕਰਦੀ ਹੈ, ਹਮਦਰਦੀ ਕਰਦੀ ਹੈ ਵੀ ਤੂੰ ਹੀ ਮੇਰਾ ਮਿੱਤਰ ਹੈ। ਕਿਉਂਕਿ ਉਹ ਕਿੱਸਾ ਇਸ ਤਰ੍ਹਾਂ ਦੱਸਦਾ ਨਾ ਕਿ ਉਹਨਾਂ ਨੇ ਕੱਪੜੇ ਵੀ ਲਹਾ ਲਏ, ਉਹਦੇ ਗਹਿਣੇ ਵੀ ਲਹਾ ਲਏ, ਤੇ ਉਹ ਆਪਦੇ ਕਾਲੇ ਭੂਰੇ ਨਾਲ ਗੱਲਾਂ ਕਰਦੀ ਹੈ। ਉਹਨੂੰ ਆਪਾਂ ਬੈਂਤ ਦੇ ਵਿੱਚ ਗਾ ਕੇ ਦੇਖਦੇ ਹਾਂ। ਬਹੁਤ ਅੱਛੇ। ਓਏ ਆਖੇ ਭਗਤਣੀ ਸਿੱਟ ਕੇ ਨੀਰ ਲੈਣੋ, ਲੈ ਵੇ ਪੂਰਿਆ ਮੇਰਿਆ ਪਿਆਰਿਆ ਵੇ, ਪੱਲਾ ਫੜੇ ਦੀ ਓੜ ਨਵਾਵਣੀ ਤੇ, ਦਗਾ ਦੇ ਜੀ ਨਾ ਕਿਤੇ ਨਾ ਕਾਰਿਆ ਵੇ, ਹੋਰੇ ਆਸਰਾ ਨਹੀਂ ਕਸੀਰ ਜਿੰਨਾ, ਤੈਨੂੰ ਚੱਕ ਸਰੀਰ ਤੇ ਧਾਰਿਆ ਵੇ, ਪੂਰਨ ਚੰਦਾ ਤੂੰ ਮੇਰੇ ਤੇ ਤਰਸ ਕਰਨਾ, ਮੈਨੂੰ ਓਟ ਤੇਰੀ ਬੰਸੀ ਵਾਰਿਆ ਵੇ। ਬਹੁਤ ਅੱਛਾ, ਬਹੁਤ ਅੱਛਾ। ਜਿੰਨੇ ਆਪਾਂ ਜਿਹੜੇ ਪੰਜਾਬੀ ਜਿਵੇਂ ਸ਼ੇਅਰ ਵਰਤਦੇ ਆ, ਉਹ ਵੀ ਬੈਂਤ ਦਾ ਹੀ ਰੂਪ ਹੁੰਦੇ ਨੇ। ਇਸ ਕਰਕੇ ਬੈਂਤ ਸਾਡਾ ਬਹੁਤ ਪਿਆਰਾ ਛੰਦ ਹੈ। ਆਮ ਤੁਸੀਂ ਬਜ਼ੁਰਗਾਂ ਨੂੰ, ਸਿਆਣਿਆਂ ਨੂੰ ਇਹ ਗੱਲਾਂ ਕਰਦੇ ਵੇਖਦੇ ਹੋ ਕਿ ਸਾਲ 19ਵੇਂ ਊਤ ਨਾ ਸੋਚਿਆ ਤਾਂ ਸਦਾ ਨਹੀਂ ਆਰਾਮ ਦੀ ਘੜੀ ਰਹਿਣੀ, ਨਾ ਹੱਟ ਬਾਜ਼ਾਰ ਨਾ ਬਾਣੀਆਂ ਹੀ ਬੱਟਾ ਤੱਕੜੀ ਸ਼ੇਰ ਨਾ ਧੜੀ ਰਹਿਣੀ, ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਨਹੀਂ ਅਸਮਾਨ ਤੇ ਚੜੀ ਰਹਿਣੀ, ਦਇਆ ਸਿੰਘ ਜੋ ਬਚਨ ਅਨਮੋਲ ਕਰਦੀ ਤੇਰੀ ਜ਼ਿੰਦਗੀ ਫਾਰਸੀ ਪੜ੍ਹੀ ਰਹਿਣੀ। ਵਾਹ। ਦਇਆ ਸਿੰਘ ਦੇ ਮਹਾਨ ਗ੍ਰੰਥ ਜ਼ਿੰਦਗੀ ਵਿਲਾਸ, ਨਸੀਹਤ ਵਿਲਾਸ, ਇਹ ਬੈਂਤਾਂ ਦੇ ਵਿੱਚ ਨੇ। ਬਾਬਾ ਵਾਰਿਸ ਸ਼ਾਹ ਦੀ ਹੀਰ ਉਹ ਬੈਂਤਾਂ ਦੇ ਵਿੱਚ ਹੈ। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਤੇ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ, ਇੱਥੋਂ ਸ਼ੁਰੂ ਕਰਦੇ। ਇਹ ਹੈ ਜੀ ਬੈਂਤ ਦੀ ਪਰਿਭਾਸ਼ਾ ਜੀ। ਬਹੁਤ ਬਹੁਤ ਵਧੀਆ। ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਹੈ ਦੋਨਾਂ ਸਾਥੀਆਂ ਨੂੰ। ਮਤਲਬ ਜਿਵੇਂ ਜਗਸੀਰ ਹੋਰਾਂ ਨੇ ਕੋਲਡਾ ਸੁਣਾਇਆ ਤੇ ਤੁਸੀਂ ਬੈਂਤ ਸੁਣਾਇਆ, ਕਈ ਵਾਰੀ ਆਪਾਂ ਕੋਈ ਗੱਲ ਆਪਣੇ ਕੋਲੋਂ ਨਾਲ ਐਡ ਕਰਨੀ ਚਾਹੁੰਦੇ ਹੁੰਦੇ ਆ।
ਮੰਨ ਲਓ ਬੈਂਤ ਬਾਰੇ ਕੋਈ ਗੱਲ ਜਗਸੀਰ ਸਿੰਘ ਕਰਨਾ ਚਾਹੁੰਦੇ ਨੇ, ਜਾਂ ਕੋਈ ਹੋਰ ਕਿਸੇ ਰੂਪ ਚ ਕੋਈ ਦੋ ਲੈਣਾ ਸੁਣਾਉਣਾ ਚਾਹੁੰਦੇ ਨੇ, ਜਾਂ ਕੋਰੜਾ ਬਾਰੇ ਸੁਖਰਾਜ ਸਿੰਘ ਕੁਝ ਹੋਰ ਕਹਿਣਾ ਚਾਹੁੰਦੇ ਹੁਣ, ਤਾਂ ਕੋਈ ਆਪਾਂ ਨੂੰ ਇਹੋ ਜਿਹੀ ਪਾਬੰਦੀ ਨਹੀਂ, ਆਪਾਂ ਉਹਦੇ ਨਾਲ ਗੱਲ ਆਪਣੀ ਜੋੜ ਸਕਦੇ ਹਾਂ, ਤਾਂ ਕਿ ਆਪਾਂ ਆਪਣੇ ਪਾਠਕਾਂ ਤੱਕ, ਆਪਣੇ ਸਰੋਤਿਆਂ ਤੱਕ ਹੋਰ ਵਧੀਆ ਤਰੀਕੇ ਨਾਲ ਜਾ ਸਕੀਏ। ਜਿਵੇਂ ਇਹਨਾਂ ਨੇ ਬੈਂਤ ਛੰਦ ਬਾਰੇ ਬਹੁਤ ਸਾਰੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ, ਬੈਂਤ ਛੰਦ ਦੇ ਬਹੁਤ ਸਾਰੇ ਰੂਪ ਦੱਸੇ ਨੇ। ਸਾਡੀ ਪੰਜਾਬੀ ਪੋਇਟਰੀ ਦੇ ਵਿੱਚ, ਨਵੀਂ ਪੋਇਟਰੀ ਦੇ ਵਿੱਚ ਵੀ ਬਹੁਤ ਸਾਰੇ ਕਵੀਆਂ ਨੇ ਜਿਹੜਾ ਬੈਂਤ ਛੰਦ ਲਿਖਿਆ ਹੈ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਬੜੀਆਂ ਪ੍ਰਸਿੱਧ ਲੈਣਾ ਨੇ, ਉਹਨਾਂ ਨੇ ਰੱਬ ਬਾਰੇ ਬੜੀਆਂ ਕਮਾਲ ਦੀਆਂ ਲੈਣਾ ਲਿਖੀਆਂ ਨੇ ਕਿ ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਹਾਂਜੀ। ਲੱਖ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਬਾਲ ਹੋਇਆ। ਘਿੱਗੀ ਵੱਜ ਗਈ ਸੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਸੋ ਇਹ ਵੀ ਮਤਲਬ ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ ਦਾ ਲਿਖਿਆ ਹੋਇਆ ਬੈਂਤ ਛੰਦ ਹੈ। ਆਓ ਆਪਾਂ ਅੱਗੇ ਤੁਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਜੀ। ਜਿਵੇਂ ਬੈਂਤ ਬਾਰੇ ਹੈ ਨਾ, ਬੈਂਤ ਆਮ ਤੌਰ ਤੇ ਵਿਯੋਗ ਚ ਲਿਖੀ ਜਾਂਦੀ ਹੈ ਜ਼ਿਆਦਾ। ਜਿੱਥੇ ਕੋਈ ਵਿਯੋਗ ਦੀ ਗੱਲ ਆਉਂਦੀ ਹੈ ਉੱਥੇ ਜ਼ਿਆਦਾ ਬੈਂਤ ਨੂੰ ਲਿਖਿਆ ਜਾਂਦਾ। ਜੀ। ਕਾਫੀ ਥਾਵਾਂ ਤੇ ਇਹੀ ਹੈ, ਜਿਵੇਂ ਗੁਰੂ ਅਰਜਨ ਦੇਵ ਜੀ, ਉੱਥੇ ਵੀ ਮੈਂ ਇੱਕ ਤਰਜ ਸੁਣਾ ਕੇ ਦੱਸ ਦੂੰ ਤੁਹਾਨੂੰ ਵੀ ਤਰਜ। ਵੈਸੇ ਸਾਡਾ ਅਸੀਂ ਇਹੀ ਸੁਣਾਉਣਾ ਅੱਜ ਵੀ ਤਰਜਾਂ ਕੀ ਹੁੰਦੀਆਂ। ਹਾਂ ਬਿਲਕੁਲ ਬਿਲਕੁਲ। ਇੱਕ ਸਾਡੇ ਨਾ ਇਹ ਚੱਲ ਰਿਹਾ, ਸਾਡੇ ਜਿਵੇਂ ਹੁਣ ਕਈ ਬਹੁਤ ਉੱਚ ਕੋਟੀ ਦੇ ਕਵੀ ਹੁੰਦੇ ਆ, ਜਾਂ ਉੱਚ ਕੋਟੀ ਦੇ ਜਿਹੜੇ ਸ਼ਾਇਰ ਨੇ, ਜਾਂ ਕਈ ਬਹੁਤ ਸਿਆਣੇ ਬੰਦੇ ਵੀ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਢਾਡੀ ਕੀ ਨੇ ਤੇ ਕਵੀਸ਼ਰ ਕੀ ਨੇ। ਉਹ ਐ ਨਹੀਂ ਪਤਾ ਸਾਨੂੰ ਢਾਡੀ ਕਹੀ ਜਾਣ ਜਾਂ ਢਾਡੀਆਂ ਨੂੰ ਕਵੀਸ਼ਰ ਕਹੀ ਜਾਣ। ਵੀ ਜਿਹੜੀ ਸਾਜ ਮੁਕਤ ਗਾਈ ਜਾ ਰਹੀ ਹੈ, ਇੱਕ ਵੀ ਸਾਜ ਨਹੀਂ ਵਰਤਿਆ ਜਾ ਰਿਹਾ, ਤਾਂ ਉਹ ਕਵੀਸ਼ਰੀ ਹੈ। ਬਿਲਕੁਲ। ਜਿਵੇਂ ਇੱਕ ਇਸ ਦੀ ਇੱਕ ਹੋਰ ਬੰਦਿਸ਼, ਉਹ ਸਤਿਗੁਰ ਆਖਦੇ ਬੱਚੀਏ ਸਬਰ ਕਰ ਤੂੰ, ਰੋ ਰੋ ਕਾਸ ਤੋਂ ਨੀਰ ਨੇ ਪਾਉਣ ਲੱਗੀ। ਗੰਗਾ ਜਮਨਾ ਵਹਾਏ ਕੇ ਨੇਤਰਾਂ ਚੋਂ, ਕੀਤੇ ਜ਼ੁਲਮਾਂ ਦੀ ਪੱਠ ਬੁਝਾਉਣ ਲੱਗੀ। ਪਾਣਾ ਪ੍ਰਭੂ ਦਾ ਕੋਈ ਨਾ ਟਾਲ ਸਕੇ, ਪਾਣਾ ਪ੍ਰਭੂ ਦਾ ਕੋਈ ਨਾ ਟਾਲ ਸਕੇ। ਕੁਦਰਤ ਉਸ ਦਾ ਹੁਕਮ ਨਿਭਾਉਣ ਲੱਗੀ। ਅਸੀਂ ਮੰਜ਼ਲ ਮਕਸੂਦ ਦੇ ਪੁੰਜ ਬੈਠੇ, ਤੂੰ ਕਿਉਂ ਭੋਲੀਏ ਢੇਰੀਆਂ ਢਾਉਣ ਲੱਗੀ। ਤੂੰ ਕਿਉਂ ਭੋਲੀਏ ਢੇਰੀਆਂ ਢਾਉਣ ਲੱਗੀ। ਵਾਹ, ਬਹੁਤ ਖੂਬ ਜੀ। ਇਹਦੇ ਵੀ ਕਾਫੀ ਤਰਜਾਂ ਗਾਈਆਂ ਜਾਂਦੀਆਂ। ਬਿਲਕੁਲ 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 ਬਿਲਕੁਲ। ਸਾਡੇ ਵਿਆਹਾਂ ਦੇ ਵਿੱਚ ਸਿਹਰੇ ਤੇ ਸਿੱਖਿਆ ਵੀ ਬੈਂਤ ਛੰਦ ਦੇ ਵਿੱਚ ਗਾਏ ਜਾਂਦੇ ਸੀ ਜੀ। ਹਾਂਜੀ ਜਗਸੀਰ ਸਾਹਿਬ, ਅਗਲਾ ਸਵਾਲ ਵੀ ਤੁਹਾਡੇ ਕੋਲ ਹੀ ਆ। ਜਿਸ ਤਰ੍ਹਾਂ ਤੁਸੀਂ ਕੋਰੜਾ ਛੰਦ ਬਾਰੇ ਗੱਲ ਕੀਤੀ ਆ, ਤੇ ਹੁਣ ਤੁਸੀਂ ਬੈਂਤ ਛੰਦ ਨੂੰ ਆਪਣੇ ਢੰਗ ਨਾਲ ਗਾ ਕੇ ਵੀ ਦੱਸਿਆ, ਤੇ ਹੁਣ ਸਾਡੇ ਸਿੱਧਕ ਸਾਥੀਆਂ ਨੂੰ ਦੱਸੋ ਕਬਿਤ ਛੰਦ ਬਾਰੇ, ਇਹ ਕਿਸ ਤਰੀਕੇ ਦਾ ਛੰਦ ਆ, ਇਹਨੂੰ ਕਿਵੇਂ ਗਾਇਆ ਜਾਂਦਾ? ਹਾਂਜੀ, ਕਵਿਤ ਜਿਵੇਂ ਇਹਦੇ ਬਾਰੇ ਸਰ ਨੇ ਪਹਿਲਾਂ ਦੱਸ ਹੀ ਦਿੱਤਾ ਵੀ ਇਹ ਵੀ ਇੱਕ 4 ਤੁਕਾਂ ਹੁੰਦੀਆਂ, ਲੰਬੀਆਂ 4 ਤੁਕਾਂ ਕਹਿ ਦਿੰਦੇ ਆ। ਇੱਕ ਇੱਕ ਤੁਕ ਦੇ 4 ਅੱਗੇ ਉਹ ਆ ਜਾਂਦੇ, ਵਿਸ਼ਰਾਮ ਆ ਜਾਂਦੇ ਉਹਨਾਂ ਦੇ ਵਿੱਚ। ਜੀ। ਹਰੇਕ ਤੁਕ ਜੀ 4 ਵਿਸ਼ਰਾਮ ਆ ਜਾਂਦੇ ਆ। 31-32 ਲਗਭਗ ਵਰਨ ਹੁੰਦੇ ਆ ਇਹਦੇ ਚ। ਤੇ ਕਵਿਤ ਛੰਦ ਆਮ ਤੌਰ ਤੇ ਜਦੋਂ ਸ਼ੁਰੂਆਤ ਹੀ ਕੀਤੀ ਜਾਂਦੀ ਹੈ ਕਿਸੇ ਉਸ ਦੀ, ਇੱਕ ਤਾਂ ਸ਼ੁਰੂ ਚ ਹੀ ਇਹਨਾਂ ਨੂੰ ਜਿਵੇਂ ਪਹਿਲਾਂ ਦੋਹਰਾ ਲਾ ਦਿੰਦੇ ਆ, ਉਸ ਤੋਂ ਬਾਅਦ ਕਵਿਤ ਬੋਲਤਾ ਨਾਲ, ਫਿਰ ਇੱਕ ਤਾਂ ਕੋਰੜਾ ਛੰਦ ਬੋਲਤਾ। ਸ਼ੁਰੂ ਕਰਨ ਤੋਂ ਪਹਿਲਾਂ ਹੀ ਕਵੀਸ਼ਰੀ ਇੰਨੇ ਕੁ ਛੰਦ ਪਹਿਲਾਂ ਹੀ ਸੁਣਾ ਦਿੰਦੇ ਸੀ ਵੀ ਬੋਲਣ ਵਾਲੇ ਤੋਂ ਪਹਿਲਾਂ ਹੀ। ਜਾਣੀ ਕਿ ਜਦੋਂ ਸੁਖਰਾਜ ਨੇ ਲੱਗਣਾ ਹੁੰਦਾ ਉਦੋਂ ਪਹਿਲਾਂ ਅਸੀਂ 3-4 ਛੰਦ ਇਸ ਤਰ੍ਹਾਂ ਦੇ ਵੈਸੇ ਹੀ ਗਾ ਦਿੰਦੇ ਜੋ ਪ੍ਰੋਗਰਾਮ ਲਾਉਣਾ ਹੋਵੇ, ਕਿਉਂਕਿ ਆਮ ਕਵੀਸ਼ਰੀ ਦਾ ਪ੍ਰੋਗਰਾਮ ਹੈ ਉਹ 3-4 ਘੰਟਿਆਂ ਦਾ ਹੁੰਦਾ। ਸਾਡੇ ਹਰੇਕ ਤਾਂ ਜਿੱਥੇ ਵੀ 3 ਘੰਟੇ ਸਾਡੇ ਲੱਗ ਜਾਂਦੇ ਆ। ਰਾਤ ਵੀ ਅਸੀਂ ਹੁਣ ਜਨਮ ਅਸ਼ਟਮੀ ਤੇ ਲਾ ਕੇ ਆਏ ਆ, ਲਗਭਗ 3-3.5 ਘੰਟੇ ਉੱਥੇ। ਬਹੁਤ ਅੱਛਾ। ਤੋ ਜਿਹੜਾ ਇਹ ਕਵਿਤ ਹੈ, ਬਾਕੀ ਜਦੋਂ ਉਹ ਕਿੱਸਾ ਲਿਖਦੇ ਸੀਗੇ ਕਵੀ, ਤਾਂ ਵਿਚਾਲੇ ਜਿੱਥੇ ਉਹਨੂੰ ਪੂਰਾ ਕਰਨਾ ਹੁੰਦਾ, ਆਮ ਗੱਲ ਸਮਝਾਉਣੀ ਹੁੰਦੀ, ਤਾਂ ਉਹ ਕਵਿਤ ਲਿਖ ਦਿੰਦੇ ਉੱਥੇ, ਤਾਂ ਕਿ ਉਹਦੇ ਚ ਪਤਾ ਲੱਗ ਜੇ ਵੀ ਇਦੋਂ ਅੱਗੇ ਕੀ ਹੋਇਆ, ਇਦੋਂ ਅੱਗੇ। ਇਹਨੂੰ ਵੈਸੇ ਅਸੀਂ ਸ਼ੁਰੂ ਚ ਹੀ ਗਾ ਦਿੰਦੇ ਹੁੰਦੇ ਆ। ਓਏ ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੋਕ ਜੇ
ਜਵਾਈ ਭਾਈ ਸਾਊ ਚੰਗਾ ਪੁੱਤਰ ਕਮਾਊ ਚੰਗਾ ਟੱਬਰ ਸੰਗਾਊ ਚੰਗਾ ਝਿੜ ਕੇ ਤੋ ਰੁਕ ਜੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕਲੇ ਉੱਕ ਜੇ ਚੌਦਵੀਂ ਦਾ ਚੰਦ ਚੰਗਾ ਬਾਬੂ ਜੀ ਦਾ ਚੰਦ ਚੰਗਾ ਆਮਦਾ ਆਨੰਦ ਚੰਗਾ ਸੋਹਣੀ ਤੁੱਕ ਜੇ ਹੋ ਨਹਿਰ ਨੂੰ ਵਰਮ ਚੰਗੀ ਚਾਚ ਕੀ ਗਰਮ ਚੰਗੀ ਬੇਟ ਮਜੂਤ ਪੈਂਦੇ ਰਹਿਣ ਗੋਲੇ ਨੂੰ ਗੋੜ ਚੰਗਾ ਮਹਿਰੇ ਨੂੰ ਸਜਾਗ ਚੰਗਾ ਪੈਰੇ ਨੂੰ ਮਸਾਲਾ ਚੰਗਾ ਟੈਰੇ ਨੂੰ ਬਣੌਲੇ ਚੰਗੇ ਖੋਲੇ ਨੂੰ ਨਗਰ ਆਬਾਦ ਤੇ ਕਮਾਲ ਦਾ ਸਵਾਦ ਚੰਗਾ ਗਾਲਾਂ ਦਾ ਵਿਚੋਲੇ ਨੂੰ ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਆੜਬ ਸਪਾਹੀ ਚੰਗਾ ਆੜਬਾਂ ਦੇ ਟੋਲੇ ਨੂੰ ਤੇਰੇ ਦਾਰੇ ਆ ਕੇ ਘਾਟਾ ਰਹੇ ਕਿਸੇ ਚੀਜ਼ ਦਾ ਨਾ ਸਭ ਦੀ ਤੂੰ ਪੂਰੀ ਕਰੇ ਨੀੜ ਮੇਰੇ ਦਾਤਿਆ ਖੜ ਗਏ ਸਭਾ ਚ ਰੱਖ ਚਰਨਾਂ ਚ ਧਿਆਨ ਤੇਰੇ ਕਾਵਤਾ ਦੀ ਫਿੱਟ ਕਰ ਲੀੜ ਮੇਰੇ ਦਾਤਿਆ ਮੈਮਰੀ ਵਧਾ ਦੇ ਸਾਡੇ ਉਜਲੇ ਦਿਮਾਗ ਹੋਣ ਪੜ ਸੋਣ ਗਿਆਨ ਹੋ ਜੇ ਪੀੜ ਮੇਰਾ ਤਿਆ ਬੋੜ ਬਾਣ ਸੇਵਾ ਕਰੇ ਸਾਹਿਤ ਕਵੀ ਸ਼ਰੀ ਦੀ ਰੇਵਤੀ ਜਮੇਰ ਪੀੜ ਮੇਰੇ ਦਾਤਿਆ ਰੇਵਤੀ ਜਮੇਰ ਬੀਜਾ ਸੀੜ ਮੇਰੇ ਦਾਤਿਆ ਬਹੁਤ ਅੱਛਾ ਗਾਇਆ ਵੀ ਜਾਂਦਾ ਜੀ ਵੈਸੇ ਸ਼ੇਰ ਵਜੋਂ ਵੀ ਲਾ ਦਿੰਦੇ ਆ ਉਹ ਸਫਰਾਸ ਸੁਣਾ ਦਿੰਦੇ ਹਾਂ ਇੱਕ ਜਗਸੀਰ ਸਿੰਘ ਮੈਂ ਇਹਦੇ ਵਿੱਚ ਹੋਰ ਮੈਨੂੰ ਗੱਲ ਵਧੀਆ ਲੱਗਦੀ ਹੁੰਦੀ ਹੈ ਜਦੋਂ ਤੁਸੀਂ ਪੂਰੇ ਜਥੇ ਦੇ ਨਾਲ ਗਾਉਂਦੇ ਹੋ ਕਵਿਤ ਨੂੰ ਤਾਂ ਮਤਲਬ ਇੱਕ ਲਾਈਨ ਦੇ ਵਿੱਚੋਂ ਦੂਜਾ ਕਵੀ ਨਾਲ ਦੀ ਨਾਲ ਲਾਈਨ ਕੱਢ ਲੈਂਦਾ ਗਾਉਣ ਵੇਲੇ ਇਹ ਜਿਹੜਾ ਲਾਈਨ ਕੱਢ ਲੈਣਾ ਇਹ ਬੜਾ ਕਮਾਲ ਦਾ ਜਿਹੜਾ ਹੈਗਾ ਗਾਇਨ ਦੀ ਸ਼ੈਲੀ ਹੈ ਜੇ ਸਾਨੂੰ ਤੁਸੀਂ ਰਲ ਕੇ ਵੀ ਸੁਣਾ ਦਿਓ ਦੋਨੇ ਜਣੇ ਜੇ ਜੁੜ ਸਕਦੇ ਹੋ ਨਾਲ ਤਾਂ ਮੈਨੂੰ ਲੱਗਦਾ ਉਹ ਹੋਰ ਹੀ ਵੱਧ ਵਧੀਆ ਲੱਗੂਗਾ ਬਾਕੀ ਸੁਖਰਾਜ ਤੋਂ ਸੁਣਦੇ ਹਾਂ ਆਪਾਂ ਹਾਂਜੀ ਕਵਿਤਾ ਬਾਰੇ ਗੱਲ ਸੀ ਹਾਂਜੀ ਕਵਿਤ ਜਿਵੇਂ ਜਗਸੀਰ ਸੋ ਨੇ ਗਾਇਆ ਜੀ ਇਵੇਂ ਜਿਵੇਂ ਗਾਇਆ ਜਾਂਦਾ ਹੈ ਇਹ ਬਹੁਤ ਵਧੀਆ ਰਵਾਨਗੀ ਵਾਲਾ ਛੰਦ ਹੁੰਦਾ ਹੈ ਤੇ ਇਹਨੂੰ ਆਮ ਤੌਰ ਤੇ ਨਾ ਮੰਗਲਾਚਰਨ ਵਜੋਂ ਜ਼ਿਆਦਾ ਵਰਤਦੇ ਆ ਅਸੀਂ ਉਂਝ ਤਾਂ ਜਿਵੇਂ ਬਾਬੂ ਰਜਬਲੀ ਜੀ ਨੇ ਪਿੰਡਾਂ ਦੀ ਸਿਫਤ ਕਰੀ ਹੈ ਡੋਡੀ ਤੇ ਉਹ ਪਿੰਡਾਂ ਦੀ ਸਿਫਤ ਦੇ ਵਿੱਚ ਹਰੇਕ ਪਿੰਡ ਦੀਆਂ ਆਦਤਾਂ ਦਾ ਜ਼ਿਕਰ ਕਰਦੇ ਨੇ ਬਾਬੂ ਰਜਬਲੀ ਉਹ ਤੁਹਾਨੂੰ ਮੈਂ ਸੁਣਾਉਣ ਲੱਗਿਆ ਉਧਰਲੇ ਪਾਸੇ ਲੱਗਦੇ ਨੇ ਬਠਿੰਡੇ ਬੰਨੀ ਨਰੂਆਣਾ ਪਿੰਡ ਹੈ ਓਏ ਨਰੂਆਣੇ ਸਖੀ ਨਵੇਂ ਪਿੰਡ ਦੇ ਨਰਮ ਵਾਲੇ ਬਹਿਮਣ ਤੇ ਸੀਵੀਆਂ ਸ਼ਕੀਨਣ ਜਨਾਨੀਆਂ ਬਾਲ ਵਾਲਾ ਚੁੱਗਿਆਂ ਚ ਚੱਕਦੇ ਮੁਕੱਦਰਾਂ ਨੂੰ ਬੱਲੂ ਵਾਲੇ ਸੇਠ ਭਾਰੀ ਜੱਗ ਤੇ ਨਿਸ਼ਾਨੀਆਂ ਘੁੱਦੇ ਵਿੱਚ ਗੱਪੀ ਲੋਕ ਚੁੰਬੇ ਦੇ ਚਹੇਟੀ ਵਾਲੇ ਬਾਹੋ ਪਿੰਦੇ ਹੁੱਕਾ ਤੇ ਮੀਏ ਦੇ ਲਾਉਂਦੇ ਪਾਨੀਆਂ ਕਿਉਂ ਨਾ ਪਿੰਡ ਸੂਰਮਾ ਮਦਦ ਦੇਵੇ ਡਾਕੂਆਂ ਨੂੰ ਰਜਬਲੀ ਲੱਕੜਾਂ ਚਰਾਉਣ ਮਲਤਾਨੀਆਂ ਵਾਹ ਤੁੰਗ ਵਾਲੀ ਨੰਗ ਫੂਸ ਮੰਡੀ ਚ ਕਮਾਊ ਲੋਕ ਗਹਿਰੀ ਵਿੱਚ ਜੈਰੀ ਤੇ ਕਲੌਟੇ ਵਾਲੇ ਜੱਸੀ ਦੇ ਕੱਚੀ ਪੁੱਚੋ ਭਾਈ ਕੇ ਕਸ਼ਹਿਰਿਆਂ ਤੇ ਜੋਰ ਵਾਲਾ ਭਾਗੂ ਦੇ ਸਰੋ ਤੇ ਉਹ ਰੁੱਖੇ ਜੇ ਲੋਕ ਦੱਸੀ ਦੇ ਬੀਬੀ ਵਾਲੇ ਦੁੱਧ ਵਾਲਾ ਵੇਚਦੇ ਬਾਜ਼ਾਰਾਂ ਚ ਸ਼ਮੀਰ ਘਰ ਪਹਿਲਾਂ ਦਾ ਪਿਆਕ ਮਹਿਣੇ ਲੱਸੀ ਦੇ ਰਜਬਲੀ ਸੱਤ ਲੈਣਾ ਪੰਦੀਆਂ ਬਠਿੰਡੇ ਵਿੱਚ ਰੌਣਕ ਜ਼ਿਆਦਾ ਜੋ ਭੰਬੋਰ ਸ਼ਹਿਰ ਸੱਸੀ ਦੇ ਵਾਹ ਬਹੁਤ ਅੱਛਾ ਜੰਗੀ ਰਾਣੇ ਸ਼ਹਿਰੀ ਹਾਂਜੀ ਬਹੁਤ ਅੱਛੇ ਜੰਗੀ ਰਾਣੇ ਸ਼ਹਿਰੀ ਹਾਂਜੀ ਹਾਂਜੀ ਕਿਤੇ ਤੁਹਾਡਾ ਨੈਟਵਰਕ ਥੋੜਾ ਜਿਹਾ ਕਮਜ਼ੋਰ ਹੈ ਬਸ ਕਿਤੇ ਵਿੱਚੋਂ ਨਾ ਡਿਸਕਨੈਕਟ ਹੁੰਦਾ ਹੈ ਅੱਛਾ ਜੀ ਇਹ ਫਿਰ ਮੈਂ ਦੂਸਰੇ ਕਮਰੇ 'ਚ ਹੁੰਨਾ ਹਾਂ ਇਹਨੂੰ ਮਾੜਾ ਥੋੜਾ ਚੈੱਕ ਕਰੋ ਹਾਂਜੀ ਅੱਗੇ ਤੁਰੀਏ ਆਪਾਂ ਹਾਂਜੀ ਸਰ ਅਗਲਾ ਸਾਡਾ ਸਵਾਲ ਕਰਨ ਤੋਂ ਪਹਿਲਾਂ ਮੈਂ ਸਾਡੇ ਨਾਲ ਜੁੜੇ ਸਾਡੇ ਐਡਮਿਨ ਪੈਨਲ ਦੇ ਵਿੱਚੋਂ ਸੁਖਜੀਵਨ ਜੀ ਮਨਜਿੰਦਰ ਮੈਡਮ ਤੇ ਰੁਪਿੰਦਰ ਕੌਰ ਸੰਧੂ ਜੀ ਮੈਡਮ ਮਨਦੀਪ ਰਿੰਪੀ ਤੇ ਬਲਜਿੰਦਰ ਕੌਰ ਜੀ ਇਹਨਾਂ ਦਾ ਵੀ ਅਸੀਂ ਜੀ ਆਇਆਂ ਕਹਿੰਦੇ ਆ ਮੇਰਾ ਅਗਲਾ ਸਵਾਲ ਹੈ ਸਰ ਸੁਖਰਾਜ ਸਰ ਤੁਹਾਨੂੰ ਹੈ ਜੀ ਵੀ ਸਾਨੂੰ ਜਿਹੜਾ ਹੁੰਦਾ ਜੀ ਦਵਈਆ ਛੰਦ ਬਾਰੇ ਜਾਣਕਾਰੀ ਦਿਓ ਤੇ ਕਿਹੜੇ ਛੰਦ ਬਾਰੇ ਜੀ ਦਵਈਆ ਜੀ ਦਵਈਆ ਲਓ ਜੀ ਦਵਈਆ ਤੇ ਦੁਤਾਰਾ ਇਹ ਬਹੁਤ ਪਿਆਰੇ ਛੰਦ ਨੇ ਕਵੀਸ਼ਰੀ ਦੀ ਸ਼ਾਨ ਨੇ ਉਂਝ ਤਾਂ ਸਾਰੇ ਛੰਦ ਹੀ ਬਹੁਤ ਵਧੀਆ ਨੇ ਪਰ ਦਵਈਏ ਦਾ ਆਪਣਾ ਇੱਕ ਸਥਾਨ ਹੈ ਇਹ ਬੜਾ ਟਕਾ ਕੇ ਗਾਇਆ ਜਾਂਦਾ ਹੈ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਨੇ ਮਾਂ ਬਾਰੇ ਇੱਕ ਦਵਈਆ ਛੰਦ ਲਿਖਿਆ ਹੈ
ਕਿ ਮਾਂ ਦਾ ਬੱਚਿਆਂ ਨਾਲ ਕਿੰਨਾ ਪਿਆਰ ਹੁੰਦਾ ਹੈ। ਉਹ ਦੇਖੋ ਕਿਸ ਤਰ੍ਹਾਂ ਗਾਇਆ ਜਾਂਦਾ ਹੈ ਤੇ ਕਿਵੇਂ ਛੰਦ ਹੁੰਦਾ ਹੈ। ਹੋਏ ਬੱਚਿਆਂ ਦੀ ਆਈ ਮਰ ਜਾਣਾ, ਓਏ ਮਾਂ ਲਈ ਗੱਲ ਮਾਮੂਲੀ, ਪਾਲਣ ਪੋਸ਼ਣ ਦੀ ਕੀਮਤ ਨਾ ਅਮੜੀ ਕਿਸੇ ਵਸੂਲੀ, ਜਲ ਜੀਵਾਂ ਤੋਂ ਕਦੇ ਕਰਾਇਆ ਮੰਗਿਆ ਨੀ ਦਰਿਆਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਓਏ ਮਾਵਾਂ ਠੰਡੀਆਂ ਛਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਓਏ ਮਾਵਾਂ ਠੰਡੀਆਂ ਛਾਵਾਂ, ਭੁੱਲ ਭੁਲੇਖੇ ਜ਼ਰਾ ਕੁੱਠੇ ਡਾਜੇ ਬੱਚੇ ਦੇ ਬੱਜੇ, ਮੂੰਹ ਦੀ ਬੁਰਕੀ ਛੱਡ ਵਿਚਾਲੇ ਫੌਰਨ ਉਤਰ ਭੱਜੇ, ਪਹਿਲਾ ਲਫ਼ਜ਼ ਜ਼ੁਬਾਨੋਂ ਨਿਕਲੇ ਆਏ ਹੈ ਮੈਂ ਮਰ ਜਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਓਏ ਮਾਵਾਂ ਠੰਡੀਆਂ ਛਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਓਏ ਮਾਵਾਂ ਠੰਡੀਆਂ ਛਾਵਾਂ। ਬਹੁਤ ਅੱਛੇ ਸੁਖਰਾਜ। ਹਾਂਜੀ, ਇਹ ਦਵਈਆ ਛੰਦ ਹੈ। ਇਹਨੂੰ ਗਾਉਣ ਦੇ ਉਹੀ ਗੱਲ ਆਪਦੇ ਆਪਦੇ ਢੰਗ ਨਾਲ, ਹੋਰ ਢੰਗ ਨਾਲ ਰਵਾਨਗੀ 'ਚ ਵੀ ਗਾਇਆ ਜਾਂਦਾ ਹੈ। ਓਏ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ, ਪਹਿਲਾ ਲਫ਼ਜ਼ ਜ਼ੁਬਾਨੋਂ ਨਿਕਲੇ ਆਏ ਹੈ ਮੈਂ ਮਰ ਜਾਵਾਂ, ਦੇਖਣ ਵਿੱਚ ਪੱਥਰ ਦਿਲ ਹੋਵੇ ਹੱਥੋਂ ਬਹੁਤੀ ਖਰਬੀ, ਪੁੱਤ ਦੇ ਦੀਵੇ ਦੇ ਵਿੱਚ ਪਾ ਦੇ ਕੱਢ ਕੇ ਆਪਣੀ ਚਰਬੀ, ਮਰੀ ਜਿਉਂਦੀ ਮਾਂ ਨੂੰ ਪਾਰਸ ਨਿਉ ਨਿਉ ਸੀਸ ਨਵਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ। ਵਾਹ, ਜਿਉਂਦੇ ਬਸਦੇ ਰਹੋ। ਬਹੁਤ ਕਮਾਲ, ਬਹੁਤ ਵਧੀਆ, ਮਿਹਰਬਾਨੀ। ਐਂ ਵੀ ਗਾ ਲਿਓ, ਇਸੇ ਤਰ੍ਹਾਂ ਵੀ ਗਾਇਆ ਜਾਂਦਾ ਇਹਨੂੰ। ਓਏ ਹੋਰ ਵਸਤ ਨਾ ਦੂਜੀ ਮਾਂ ਦੀ ਮਮਤਾ ਵਰਗੀ, ਸਰਵਣ ਦੀ ਮਾਂ ਅੰਨੀ ਹੋ ਕੇ ਨਾਲ ਪੁੱਤਰ ਦੇ ਮਰਗੀ, ਇਹੋ ਜਿਹੀਆਂ ਵਿੱਚ ਜਗਤ ਦੇ ਪੁੱਤ ਜਨਮ ਦੀਆਂ ਟਾਵਾਂ, ਹੁੰਦੀਆਂ ਹਲਮਾ ਦੀ ਮੂਰਤ ਮਾਵਾਂ ਠੰਡੀਆਂ ਠੰਡੀਆਂ ਛਾਵਾਂ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਸਾਡਾ ਜੂਮ ਕਵਿਸ਼ਰੀ ਦੇ ਹਾਣ ਦਾ ਨਹੀਂ ਹੋਇਆ ਜੀ। ਇਹਦੇ ਤਾਂ ਬਹੁਤ ਲੱਗੀ ਜਾਂਦੀ ਹੈ ਜੀ, ਜਿੰਨੀਆਂ ਮਰਜ਼ੀ ਲਾਈ ਚਲੋ, ਇਹਨੇ ਤਾਂ ਐ ਲੱਗਦਾ। ਹਾਂ, ਬਿਲਕੁਲ 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 ਬਿਲਕੁਲ। ਹੋਰ ਵਸਤ ਨਾ ਸਿਰਜੀ ਦੂਜੀ ਦੀ ਮਮਤਾ ਵਰਗੀ ਜੀ, ਥੋੜਾ ਬਹੁਤਾ ਕਹਿ ਲਾ ਦਿੰਦੇ। ਬਹੁਤ ਅੱਛੀ, ਬਹੁਤ ਅੱਛੀ। ਆਪਦੇ ਹਿਸਾਬ ਤੇ ਜੀ। ਜਿਹੜੀ ਹਾਸ਼ਮ ਦਾ ਕਿੱਸਾ ਹੈ ਸੱਸੀ, ਇਹ ਮਤਲਬ ਇਹਦੀ ਵਿਸ਼ੇਸ਼ਤਾ, ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹੀ ਹੈ ਕਿ ਦਵਈਆ ਛੰਦ ਦੇ ਵਿੱਚ ਲਿਖਿਆ ਗਿਆ, ਜਦੋਂ ਕਿ ਵਾਰਿਸ਼ਾਂ ਦੀ ਹੀਰ ਬੈਨ ਦੇ ਵਿੱਚ ਲਿਖੀ ਗਈ ਹੈ। ਤੇ ਜਦੋਂ ਮਤਲਬ ਉਹ ਸੱਸੀ ਗਾਈ ਜਾਂਦੀ ਹੈ ਤਾਂ ਜਿਹੜਾ ਦਰਦ ਨਿਕਲਦਾ ਹੈ ਦਵਈਆ ਛੰਦ ਰਾਹੀਂ, ਉਹ ਬਹੁਤ ਕਮਾਲ ਦਾ ਹੈ। ਮੇਰੇ ਲਾਈਨਾਂ ਉਸ ਵੇਲੇ ਦੀਆਂ ਯਾਦ ਨੇ, ਜਦੋਂ ਮਤਲਬ ਮੈਂ ਪੜ੍ਹਦਾ ਹੁੰਦਾ ਸੀ ਕਾਲਜ ਦੇ ਵਿੱਚ। ਸਾਡਾ ਟੀਚਰ ਇੱਕ ਪੜ੍ਹਾਉਂਦਾ ਹੁੰਦਾ ਸੀ ਪੰਜਾਬੀ, ਉਹਨੇ ਹਾਸ਼ਮ ਦੀ ਜੋ ਸੱਸੀ ਪੜ੍ਹਾਈ ਤਾਂ ਉਹ ਲਾਈਨਾਂ ਸੁਣਾਉਂਦੇ ਹੁੰਦੇ ਸੀ ਕਿ ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਲਾਲੂ ਰੇ ਤਪੇ ਵਿੱਚ ਥਲਦੇ ਜਿਉਂ ਜੌਂ ਭੁੰਨਣ ਪਠਿਆਰੇ, ਸੂਰਜ ਭੱਜ ਵੜਿਆ ਵਿੱਚ ਬੱਦਲੀ ਡਰਦਾ ਲਿਸ਼ਕ ਨਾ ਮਾਰੇ, ਹਾਸ਼ਮ ਵੇਖ ਯਕੀਨ ਸੱਸੀ ਦਾ ਸਿਦਕੋ ਮੂਲ ਨਾ ਹਾਰੇ। ਸੋ ਬਹੁਤ ਕਮਾਲ ਹੈ, ਦਵਈਆ ਛੰਦ ਬਹੁਤ ਖੂਬਸੂਰਤ ਛੰਦ ਹੈ ਜੀ। ਹਾਂਜੀ ਸਰ, ਧੰਨਵਾਦ ਸਰ। ਛੰਦ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਸਵਾਲ ਹੈ ਕਿ ਜਿਵੇਂ ਕਵਿਸ਼ਰੀ ਦੀ ਗੱਲ ਚੱਲੀ ਆ ਤੇ ਨਾਲ ਹੀ ਆਪਾਂ ਕਵਿਸ਼ਰੀ ਦੀ ਗੱਲ ਕਰ ਰਹੇ ਹਾਂ ਤੇ ਵਾਰ ਗਾਇਨ ਦੀ ਗੱਲ ਕੀਤੀ ਆ, ਕਿ ਵਾਰ ਗਾਇਨ ਤੇ ਕਵਿਸ਼ਰੀ ਦੋਨੋਂ ਬੀਰਸੀ ਹੀ ਗਾਈਆਂ ਜਾਂਦੀਆਂ ਨੇ ਜਾਂ ਕਵਿਸ਼ਰੀ ਦੇ ਵਿੱਚ ਹੋਰ ਰਸ ਵੀ ਜਿਹੜੇ ਆ ਉਹ ਵਰਤੇ ਜਾਂਦੇ? ਜਿਹੜੀ ਵਾਰ ਹੈ ਨਾ, ਵਾਰ ਤਾਂ ਛੰਦ ਮਤਲਬ ਕਾਵਿ ਰੂਪ ਹੈ ਬੇਸਿਕਲੀ, ਵਾਰ ਛੰਦ ਨਹੀਂ ਹੈਗਾ। ਇਹ ਤਾਂ ਕਾਵਿ ਰੂਪ ਹੈ ਹੀ ਬੀਰ ਰਸ ਦੇ ਵਿੱਚੋਂ ਪੈਦਾ ਹੋਇਆ ਵਾਰ ਤਾਂ। ਇਹਦਾ ਮਤਲਬ ਇੱਕੋ ਇੱਕ ਮਕਸਦੀ ਬੀਰ ਰਸ ਹੈ, ਜਦੋਂ ਕਿ ਕਵਿਸ਼ਰੀ ਦੇ ਵਿੱਚ ਸਾਰੇ ਰਸ ਨੇ। ਕਵਿਸ਼ਰੀ ਇੱਕ ਮੁਕੰਮਲ ਪਰੰਪਰਾ ਹੈ ਪੂਰੀ ਦੀ ਪੂਰੀ, ਜਿਹਦੇ ਵਿੱਚ ਮਤਲਬ ਹੱਸਣ ਤੋਂ ਲੈ ਕੇ ਕਰੁਣਾ ਰਸ, ਬੀਰ ਰਸ, ਹਾਸ ਰਸ, ਭਿਆਨਕ ਰਸ, ਰੌਦਰ ਰਸ, ਸ਼ਾਂਤ ਰਸ, ਸ਼ਿੰਗਾਰ ਰਸ, ਸਾਰੇ ਰਸ ਨੇ ਕਵਿਸ਼ਰੀ ਦੇ ਵਿੱਚ।
ਹਰੇਕ ਰੰਗ ਹੈ, ਮਤਲਬ ਜਦੋਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਇਹ ਇੱਕ ਕਿਸਮ ਦੀ ਪਰਫਾਰਮਿੰਗ ਆਰਟਸ ਹੈ, ਇੱਕ ਕਿਸਮ ਦਾ ਨਾਟਕ ਹੈ। ਤੇ ਜਦੋਂ ਕਵੀਸ਼ਰ 3 ਘੰਟੇ ਜਿਵੇਂ ਕਹਿੰਦੇ ਨੇ ਕਿ ਅਸੀਂ ਪੂਰਾ ਅਖਾੜਾ ਲਾਉਨੇ ਆ, ਉਹਨਾਂ 3 ਘੰਟਿਆਂ ਦੇ ਵਿੱਚ ਕੋਈ ਇੱਕ ਕਥਾ ਕੰਪਲੀਟ ਕੀਤੀ ਜਾਂਦੀ ਹੈ, ਤੇ ਉਹ ਕਥਾ ਦੇ ਫਿਰ ਸਾਰੇ ਰੂਪ, ਉਹ ਕਥਾ ਦੇ ਵਿੱਚ ਕਿਤੇ ਕਰੁਣਾ ਰਸ ਆਉਂਦਾ ਹੈ, ਕਿਤੇ ਵੀਰ ਰਸ ਆਉਂਦਾ ਹੈ, ਕਿਤੇ ਹਾਸ ਰਸ ਆਉਂਦਾ ਹੈ। ਰਸ ਆਉਂਦਾ ਹੈ, ਕਿਤੇ ਹਾਸ ਰਸ ਆਉਂਦਾ ਹੈ। ਫਿਰ ਉਹ ਸਾਰੇ ਰਸਾਂ ਨੂੰ ਅਲੱਗ-ਅਲੱਗ ਛੰਦਾਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਪਰੰਪਰਾ ਹੈ, ਜਿਹਦੇ ਵਿੱਚ ਹਰ ਰੰਗ, ਹਰ ਰਸ ਤੇ ਹਰ ਜਿਹੜਾ ਹੈਗਾ ਇਹ ਕਹਿ ਲਈਏ ਕਿ ਭਾਵ ਇਹਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਜੀ ਸਰ, ਮੈਂ ਅਸਲ 'ਚ ਤਾਂ ਹੀ ਪੁੱਛਿਆ ਕਿ ਇਹ ਆਪਣੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਜਿੰਨੀਆਂ ਵੀ ਕਵੀਸ਼ਰੀ ਦਾ ਆਪਾਂ ਗਾਇਨ ਕੀਤਾ ਜਾ ਰਿਹਾ, ਖਾਸ ਰਸ ਦੇ ਵਿੱਚ ਵੀ ਕੋਈ ਵੰਨਗੀ ਕੋਈ ਸਾਡੇ ਸਰੋਤਿਆਂ ਸਾਹਮਣੇ ਪੇਸ਼ ਕੀਤੀ ਜਾਵੇ, ਕਿਸੇ ਵੀ ਛੰਦ ਦੇ ਵਿੱਚ ਹੋਵੇ, ਖਾਸ ਰਸ ਦੀ ਕੋਈ ਵੀ ਵੰਨਗੀ। ਸੁਖਰਾਜ ਕੋਲੇ ਬਥੇਰੀਆਂ ਨੇ ਹਾਸ ਰਸ ਵਾਲੀਆਂ। ਕਿਸੇ ਵੀ ਛੰਦ ਹਾਂਜੀ। ਦੇ ਹਾਸ ਰਸ ਦਾ ਛੰਦ ਇਹ ਹੈ ਕਿ ਇਹ ਨਾ ਸਾਡਾ ਇਹਨੇ ਇੱਕ ਸ਼ਬਦ ਅਸੀਂ ਵਰਤਦੇ ਹਾਂ, ਡੀਠ ਵਰਨ ਜੀ। ਡੀਠ ਵਰਨ ਦਾ ਮਤਲਬ ਹੈ ਜਿਹੋ ਜਿਹਾ ਡਿੱਠਾ ਦੇਖ ਲਿਆ ਉਹੇ ਜਿਹਾ ਵਰਣਨ ਕਰਤਾ ਅੱਗੇ। ਪੁਰਾਣੇ ਸਮੇਂ 'ਚ ਜਦੋਂ ਸਾਖਰਤਾ ਦੀ ਲਹਿਰ ਚੱਲੀ ਤੇ ਸਾਨੂੰ ਕਿਹਾ ਗਿਆ ਵੀ ਤੁਸੀਂ ਬੁੜੀ ਤੇ ਬੁੜੀਆਂ ਨੂੰ ਪੜ੍ਹਾਓ, ਬੱਚਿਆਂ ਨੂੰ ਭਾਵੇਂ ਤੁਸੀਂ ਮਹੀਨਾ ਨਾ ਪੜ੍ਹਾਓ ਹਜੇ, ਤਾਂ ਉਹ ਜਦੋਂ ਬੁੜਿਆਂ ਨੂੰ ਤੇ ਬੁੜੀਆਂ ਨੂੰ ਪੜ੍ਹਾਉਣ ਵਾਸਤੇ ਅਸੀਂ ਸ਼ੁਰੂ ਕੀਤਾ ਨਾ ਉਹਦਾ ਮਟੀਰੀਅਲ, ਉਹ ਮਟੀਰੀਅਲ ਜਿਹੜੇ ਉਹਨਾਂ ਨੂੰ ਕਾਇਦੇ ਦਿੱਤੇ ਗਏ ਉਹ ਊੜਾ ਉੱਠ ਤੋਂ ਨਹੀਂ ਸ਼ੁਰੂ ਹੁੰਦੇ ਸੀ, ਉਹ ਬੱਬਾ ਬਲਦ ਤੋਂ ਸ਼ੁਰੂ ਹੁੰਦੇ ਸੀ। ਤੇ ਮਜ਼ਾਕ ਵਾਲੀ ਗੱਲ ਇਹ ਹੋਈ ਵੀ ਬੱਬਾ ਬਲਦ ਵਾਲੀ ਥਾਂ ਤੇ ਫੋਟੋ ਢੱਠੇ ਦੀ ਛਪ ਗਈ, ਕੋਈ ਬਜ਼ੁਰਗ ਜਾਂ ਬੁੜੀ ਨਾ ਆਖੇ ਵੀ ਬੱਬਾ ਬਲਦ, ਆਖਣ ਬੱਬਾ ਢੱਠਾ। ਤੇ ਉੱਥੇ ਅਸੀਂ ਇੱਕ ਛੰਦ ਹੋਂਦ 'ਚ ਆਇਆ, ਕਵੀਸ਼ਰਾਂ ਨੇ ਲਿਖਿਆ, ਉਹ ਅਸੀਂ ਗਾਉਂਦੇ ਆ ਕਿ ਦੋ ਨੂੰਹਾਂ ਆਪਦੇ ਬਜ਼ੁਰਗਾਂ ਦੀ ਨੁਕਤਾਚੀਨੀ ਕਰਦੀਆਂ ਨੇ ਵੀ ਭੈਣੇ ਸਾਡਾ ਬਜ਼ੁਰਗ ਦੇਖ ਲੈ ਹੁਣ 70-80 ਸਾਲ ਦਾ ਹੋ ਗਿਆ ਸਾਡਾ ਬਾਪੂ ਜੀ, ਉਹ ਹੁਣ ਪੜ੍ਹਨ ਜਾਂਦਾ ਹੈ, ਉਹਨੂੰ ਹੁਣ ਪੜ੍ਹਨ ਦਾ ਟਾਈਮ ਮਿਲਿਆ। ਦੂਜੀ ਕਹਿੰਦੀ ਵੀ ਮੇਰੀ ਸੱਸ ਜਿਵੇਂ ਸਾਡੀ ਬੇਬੇ ਜੀ, ਉਹ ਹੁਣ ਪੜ੍ਹਨ ਜਾਂਦੀ ਹੈ। ਤੇ ਉਹ ਜਿਵੇਂ ਗੱਲਾਂ ਕਰਦੀਆਂ ਨੇ, ਉਹਦਾ ਇੱਕ ਹਾਸ ਰਸ ਛੰਦ ਲਿਖਿਆ ਗਿਆ ਹੈ। ਹੋਏ ਆ ਗਿਆ ਨਵਾਂ ਜ਼ਮਾਨਾ, ਪੈ ਗਿਆ ਜ਼ੋਰ ਪੜ੍ਹਾਈ ਦਾ, ਮਾਸਟਰ ਨਵੇਂ ਮੰਗਾ ਲਏ, ਸਕੂਲ ਬਣਾ ਲਿਆ ਥਾਈ ਦਾ, ਕੁਰਬਲ ਹੋਵੇ ਤੈਨੂੰ ਦੱਸਾਂ ਹਵਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਅੱਖਰ ਜਦੋਂ ਬੁਲਾਉਂਦੇ ਬੋਲਣ ਲਫ਼ਜ਼ ਕਸੂਤਾ ਨੀ, ਦੰਦ ਝਾੜਨਾ ਕੋਈ ਬਾਂਦਰ ਵਰਗਾ ਬੂਥਾ ਨੀ। ਉਹ ਜੀਭ ਖਾਕ ਨਾ ਵੱਜਦੀ ਖੜਕੇ ਜੋ ਕੜਿਆਲ ਕੁੜੇ, 70 ਸਾਲੇ ਪੜ੍ਹਦੇ ਦੇ ਵੇਖ ਕਮਾਲ ਕੁੜੇ। ਕਹਿੰਦੀ ਕਾਇਦਾ ਫੱਟੀ ਚੱਕ ਕੇ ਤੁਰਦੇ ਕਰਦੇ ਲੋੜਾ ਨੀ, ਊੜਾ ਕਹਿੰਦੇ ਬੋਤਾ ਆੜਾ ਕਹਿੰਦੇ ਕੋੜਾ ਨੀ। ਉਹ ਬੋਲਣ ਜਦੋਂ ਪਹਾੜੇ ਖੜਕੇ ਪਾਲੋ ਪਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਸਾਡਾ ਬਾਪੂ ਬੇੜੇ ਦੇ ਵਿੱਚ ਰਾਖ ਵਿਛਾਉਂਦਾ ਹੈ, ਉਹ ਸਵਾਹ ਵਿਛਾਉਂਦਾ ਹੈ, ਚੱਕ ਦਿਓ ਭਾਈ ਚਰਖਾ ਮੇਰਾ ਊੜਾ ਆਉਂਦਾ ਹੈ। ਉਹ ਪਿਆ ਅਜੇ ਨੀ ਆੜਾ, ਲਾਤਾ ਫਿਰਨੀ ਨਾਲ ਕੁੜੇ, ਲਾਤਾ ਫਿਰਨੀ ਨਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਹੁਣ ਡੰਗਰ ਨਹੀਂ ਚਰਦੇ, ਆ ਕੇ ਰੋਜ਼ ਘਰੇ ਲੜਦਾ, ਪਰ ਸਮਰਾਈਆਂ ਅੱਖਾਂ ਐਤਕੀ ਬਾਪੂ ਜੀ ਪੜਦਾ। ਉਹ ਦਿਸੇ ਅੱਖਾਂ ਤੋਂ ਥੋੜਾ ਮੂਰੇ ਡਿੱਗਦੇ ਵਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਕਹਿੰਦੀ ਕਾਹਦੀਆਂ ਇਹ ਪੜ੍ਹਾਈਆਂ ਹੋਈ ਪਈ ਐ ਬਸ ਕੁੜੇ, ਤੇਰਾ ਪੜ੍ਹਦਾ ਸਹੁਰਾ ਮੇਰੀ ਪੜ੍ਹਦੀ ਸੱਸ ਕੁੜੇ। ਓਏ ਉਹ ਵੀ ਕਹਿੰਦੀ ਪੜ੍ਹ ਕੇ ਮੈਂ ਹੋ ਗਈ ਨਿਹਾਲ ਕੁੜੇ, 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ। ਉਹ ਵੀ ਵਿਦਿਆਰਥੀ ਹੋ ਗਏ ਹੁਣ ਪੋਤਿਆਂ ਦੇ ਬਾਬੇ ਨੇ, ਜਿੰਨੇ ਸੀ ਬੇਕਾਰ ਪੜ੍ਹਨੇ ਉਹ ਸਾਰੇ ਲਾਗੇ ਨੇ। ਉਹ ਜੱਗ ਦੇ ਛੰਦ ਲਿਖੇ ਨੇ ਵਰਨ ਕਚਾਲ ਕੁੜੇ, ਲਿਖੇ ਨੇ ਵਰਨ ਕਚਾਲ ਕੁੜੇ। 70 ਸਾਲੇ ਪੜ੍ਹਦੇ, 70 ਸਾਲੇ ਪੜ੍ਹਦੇ ਵੇਖ ਕਮਾਲ ਕੁੜੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
ਮਤਲਬ ਹਾਸਰਸ ਜਿਵੇਂ ਇਹਨਾਂ ਨੇ ਦੱਸਿਆ ਧਾਮੀ ਸਾਹਿਬ, ਹਾਸਰਸ ਤੱਕ ਪੰਜਾਬ ਦੀ ਕਵਿਸ਼ਰੀ ਪਰੰਪਰਾ ਬਹੁਤ ਜ਼ਿਆਦਾ ਹੈ। ਜਦੋਂ ਵੀ ਕਿਤੇ ਅਖਾੜੇ ਲੱਗਦੇ ਸੀ ਤਾਂ ਹਾਸਰਸ ਤੋਂ ਬਿਨਾਂ ਤਾਂ ਅਖਾੜਾ ਸੰਪੰਨ ਹੁੰਦਾ ਹੀ ਨਹੀਂ ਸੀ। ਮੇਰੇ ਨਿੱਕੇ ਹੁੰਦੇ ਬਚਪਨ ਦੇ ਵਿੱਚ ਮੈਂ ਦੇਖਦਾ ਰਿਹਾ, ਮਤਲਬ ਅਖੀਰ ਤੇ ਜਾ ਕੇ ਫਿਰ ਕਵਿਸ਼ਰ ਹਾਸੇ ਵਾਲੇ ਰੰਗ ਬੰਨ ਦਿੰਦੇ ਸੀ, ਬਾਪੂ ਜੀ ਡੱਕਾ ਤੋੜੀ ਨਾ ਤੂੰ 24 ਘੰਟੇ ਵਿਹਲਾ, ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਹੋਰ ਸੀ। ਮਤਲਬ ਇੱਕ ਪੈਗ ਪਿਆ ਤਾਂ ਦਰਜੀ ਵਿਚਾਰੇ ਨੂੰ ਕੁੜਤੀ ਦੇ ਬਟਨ ਠੋਕਦੇ ਗਰਾਰੇ ਨੂੰ, ਬਹੂ ਨੂੰ ਕਹਿੰਦਾ ਚਾਚੀ ਦੇ ਕਾਜ ਕਰਦੇ, ਦਾਰੂ ਪੀ ਕੇ ਜਾਤਾਂ ਨੂੰ ਜੱਗਰ ਕਰਦੇ। ਮੇਰੇ ਯਾਦ ਨੇ ਬਚਪਨ ਦੇ ਮਤਲਬ ਜਿਹੜੇ ਸੁਣੇ ਹੋਏ ਸੀ ਹਾਸਰਸੀ ਛੰਦ। ਸੋ ਬਹੁਤ ਕੁਛ ਹੈ, ਹਾਸਰਸ ਤਾਂ ਕਵਿਸ਼ਰੀ ਦੇ ਹਰ ਛੰਦ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜੀ। ਬਾਕੀ ਕਵਿਸ਼ਰੀ ਦਾ ਅਖਾੜਾ ਜਦੋਂ ਲੱਗਿਆ ਹੋਵੇ ਨਾ ਜੀ, ਤੁਸੀਂ ਇਹਦੇ ਚ ਜਦੋਂ ਕੋਈ ਵਿਰਾਗ ਦੀ ਗੱਲ ਆ ਗਈ ਤਾਂ ਰੋਂਦਿਆਂ ਨੂੰ ਵੀ ਦੇਖੋਗੇ, ਲੋਕਾਂ ਨੂੰ ਇੰਨਾ ਵਿਰਾਗ ਚ ਆ ਜਾਂਦਾ, ਸਟੋਰੀ ਨਾਲ ਇੰਨਾ ਜੁੜ ਜਾਂਦੇ ਆ। ਬਿਲਕੁਲ ਬਿਲਕੁਲ। ਉਹਨਾਂ ਨੂੰ ਹਸਾਉਣਾ ਵੀ ਪੈਂਦਾ ਪਿੱਛੋਂ, ਜਾਣੀ ਕਿ ਹਰੇਕ ਰਸ ਉਹਦੇ ਚ ਲੈ ਕੇ ਆਉਣਾ ਪੈਂਦਾ। ਜਿਵੇਂ ਡਾਕਟਰ ਸਾਹਿਬ ਨੇ ਨਾਟਕੀ ਵਾਲੀ ਗੱਲ ਕੀਤੀ ਨਾ, ਵੀ ਨਾਟਕ ਇੰਨਾ ਹੈ। ਸਾਡੇ ਪਿੰਡ ਦੇ ਹੁੰਦੇ ਸੀ ਪੰਡਿਤ ਸ਼ਿਵਰਾਮ ਢੱਡੇ, ਉਹਨਾਂ ਕੋਲ ਇੱਕ ਪਰਨਾ ਹੁੰਦਾ ਹੱਥ ਚ, ਤੇ ਉਹ ਪਰਨੇ ਨਾਲ ਹੀ ਉਸੇ ਨਾਲ ਹੀ ਉਹਨੇ ਉਹਨੂੰ ਮੁੰਡਾ ਬਣਾ ਲੈਣਾ, ਉਸੇ ਨਾਲ ਹੀ ਸਿਰ ਤੇ ਐ ਲੈ ਕੇ ਉਹਨੂੰ ਆਪਦਾ, ਜੇ ਉਹਨੇ ਆਪਦਾ ਬੁੜੀ ਦਾ ਰੋਲ ਕਰਨਾ ਤਾਂ ਉਵੇਂ ਉਹ ਰੋਲ ਉਹਦੇ ਨਾਲ ਕਰਨ ਲੱਗ ਜਾਂਦਾ। ਹਰੇਕ ਰੋਲ ਉਹਨੇ ਪਰਨੇ ਨਾਲ ਕਰ ਦੇਣੇ ਹੁੰਦੇ ਸੀਗੇ, ਐ ਵੀ ਸਟੇਜ ਦੇ ਉੱਪਰ ਹੀ ਉਹ ਸਾਰੇ ਰੋਲ ਕਰ ਦਿਖਾਈ ਜਾਂਦੇ, ਲੋਕ ਇੰਨਾ ਜੋੜ ਲੈਂਦੇ ਲੋਕਾਂ। ਬਿਲਕੁਲ ਬਿਲਕੁਲ। ਮੈਂ ਆਪਣੀ PhD ਦੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਜਿਹੜੀ ਇਹ ਤਿੰਨੇ ਪਰੰਪਰਾਵਾਂ ਨੇ ਸਾਡੀਆਂ, ਇਹ ਸਾਡਾ ਇਹ ਲੋਕ ਨਾਟਕ ਪਰੰਪਰਾ ਦਾ ਹਿੱਸਾ ਵੀ ਨੇ। ਤਿੰਨੇ ਮਤਲਬ ਕੱਲੀਆਂ ਗਾਇਨ ਪਰੰਪਰਾ ਨਹੀਂ, ਨਾਟਕ ਪਰੰਪਰਾ ਦਾ ਹਿੱਸਾ ਵੀ ਨੇ। ਇਹ ਆਪਣੇ ਆਪ ਦੇ ਵਿੱਚ ਪਰਫਾਰਮਿੰਗ ਆਰਟਸ ਨੇ। ਅਗਲਾ ਸਵਾਲ ਜਗੀਰ ਸਾਹਿਬ ਤੁਹਾਨੂੰ ਹੀ ਆ, 72 ਕਲਾ ਛੰਦ ਦੀ ਕੋਈ ਵੰਨਗੀ ਤੇ 72 ਕਲਾ ਛੰਦ ਕੀ ਹੁੰਦਾ ਹੈ, ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ। ਹਾਂਜੀ, 72 ਕਲਾ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸੀਗਾ, ਇਹ ਬਾਬੂ ਰਾਜਬਲੀ ਹੋਰਾਂ ਨੇ, ਉਹਨਾਂ ਨੇ ਇਹਦੀ ਕਾਢ ਕੱਢੀ ਆ। ਤੇ ਵੈਸੇ ਉਹ ਤੋਂ ਬਾਅਦ ਇੱਕ ਮਾਗੀ ਸਿੰਘ ਗਿੱਲ ਹੁੰਦੇ ਸੀ, ਵੈਸੇ 74 ਕਲਾ ਵੀ ਲਿਖਿਆ ਸੀਗਾ, ਪਰ 72 ਕਲਾ ਦਾ ਜ਼ਿਆਦਾ ਪ੍ਰਚਲਿਤ ਹੋਇਆ। ਉਹਦੇ ਚ 72 ਵਰਨ ਆ ਜਾਂਦੇ ਆ ਇੱਕ ਉਹਦੇ ਚ ਹੀ, ਤੇ ਉਵੇਂ ਉਹ ਗਾਈ ਜਾਂਦੀ ਹੈ। ਵੈਸੇ ਉਹ ਯਾਦ ਕਰਨਾ ਵੀ ਬਹੁਤ ਔਖਾ ਹੈ, ਲਿਖਣਾ ਵੀ ਔਖਾ ਹੈ, ਤੇ ਉਹਦੀ ਮੰਗ ਵੀ ਹਰੇਕ ਥਾਂ ਕੀਤੀ ਜਾਂਦੀ ਹੈ। ਜਿੱਥੇ ਤੁਸੀਂ ਉਹ ਕਰੋਗੇ ਜਾ ਕੇ ਅਗਲਾ ਕਹਿਣਗੇ, ਜਾਣ ਕੇ ਆਪਾਂ ਕਹਿ ਦਈਏ ਜਿਵੇਂ ਅੜਾਉਣ ਵਾਸਤੇ ਵੀ ਕਹਿ ਦਿੰਦੇ 72 ਇੱਕ ਅੱਧਾ ਕਰਨਾ ਪੈਂਦਾ ਕਵਿਸ਼ਰਾਂ ਨੂੰ। ਜਿਵੇਂ ਇੱਕ ਸਾਡਾ ਹੁਣੀ ਕੱਲ ਹੀ ਅਸੀਂ ਉਹ ਕੀਤਾ, ਮਾਰਕੀਟ ਚ ਦਿੱਤਾ, ਤੇ ਉਹ ਹੈਗਾ ਕਲਮਾਂ, ਜਿਹੜੇ ਕਲਮਾਂ ਵਾਲੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਹੋਈਆਂ ਉਹਦੇ ਚ। ਉਹ ਸੁਣ ਕਵੀਓ ਸਾਹਿਤਕਾਰੋ, ਕਲਮ ਨੂੰ ਮੋੜੋ, ਚੰਗੇ ਕਿਸੇ ਜੋੜੋ, ਘਰੇ ਨਾ ਸੁਣ ਸਕੀਏ ਐਸਾ ਕਿਉਂ ਰਚੀਏ, ਧੀਆਂ ਵਿੱਚ ਬੈਠ ਸੰਗ ਆਵੇ, ਬੋਲ ਥੋੜਾ ਜਿਉਂਦੇ ਨੇ ਗਾਇਕ ਭਾਵੇਂ ਚੰਗਾ ਗੀਤ ਹੋਵੇ, ਗੰਦਾ ਭਰੇ ਬੇਸ਼ਰਮੀ ਗੀਤ ਜੋ ਗਾਵੇ। ਇੱਕ ਪੈਸੇ ਠੀਕ ਹੈ ਸੁਭਰਾਜ। ਇੱਕ ਪੈਸੇ ਖਾਤਰ ਜੀ ਬਹੁਤੇ ਹੋ ਤੁਰ ਪਏ ਕਿਧਰ ਨੂੰ, ਮੁੜ ਪੇ TV ਤੇ ਖੜ ਕੇ ਕਿਸੇ ਦੀ ਬਾਂਹ ਫੜ ਕੇ, ਸਿੱਖਿਆ ਕੀ ਦਿੰਦੇ ਕੌਮ ਦੇ ਗਾਲੂ। ਸੁਣੋ ਕਲਮਾਂ ਵਾਲਿਓ ਓਏ, ਲਿਖੋ ਨਾ ਮਾੜਾ ਏ ਕਰੂ ਉਜਾੜਾ, ਸਾਡਾ ਸੱਭਿਆਚਾਰ ਇਹ ਕਲਮ ਵਿਗਾੜੂ। ਉਹ ਸਿਆਹੀ ਬਦਲੋ ਕਲਮਾਂ ਦੀ, ਐਸਾ ਰੰਗ ਪਾਵੋ, ਉਹਨਾਂ ਬਾਰੇ ਗਾਵੋ, ਧੀਆਂ ਜੋ ਮਰਨ ਦਾਜ ਬਲੀ ਚੜਨ, ਲਿਖੋ ਇਹ ਰੀਤਾਂ ਦਾਜ ਦੀਆਂ ਮੰਦੀਆਂ, ਕਹੋ ਮੁੰਡੇ ਦੇ ਮਾਪਿਆਂ ਨੂੰ ਔਲਾਦ ਪੜਾ ਕੇ ਦਾਜ ਬਿਨ ਵਿਆਹ ਕੇ ਨੇਕੀਆਂ, ਖੱਟ ਜੋ ਪਾਵੋ ਲੀਹਾਂਗੀਆਂ। ਲਿਖੋ ਧੀਆਂ ਮਾੜੀਆਂ ਨਾ ਬੁਰੀ, ਸਾਡੀ ਸੋਚ ਜ਼ੁਲਮ ਦਿਓ ਰੋਕ, ਬੁਰਾ ਹੈ ਬੇੜਾ ਸਪਣੀਓ ਭੈੜਾ, ਜਿਹੜਾ ਮਾਂ ਬਾਪ ਧੀਆਂ ਨੂੰ ਮਾਰੂ। ਸੁਣੋ ਕਲਮਾਂ ਵਾਲਿਓ ਓਏ, ਲਿਖੋ ਨਾ ਮਾੜਾ ਏ ਕਰੂ ਉਜਾੜਾ, ਸਾਡਾ ਸੱਭਿਆਚਾਰ ਇਹ ਕਲਮ ਵਿਗਾੜੂ। ਹੋਰ ਵਿਸ਼ੇ ਲਿਖਣ ਦੇ ਲਈ ਨੇਤਾ ਤੇ ਡਾਕੂ ਦੋਵਾਂ ਕੋਲ ਚੱਕ, ਸਾਧਾਂ ਦੇ ਭੇਸ ਜੋ ਅੱਡੋ ਅੱਡ ਢੰਗਾਂ ਨਾਲ ਲੁੱਟ ਗਏ, ਇਹਨਾਂ ਦੇ ਹੱਲ ਲਿਖੋ। ਇਹ ਬੇਰੁਜ਼ਗਾਰੀ, ਆਬਾਦੀ, ਭਾਰੀ ਕਿਸਾਨ ਜੋ ਡਰਦੇ ਕਰਜ਼ਿਓਂ ਮੁੱਕ ਗਏ। ਕਿੰਨਾ ਸੋਹਣਾ ਲਿਖ ਗਏ ਜੀ ਬਾਬੂ ਮਾਗੀ ਚੰਦ, ਪਾਰਸ ਬਰਮਾਨੰਦ, ਪਾਸ਼ ਸੰਤ ਰਾਮ, ਰਹੂ ਸਦਾ ਨਾਮ, ਰਹਿਣ ਸਦਾ ਅਮਰ, ਜੋ ਲਿਖਣੇ ਉਸਾਰੂ। ਸੁਣੋ ਕਲਮਾਂ ਵਾਲਿਓ ਓਏ, ਲਿਖੋ ਨਾ ਮਾੜਾ ਏ ਕਰੂ ਉਜਾੜਾ, ਸਾਡਾ ਸੱਭਿਆਚਾਰ ਇਹ ਕਲਮ ਵਿਗਾੜੂ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਕਮਾਲ। ਸੱਚਮੁੱਚ ਬਿਲਕੁਲ ਸੱਚਮੁੱਚ 72 ਕਲਾ ਛੰਦ
ਲਿਖਣ ਵਾਲੇ ਦੀ ਵੀ ਪ੍ਰੀਖਿਆ ਹੈ ਤੇ ਇਹ ਕਵਿਸ਼ਰ ਗਾਉਣ ਵਾਲੇ ਦੀ ਵੀ ਪ੍ਰੀਖਿਆ ਹੈ। ਇਹ ਬਹੁਤ ਤੇਜ਼ ਚਾਲ ਦੇ ਵਿੱਚ ਚੱਲਣ ਵਾਲਾ ਛੰਦ ਹੈ, ਜਿਹਦੇ ਵਿੱਚ 72 ਵਰਣਾਂ ਨੂੰ ਇਹ ਸਮਝ ਲਓ ਕਿ ਇੱਕੋ ਸਾਹ 'ਚ ਪੇਸ਼ ਕਰਨਾ ਹੁੰਦਾ ਹੈ। ਤੇ ਜਦੋਂ ਮਤਲਬ ਕਵਿਸ਼ਰ ਇਹਨੂੰ ਇੱਕੋ ਸਾਹ 'ਚ ਪੇਸ਼ ਕਰਦੇ ਨੇ ਤਾਂ ਉਦੋਂ ਕਈ ਵਾਰੀ ਹੰਭ ਜਾਂਦੇ ਨੇ, ਤੇ ਇਸੇ ਕਰਕੇ ਜਿਵੇਂ ਜਗਸੀਰ ਨੇ ਦੱਸਿਆ ਸੀ ਕਿ ਉਡਾਉਣ ਵਾਸਤੇ ਵੀ ਕਿਹਾ ਜਾਂਦਾ ਹੁੰਦਾ ਹੈ। ਇਹ ਸਮਝ ਲਓ ਕਿ ਕਵਿਸ਼ਰਾਂ ਦੀ ਪਰਖ ਕੀਤੀ ਜਾਂਦੀ ਹੈ ਵੀ ਜਿਹਨਾਂ ਨੂੰ 72 ਕਲਾ ਗਾਉਣਾ ਆਉਂਦਾ ਹੈ, ਫੇਰ ਸਮਝ ਲਓ ਇਹ ਬਾਬੂ ਰਜਬਲੀ ਦੇ ਪੱਕੇ ਚੇਲੇ ਨੇ। ਬਾਬੂ ਰਜਬਲੀ ਦਾ ਬਹੁਤ ਵੱਡਾ ਨਾਂ ਹੈ ਸਾਡੀ ਪਰੰਪਰਾ ਦੇ ਵਿੱਚ। ਇਹ ਤਾਂ 47 ਦੀ ਵੰਡ ਖਾ ਗਈ ਸਾਡੇ ਬਹੁਤ ਸਾਰੇ ਪੁਰਾਣੇ ਗਾਇਕਾਂ ਨੂੰ। ਸਾਡੀ ਪੂਰੀ ਦੀ ਪੂਰੀ ਜਿਹੜੀ ਹਾਸਰਸੀ ਪਰੰਪਰਾ ਸੀ ਮੀਰਜ਼ਾਦਿਆਂ ਦੀ, ਉਹ ਵੀ 47 ਦੀ ਵੰਡ ਤੋਂ ਬਾਅਦ ਖਤਮ ਹੋ ਗਈ, ਉਧਰ ਚਲੇ ਗਏ ਬਹੁਤ ਸਾਰੇ। ਤੇ ਬਾਬੂ ਰਜਬਲੀ ਜਾਣ ਲੱਗੇ ਰੋਇਆ ਸੀ ਕਿ ਬਾਬੂ ਜਾਣ ਦੇ ਬਣਾ ਨੀ ਮੇਰੀ ਕਬਰ ਬਣਾ ਲੈ ਸਾਹੋ, ਜਦੋਂ ਸਾਹੋ ਕੇ ਪਿੰਡ ਦੇ ਵਿੱਚ ਬਾਬੂ ਰਜਬਲੀ ਗਿਆ ਸੀ। ਸੋ ਬਹੁਤ ਵੱਡੇ ਬੰਦੇ ਸੀ ਜਿਨ੍ਹਾਂ ਨੇ ਇਹੋ ਜਿਹੇ ਛੰਦਾਂ ਦੀ ਕਾਢ ਕੱਢੀ ਤੇ ਕਵਿਸ਼ਰੀ ਪਰੰਪਰਾ ਨੂੰ ਬਹੁਤ ਸਤਿਕਾਰਤ ਰੁਤਬਾ ਦਿਵਾਇਆ ਜੀ। ਹਾਂਜੀ ਬਿਰਨ ਸਰ, ਤੁਸੀਂ ਅਗਲਾ ਸਵਾਲ। ਜੀ ਸਰ, ਮਤਲਬ ਕਿ ਸੁਖਰਾਜ ਹੋਰਾਂ ਨੂੰ ਸੁਣ ਕੇ ਨਾ ਜੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਮੇਲੇ ਦੇ ਵਿੱਚ ਬੈਠੇ ਹੋਈਏ, ਤੇ ਇੰਨਾ ਵਧੀਆ ਹੋਇਆ। ਤੇ ਜਿਵੇਂ ਛੋਟੇ ਹੁੰਦੇ ਆਪਾਂ ਜਾਂਦੇ ਸੀ ਮੇਲਿਆਂ 'ਚ ਨਾ ਸੁਣਦੇ, ਜਦੋਂ ਸ਼ਾਮ ਨੂੰ ਕਵਿਸ਼ਰ ਲੱਗਦੇ ਤਾਂ ਉੱਥੇ ਅੱਧੀ ਰਾਤ ਸੁਣਨ ਨੂੰ ਹੋ ਜਾਂਦੀ ਸੀ। ਉਹੀ ਜਿਹੜਾ ਰਸ ਹੈ ਉਹ ਆ ਰਿਹਾ ਇਹਨਾਂ ਦੀ ਕਵਿਸ਼ਰੀ ਦੇ ਵਿੱਚੋਂ ਅੱਜ। ਤੇ ਮੇਰਾ ਅਗਲਾ ਸਵਾਲ ਹੈ ਸੁਖਰਾਜ ਸਰ ਤੁਹਾਨੂੰ ਜੀ, ਵੀ ਸਾਨੂੰ ਜਿਹੜਾ ਹਾਂਜੀ ਡਿਉਢਾ ਛੰਦ ਹੈ ਨਾ, ਡਿਉਢਾ ਛੰਦ, ਉਹਦੇ ਬਾਰੇ ਜਾਣਕਾਰੀ ਦਿਓ ਤੇ ਨਾਲੇ ਸਾਨੂੰ ਸੁਣਾਓ ਵੀ ਜੀ। ਹਾਂ, ਡਿਉਢਾ ਦੇਖੋ ਜੀ, ਡਿਉਢੇ ਨਾ ਦੋ ਤਰ੍ਹਾਂ ਦੇ ਨੇ, ਕੋਰੜਾ ਡਿਉਢਾ ਤੇ ਵਰਣਕ ਡਿਉਢਾ। ਵੀ ਕੋਰੜਾ ਛੰਦ ਲਿਖ ਕੇ ਉਹਦੀ ਗਾਹਾਂ ਅੱਧੀ ਤੁਕ ਹੋਰ ਵਧਾ ਦੇਣੀ। ਦੇਖੋ ਕੋਰੜਾ ਛੰਦ ਇੰਨਾ ਕੁ ਹੈ ਵੀ ਹੋਏ ਮੱਚ ਗਿਆ ਜਵਾਨ ਵੇ ਨਾ ਕਾਠ ਅੱਗ ਤੋਂ, ਲਾਹਨਤ ਜਨਮ ਖੱਟਿਆ ਕੀ ਜੱਗ ਤੋਂ। ਇਹ ਹੁਣ ਕੋਰੜੇ ਦੀਆਂ ਨੇ, ਪਰ ਇਹਦੇ ਨਾਲ ਅੱਧੀ ਤੁਕ ਹੋਰ ਵਧਾਈ ਹੋਈ ਹੈ। ਉਸ ਸਮੇਂ ਦਾ ਸੀਨ ਹੈ ਜਦੋਂ ਊਧਮ ਸਿੰਘ ਡਵੈਰ ਦੀ ਸਪੀਚ ਸੁਣ ਕੇ ਗੁੱਸੇ 'ਚ ਆ ਜਾਂਦਾ ਤੇ ਉਹਨੂੰ ਮਾਰਨ ਦੀ ਤਿਆਰੀ ਕਰਦਾ ਹੈ। ਹਾਂਜੀ, ਉਹ ਇਸ ਤਰ੍ਹਾਂ ਕਿ ਮੱਚ ਗਿਆ ਜਵਾਨ ਵੇ ਨਾ ਕਾਠ ਅੱਗ ਤੋਂ, ਸੁਣਤ ਕਰੀਰ ਨੂੰ ਲਾਹਨਤ ਜਨਮ ਖੱਟਿਆ ਕੀ ਜੱਗ ਤੋਂ, ਵਾਰ ਦੇ ਸਰੀਰ ਨੂੰ ਚੜੀ ਹੋਈ ਜਿਵੇਂ ਮਸਤੀ ਸ਼ਰਾਬ ਦੀ, ਹੋ ਗਿਆ ਆਜ਼ਾਦ ਹੈ ਲੰਡਨ ਦੇ ਵਿੱਚ ਅਣਖ ਪੰਜਾਬ ਦੀ, ਰੱਖਣੀ ਆਬਾਦ ਹੈ ਲੰਡਨ ਦੇ ਵਿੱਚ ਅਣਖ ਪੰਜਾਬ ਦੀ, ਰੱਖਣੀ ਆਬਾਦ ਹੈ। ਬਹੁਤ ਅੱਛੀ। ਸ਼ੇਰ ਜੈਸਾ ਲੱਗਿਆ ਭਲੇਖਾ ਪੈਣ ਜੀ, ਛੀਣੀ ਮਾਂ ਦੇ ਸ਼ੇਰ ਦਾ, ਸੂਰਜ ਸਮਾਨ ਚਮਕਾਰੇ ਨੈਣ ਜੀ, ਟੋਕੜਾ ਸਮੇਰ ਦਾ, ਚੱਕ ਲਈ ਕਿਤਾਬ ਬੈਰੀ ਦੇ ਹਿਸਾਬ ਦੀ, ਪੁੱਗਲੀ ਮਨਿਆਦ ਹੈ ਲੰਡਨ ਦੇ ਵਿੱਚ ਅਣਖ ਪੰਜਾਬ ਦੀ, ਰੱਖਣੀ ਆਬਾਦ ਹੈ। ਬਹੁਤ ਅੱਛੀ, ਬਹੁਤ ਅੱਛੀ। ਕੋਰੜੇ ਤੋਂ ਗਾਹਾਂ ਅੱਧੀ ਤੁਕ। ਤੇ ਹੁਣ ਜਿਹੜਾ ਦੂਜਾ ਨਮੂਨਾ ਇਹਦਾ ਉਹ ਆਪਾਂ ਦੱਸਦੇ ਹਾਂ ਵੀ ਬਿਕਤਾ ਛੰਦ ਜਾਂ ਵਰਣਕ ਛੰਦ, ਉਹਦਾ ਡੂਢਾ ਵਰਣਕ ਡੂਢਾ, ਇਹ ਹੈ ਕੋਰੜਾ ਡੂਢਾ। ਵਰਣਕ ਡੂਢਾ ਇਹ ਹੈ ਕਿ ਓਏ ਸਤਿਗੁਰ ਬਾਝੋਂ ਹੋਣਾ ਨੀ ਛੁਟਕਾਰਾ, ਜ਼ਿੰਦਗੀ ਦਾ ਭਾਲ ਲੈ ਜੇ ਭਾਲਿਆ ਜਾਂਦਾ, ਸਰ ਵਿੱਚ ਨਈਆ ਘੁੰਮਦੀ ਦੂਰ ਕਿਨਾਰਾ, ਜ਼ਿੰਦਗੀ ਦਾ ਸਮਾਂ ਸੰਭਾਲਿਆ ਜੇ ਜਾਂਦਾ, ਬਿਨਾ ਮਲਾ ਤੋਂ ਪੰਜ ਭੂਤ ਕਨੇ ਰਸਤੇ ਪੈਣਾ ਕੀ, ਕਿਉਂ ਪਿਆ ਸੁੱਤਾ ਜਾਗ ਮਨਾ, ਚੰਦ ਰੋਜ਼ ਦਾ ਮੇਲਾ ਇੱਥੇ ਹਰ ਬਿਨ ਰਹਿਣਾ ਕੀ, ਦਿਲ ਚੋਂ ਹਮੀ ਤੇ ਆਗਮਨਾ, ਨੱਚ ਘੱਗਰੀ ਪਾ ਕੇ ਵਾਂਗੂ ਸੈਯਦ ਬੁੱਲੇ ਦੇ, ਯਾਰ ਮਟਾ ਕੇ ਤੇ ਹਸਤੀ, ਬਖਸ਼ਣ ਹਾਰਾ ਆਪੇ ਬਖਸ਼ ਦੂ ਔਗਣ ਭੁੱਲੇ ਦੇ, ਬਸ ਫਿਰ ਮਸਤੀ ਹੀ ਮਸਤੀ, ਨਾ ਬਾਜਾ ਨਾ ਢੋਲਕ ਸੁਣਨਾ ਤਬਲਾ ਛੈਣਾ ਕੀ, ਉੱਥੇ ਅਨਹਦ ਰਾਗ ਮਨਾ, ਚੰਦ ਰੋਜ਼ ਦਾ ਮੇਲਾ, ਮੇਲਾ ਚੰਦ ਰੋਜ਼ ਦਾ ਮੇਲਾ, ਇੱਥੇ ਹਰ ਬਿਨ ਰਹਿਣਾ ਕੀ, ਦਿਲ ਚੋਂ ਹਮੀ ਤੇ ਆਗ ਮਨਾ। ਬਹੁਤ ਅੱਛੀ, ਬਹੁਤ ਅੱਛੀ, ਬਹੁਤ ਵਧੀਆ, ਬਹੁਤ ਵਧੀਆ ਜੀ। ਕਿਸੇ ਵੀ ਛੰਦ ਦੀ ਅੱਧੀ ਤੁਕ ਹੋਰ ਵਧਾ ਦੇਣੀ, ਉਸੇ ਦਾ ਡੂਢਾ ਰੂਪ ਬਣ ਜਾਂਦਾ ਹੈ। ਠੀਕ ਹੈ। ਹਾਂਜੀ ਹਾਂਜੀ ਧੰਨਵਾਦ ਸਰ। ਹਾਂ, ਅਗਲਾ ਸਵਾਲ ਜਗਜੀਤ ਸਿੰਘ ਸਰ ਹੋਣਾ ਕੋਲ ਆ। ਸਰ ਤੁਸੀਂ ਸਾਡੇ ਸਰੋਤਿਆਂ ਨੂੰ ਦੋਹਰਾ ਛੰਦ ਬਾਰੇ ਥੋੜੀ ਜਾਣਕਾਰੀ ਦਿਓ ਕਿ ਦੋਹਰਾ ਛੰਦ ਕੀ ਆ ਤੇ ਇਹਨੂੰ ਕਿਵੇਂ ਗਾਇਨ ਕੀਤਾ ਜਾਂਦਾ। ਦੋਹਰਾ ਤਾਂ ਜੋ ਸ਼ੁਰੂ 'ਚ ਹੀ ਗੱਲ ਹੋ ਗਈ ਸੀ, ਉਹ ਮਾਤਰਿਕ ਛੰਦ ਹੀ ਹੈ ਜੀ ਇੱਕ,
ਵੈਸੇ ਉਹ ਤਾਂ ਦੋ ਹੀ ਲੈਣਾ ਹੁੰਦੀਆਂ ਆਮ ਤੌਰ ਤੇ, ਤੇ ਉਹਨਾਂ ਦੋ ਲੈਣਾ ਨੂੰ ਹੀ ਜਾਂ ਤਾਂ ਜਦੋਂ ਆਪਾਂ ਛੰਦ ਕੋਈ ਵੀ ਸ਼ੁਰੂ ਕਰਦੇ ਆ ਤਾਂ ਉਹਦੇ ਮੂਹਰੇ ਦੂਜਾ ਕਵੀਸ਼ਰ ਇੱਕ ਉਹ ਜਾਂ ਤਾਂ ਦੋਹਰਾ ਲਾ ਦਿੰਦਾ, ਜਾਂ ਜਦੋਂ ਆਪਾਂ ਕਵੀਸ਼ਰੀ ਸ਼ੁਰੂ ਹੀ ਕਰਦੇ ਆ ਤਾਂ ਉਦੋਂ ਵੀ ਦੋਹਰੇ ਨਾਲ ਹੀ ਸ਼ੁਰੂ ਕੀਤੀ ਜਾਂਦੀ ਹੈ। ਜਿਵੇਂ ਉਹਦੇ ਚ ਵੀ 13 ਤੇ 11 ਤੁਕਾਂ ਹੁੰਦੀਆਂ, ਤੁਕਾਂ ਨਹੀਂ ਸੌਰੀ ਉਹਦੇ ਮਾਤਰਾ, ਪਹਿਲਾਂ 13 ਦਾ ਵਿਸ਼ਰਾਮ, ਉਸ ਤੋਂ ਬਾਅਦ ਫਿਰ 11 ਤੇ ਲੱਗ ਜਾਂਦਾ। ਤੇ ਉਹਦੇ ਚ ਜਿਵੇਂ ਅਸੀਂ ਉਹਨੂੰ ਗਾਇਆ ਇੰਨਾ ਹੀ ਜਾਂਦਾ ਜਿਵੇਂ ਉਹ ਤੋਂ ਛੰਦ ਪਹਿਲਾਂ ਹੀ, ਪੂਰਨ ਤੂੰ ਪਰਮਾਤਮਾ ਪੂਰਨ ਤੇਰਾ ਨਾਮ, ਪੂਰਨ ਆਸੁਰ ਦੇ ਪੂਰਨ ਕਰਿਓ ਕਾਮ। ਬਹੁਤ ਅੱਛੇ। ਗਾਣਾ ਸੋ ਜੋ ਸੁਣ ਸਕੂੰ ਧੀ ਭੈਣਾਂ ਵਿਚਕਾਰ, ਲਓ ਸੰਭਾਲ ਪੰਜਾਬੀਓ ਆਪਣਾ ਸੱਭਿਆਚਾਰ। ਬਸ ਹਾਂਜੀ ਬੋਲਿਆ ਜਾਂਦਾ। ਹਾਂ, ਇਹ ਤਾਂ ਕਵੀਸ਼ਰੀ ਦੇ ਮੂਹਰੇ ਗਾਉਣ ਵਾਸਤੇ ਦੋਹਰੇ ਨਾ, ਤੇ ਇੱਕ ਦੋਹਰਾ ਆਪਾਂ ਸਰਬ ਪ੍ਰਬੰਧ ਜਿਹੜਾ ਰੋਜ਼ ਗੁਰੂ ਘਰਾਂ ਦੇ ਵਿੱਚ ਸਵੇਰੇ ਸ਼ਾਮ ਪੜਿਆ ਜਾਂਦਾ ਹੈ, ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਇਹ ਕਈ ਦੋਹਰਿਆਂ ਨੂੰ ਮਿਲਾ ਕੇ ਇੱਕ ਛੰਦ ਦੇ ਰੂਪ ਚ ਗਾਇਆ ਜਾਂਦਾ ਹੈ, ਤੇ ਇਹ ਸ਼ੁਰੂ ਕਰਨ ਵਾਸਤੇ ਇਹ ਦੋਹਰੇ ਦੀ ਵਰਤੋਂ ਕੀਤੀ ਜਾਂਦੀ ਹੈ। ਦੋਹਰੇ ਨੂੰ ਜੇ ਆਪਾਂ ਉਲਟਾ ਦਈਏ, ਉਹਦਾ ਪਿਛਲਾ ਹਿੱਸਾ ਮੂਹਰੇ ਆ ਜੇ, ਮੂਹਰਲਾ ਮਗਰ ਚਲਾ ਜਾਵੇ, ਤਾਂ ਉਹ ਸੋਰਠਾ ਛੰਦ ਬਣ ਜਾਂਦਾ ਹੈ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਤਭੀ ਚਲਾਇਓ ਪੰਥ ਆਗਿਆ ਭਈ ਅਕਾਲ ਕੀ, ਸਭ ਸਿੱਖ ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ। ਜਾਂ ਜਿਵੇਂ ਹੁਣੇ ਜਗਸੀਰ ਸਿੰਘ ਨੇ ਗਾ ਕੇ ਦੱਸਿਆ ਕਿ ਗਾਣਾ ਸੋ ਜੋ ਸੁਣ ਸਕੋ ਧੀ ਭੈਣਾਂ ਵਿਚਕਾਰ, ਲਓ ਸੰਭਾਲ ਪੰਜਾਬੀਓ ਆਪਣਾ ਸੱਭਿਆਚਾਰ। ਧੀ ਭੈਣਾਂ ਵਿਚਕਾਰ ਗਾਣਾ ਸੋ ਜੋ ਸੁਣ ਸਕੋ ਆਪਣਾ ਸੱਭਿਆਚਾਰ, ਲਓ ਸੰਭਾਲ ਪੰਜਾਬੀਓ। ਉਲਟਾ ਕੇ ਉਹੀ ਸੋਰਠਾ ਰੂਪ ਬਣ ਜਾਂਦਾ ਹੈ। ਆਮ ਸੰਗਤ ਦੇ ਵੀ ਗੱਲ ਸੌਖੀ ਸਮਝ ਚ ਆਉਂਦੀ ਹੈ, ਤੇ ਆਪਣੇ ਵੀ ਸਿੱਖਣ ਵਾਸਤੇ ਵੀ ਦੋਹਰਾ ਤੇ ਸੋਰਠਾ ਇੱਕ ਦੂਜੇ ਦੇ ਉਲਟ ਰੂਪ ਹਨ। ਪਹਿਲੇ ਦਾ 13 11 ਤੇ ਵਿਸ਼ਰਾਮ ਹੁੰਦਾ, ਦੂਜੇ ਦਾ 11 13 ਤੇ ਹੋ ਜਾਂਦਾ। ਬਹੁਤ ਪਿਆਰਾ ਸ਼ਬਦ ਹੈ। ਬਹੁਤ ਅੱਛਾ। ਹਾਂਜੀ ਗੁਰਜੰਟ ਸਾਹਿਬ, ਤੁਸੀਂ ਅਗਲਾ ਸਵਾਲ ਕਰੋ। ਹਾਂਜੀ ਸਰ, ਮੇਰਾ ਅਗਲਾ ਸਵਾਲ ਸੁਖਰਾਜ ਜੀ। ਸੁਖਰਾਜ, ਤੁਹਾਨੂੰ ਵੀ ਇੱਕ ਲਹਿਰੀਆ ਛੰਦ ਹੈ ਜੀ, ਲਹਿਰੀਆ, ਹਾਂਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ। ਹਾਂ, ਲਹਿਰੀਆ ਛੰਦ ਤਾਂ ਜ਼ਰੂਰ ਹੈ ਜੀ। ਉਹ ਨਾ ਲਹਿਰੀਆ ਆਮ ਨਹੀਂ ਗਾਉਣ ਚ ਆਉਂਦਾ, ਉਹਨੂੰ ਉਹਦਾ ਕੋਈ ਨਮੂਨਾ ਨਹੀਂ ਮੇਰੇ ਹੁਣ ਮੌਕੇ ਤੇ ਆ ਰਿਹਾ ਯਾਦ। ਤੇ ਹਾਂ, ਲਹਿਰੀਆ ਛੰਦ ਜ਼ਰੂਰ ਬੜਾ ਪਿਆਰਾ ਹੁੰਦਾ। ਇਹ ਉਹੀ ਗੱਲ ਹੈ ਵੀ ਇਹਦੇ ਚ ਸ਼ਿੰਗਾਰ ਰਸ ਭਰਨ ਵਾਸਤੇ ਬਿਸ਼ਰੀ ਦੇ ਵਿੱਚ ਜਿਵੇਂ ਅੱਡੋ-ਅੱਡੀ ਸਾਰੇ ਰਸ ਹੁੰਦੇ ਨੇ, 9 ਦੇ 9 ਰਸ ਪਾਏ ਜਾਂਦੇ ਨੇ, ਕਿਤੇ ਹਾਸ ਰਸ, ਕਿਤੇ ਬਰਾਗ ਰਸ, ਵੀਰ ਰਸ, ਪਰਣਾ ਰਸ, ਸਾਰੇ ਉਵੇਂ ਜਿਵੇਂ ਉਹਨੂੰ ਪਾਇਆ ਜਾਂਦਾ ਹੈ। ਤੇ ਉਹਦਾ ਨਾ ਹੁਣ ਮੇਰੇ ਕੋਈ ਮੌਕੇ ਤੇ ਨਮੂਨਾ ਨਹੀਂ ਯਾਦ ਆ ਰਿਹਾ। ਵੈਸੇ ਇਹ ਵੀ ਬੜਾ ਪਿਆਰਾ ਛੰਦ ਹੈ, ਤੇ ਬਹੁਤ ਇਹ ਖਾੜੇ ਨੂੰ ਬੰਨ੍ਹਦਾ ਹੈ, ਤੇ ਸਰੋਤਿਆਂ ਨੂੰ ਬੜਾ ਮਿਠਾਸ ਦਿੰਦਾ ਹੈ, ਆਨੰਦ ਦਿੰਦਾ ਹੈ। ਸਰ, ਇੱਕ ਸਵਾਲ ਤੁਹਾਡੇ ਸਾਰੇ ਵਾਸਤੇ ਸਾਂਝਾ ਹੀ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਛੰਦ ਵਿਧਾਨ ਦੀ ਪਾਲਣ ਕੀਤੀ ਜਾਂਦੀ ਹੈ, ਕਿ ਮਾਤਰਾ ਤੇ ਵਰਨਾ ਦੀ ਗਿਣਤੀ ਹੈ, ਕਿ ਆਪਣੇ ਤੌਰ ਤੇ ਲੇਖਕ ਕੋਈ ਇੱਕ ਜਾਂ ਦੋ ਮਾਤਰਾ ਜਾਂ ਵਰਨਾਂ ਨੂੰ ਵਧਾ ਘਟਾ ਸਕਦਾ, ਕਿ ਜਾਂ ਏਦਾਂ ਦੀ ਉਹਨਾਂ ਨੂੰ ਜਿਹੜੀ ਆ ਉਹ ਆਗਿਆ ਨਹੀਂ ਹੁੰਦੀ? ਹਾਂ, ਸੂਖਮਤਾ ਤਾਂ ਇਸੇ ਗੱਲ ਦੀ ਮੰਗ ਕਰਦੀ ਹੈ ਕਿ ਇਹ ਵਧੇ ਨਾ, ਬਿਲਕੁਲ ਨਾ ਵਧੇ। ਦੇਖੋ, ਕਵੀਸ਼ਰੀ ਐਡੀ ਸੂਖਮ ਚੀਜ਼ ਹੈ, ਜੇ ਇਹਦੇ ਪਿਛਲੇ ਲੱਲੇ ਦੇ ਪੈਰ 'ਚ ਬਿੰਦੀ ਆਉਂਦੀ ਹੈ, ਜਿਵੇਂ ਦੇਖੋ ਵੀ ਕੱਦ ਮਾਦਰੇ ਵਜਨ ਹੋ ਗਏ ਹੌਲੇ, 25 ਸਾਲਿਆਂ ਦੇ ਆਉਣ ਲਾਗੇ ਤੌਲੇ, ਹਟੇ ਫੱਕਰਾ ਫਰਕਣੋਂ ਡੌਲੇ, ਕਿਵੇਂ ਉੱਗੂ ਸਾਡੀ ਪੁਸ਼ਪ ਪਨੀਰੀ, ਜਾਦੇ ਵੀ ਜੋ ਮੋਠ ਮੱਕੀਆਂ, ਕੱਟ ਲਾਉਣੀ ਹੈ ਪੰਜਾਬੀ ਜੱਟੋ ਜੀਰੀ, ਜਾਦੇ ਵੀ ਜੋ ਮੋਠ ਮੱਕੀਆਂ। ਹੁਣ ਜੇ ਮੂਹਰੇ ਹੌਲੇ ਆ ਗਿਆ
ਤੇ ਮਗਰ ਡੌਲੇ ਤੇ ਧੌਲੇ ਲੱਲੇ ਦੇ ਪੈਰ 'ਚ ਵੀ ਬਿੰਦੀ ਦੀ ਮੰਗ ਕਰੂਗੀ ਪੰਜਾਬੀ ਕਵੀਸ਼ਰੀ। ਇਹਦੇ 'ਚ ਅਸੀਂ ਬਾਹਰ ਤਾਂ ਨਹੀਂ ਜਾ ਸਕਦੇ, ਵਰਨ ਘੱਟ ਵੱਧ ਤਾਂ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਅਸੀਂ ਵਿਵਰਜਿਤ ਸ਼ਬਦ ਕਹਿੰਦੇ ਆ। ਪਰ ਠੀਕ ਹੈ, ਕਿਤੇ ਕੋਈ ਨਹੀਂ ਵੀ ਪਤਾ ਲੱਗਦਾ ਤੇ ਉਹ ਉਵੇਂ ਜਿਵੇਂ ਪ੍ਰਚਲਿਤ ਵੀ ਹੁੰਦੀਆਂ, ਲੋਕ ਉਹਨੂੰ ਕਬੂਲ ਵੀ ਲੈਂਦੇ ਨੇ। ਵੈਸੇ ਮਰਜ਼ਾਦਾ ਮੁਤਾਬਕ ਅਸੀਂ ਘਾਟ ਬਾਅਦ ਨਹੀਂ ਕਰ ਸਕਦੇ। ਇਹਦੇ ਵਿੱਚ ਮੈਂ ਇੱਕ ਗੱਲ ਧਾਮੀ ਸਾਹਿਬ ਕਹਿਣੀ ਚਾਹੂੰਗਾ, ਆਪਣੇ ਸੰਦੋਹਾ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਕਿ ਪੈਰਾਮੀਟਰ ਤਾਂ ਦੇਖੋ ਹੈਗਾ ਹੀ ਹੈ ਇਹ, ਇਹਦੇ ਵਿੱਚ ਜੇ ਆਪਾਂ ਅੱਗੇ ਪਿੱਛੇ ਹੋਵਾਂਗੇ ਤਾਂ ਉਹਨੂੰ ਵਿਗਾੜ ਤਾਂ ਮੰਨਿਆ ਹੀ ਜਾਂਦਾ ਹੈ। ਪਰ ਇਹ ਹੈ ਕਿ ਕਈ ਵਾਰੀ ਸਾਰਾ ਕੁਝ ਮਿਣ ਕੇ ਨਹੀਂ ਹੋ ਸਕਦਾ ਹੁੰਦਾ। ਇੱਕ ਹੋਰ ਚੀਜ਼ ਵੀ ਹੁੰਦੀ ਹੈ ਕਿ ਕਈ ਵਾਰੀ ਜਦੋਂ ਅਸੀਂ ਲਿਖਦੇ ਹਾਂ, ਜਦੋਂ ਉਹਦਾ ਲਿਪੀਕਰਨ ਕਰਦੇ ਹਾਂ, ਜਦੋਂ ਅਸੀਂ ਉਹਦੀ ਟੈਕਸਟ ਬਣਾਉਂਦੇ ਹਾਂ, ਤਾਂ ਲਿਖਣ ਵੇਲੇ ਸਾਨੂੰ ਜਦੋਂ ਅਸੀਂ ਗਿਣਤੀ ਕਰਦੇ ਹਾਂ ਉਦੋਂ ਕੋਈ ਵਰਣ ਘੱਟ ਵੱਧ ਲੱਗ ਜਾਂਦਾ ਹੈ। ਪਰ ਜਦੋਂ ਉਹਨੂੰ ਗਾਇਆ ਜਾਂਦਾ ਹੈ, ਕਿਉਂਕਿ ਗਾਉਣ ਵੇਲੇ ਫਲੋ 'ਚ ਗਾਇਆ ਜਾਂਦਾ ਹੈ, ਜਿਵੇਂ ਆਪਾਂ ਸ਼ਬਦ ਵਰਤੀਏ ਮਹਿੰਦੀ, ਹੈ ਨਾ। ਹੁਣ ਮਹਿੰਦੀ ਬੋਲਿਆ ਤਾਂ ਮਹਿੰਦੀ ਜਾਊਗਾ, ਉਹਦੇ ਵਿੱਚੋਂ ਹਾਹੀ ਦੀ ਸਿਰਫ ਟੋਨ ਆਊਗੀ, ਪਰ ਜਦੋਂ ਲਿਖਿਆ ਜਾਊਗਾ ਉਦੋਂ ਹਾਹਾ ਪੂਰਾ ਲਿਖਿਆ ਜਾਊਗਾ। ਸੋ ਲਿਖੇ ਉਹਨੂੰ ਜੇ ਗਿਣਾਂਗੇ ਫਿਰ ਤਾਂ ਪੂਰਾ ਵਰਣ ਹੋ ਗਿਆ, ਪਰ ਜਦੋਂ ਗਾਇਆ ਜਾਂਦਾ ਹੈ ਤਾਂ ਉਦੋਂ ਉਹਦੀ ਟੋਨ ਦੇ ਦਿੱਤੀ ਜਾਂਦੀ ਹੈ ਤੇ ਉਦੋਂ ਫਿਰ ਉਹ ਪੂਰੇ ਵਰਣ ਦੇ ਵਿੱਚ ਨਹੀਂ ਆਉਂਦਾ। ਜਿਵੇਂ ਸ਼ਹਿਰ ਤੇ ਸ਼ਹਿਰ, ਹੁਣ ਇਹਨੂੰ ਲਿਖਣ ਦੇ ਵਿੱਚ ਮਤਲਬ ਅਸੀਂ ਪੂਰੇ ਵਰਣ ਦੇ ਤੌਰ ਤੇ ਜਦੋਂ ਲਿਖ ਕੇ ਦੀ ਕੈਲਕੂਲੇਸ਼ਨ ਕਰਾਂਗੇ ਫਿਰ ਸਾਨੂੰ ਲੱਗੂਗਾ ਕਿ ਵੱਧ ਗਿਆ ਇੱਥੇ ਇੱਕ, ਪਰ ਜਦੋਂ ਉਹਨੂੰ ਗਾਇਆ ਜਾਂਦਾ ਤਾਂ ਗਾਉਣ ਦੇ ਵਿੱਚ ਬਹੁਤ ਸਾਰੇ ਸ਼ਬਦ ਅਸੀਂ ਫਲੋ 'ਚ ਬੋਲਦੇ ਹਾਂ। ਭਾਸ਼ਾ ਦਾ ਇੱਕ ਫਲੋ ਹੁੰਦਾ ਹੈ, ਭਾਸ਼ਾ ਦਾ ਇੱਕ ਵਹਿਣ ਹੁੰਦਾ ਹੈ। ਕਦੇ ਵੀ ਕਿਸੇ ਬੋਲੀ ਹੋਈ ਭਾਸ਼ਾ ਨੂੰ 101% ਲਿਖਿਆ ਨਹੀਂ ਜਾ ਸਕਦਾ ਹੈਗਾ। ਠੀਕ ਹੈ। ਭਾਸ਼ਾ ਕਦੇ ਵੀ ਲਿਖਤ ਨਹੀਂ ਹੁੰਦੀ, ਭਾਸ਼ਾ ਤਾਂ ਮੌਖਿਕ ਹੀ ਹੁੰਦੀ ਹੈ। ਲਿਖਣਾ ਤਾਂ ਉਹਨੂੰ ਇੱਕ ਸਾਂਭਣ ਦਾ ਤਰੀਕਾ ਹੈ ਭਾਸ਼ਾ ਨੂੰ, ਤੇ ਸਾਂਭਣ ਵੇਲੇ ਅਸੀਂ ਉਹਦੇ ਵਿੱਚ ਕਿੰਨਾ ਜ਼ੋਰ ਮਰਜ਼ੀ ਲਾ ਲਈਏ, ਅਸੀਂ ਹੂਬਹੂ ਬੋਲੇ ਹੋਏ ਨੂੰ ਹੂਬਹੂ ਲਿਖ ਨਹੀਂ ਸਕਦੇ ਹੈਗੇ। ਉਹ 'ਚ ਮਾੜੀ ਮੋਟੀ 19-21 ਚੀਜ਼ਾਂ ਬੋਲਣ ਵੇਲੇ ਅਸੀਂ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਆਪਾਂ ਹੈ ਨੂੰ ਆਮ ਭਾਸ਼ਾ 'ਚ ਐ ਕਹਿ ਦਿੰਦੇ ਆ ਵੀ ਉਹ ਗਿਆ ਹੈ। ਹੁਣ ਉਹ ਗਿਆ ਹੈ, ਉਹ ਗਿਆ ਹੈ, ਗਿਆ ਤੇ ਗਿਆ ਹੈ, ਇਹਦੇ ਵਿੱਚ ਹੀ ਫਰਕ ਪੈ ਜਾਊਗਾ ਵਰਣ ਦਾ। ਸੋ ਅਸੀਂ ਜਦੋਂ ਕਵੀਸ਼ਰ ਨੂੰ ਟੈਕਸਟ 'ਚ ਪੜ੍ਹਦੇ ਹਾਂ ਨਾ, ਉੱਥੋਂ ਅਸੀਂ ਗਿਣ ਕੇ ਦੇਖਦੇ ਹਾਂ, ਉੱਥੇ ਕਈ ਵਾਰੀ ਸਾਨੂੰ ਕੋਈ ਵਰਣ ਘੱਟ ਵੱਧ ਲੱਗਦਾ ਹੈ। ਪਰ ਜਿਹੜੇ ਚੰਗੇ ਕਵੀਸ਼ਰ ਨੇ ਉਹ ਗਾਉਣ ਵੇਲੇ ਜਿਹੜਾ ਮਾੜਾ ਮੋਟਾ ਵਜ਼ਨ ਹੁੰਦਾ ਹੈ ਉਹਨੂੰ ਆਪਣੀ ਕੰਪੋਜੀਸ਼ਨ ਦੇ ਵਿੱਚੋਂ, ਆਪਣੇ ਗਲੇ ਦੇ ਵਿੱਚੋਂ ਉਸਨੂੰ ਸੁਰ ਕਰ ਲੈਂਦੇ ਨੇ, ਉਸਨੂੰ ਬੈਲੈਂਸ ਕਰ ਲੈਂਦੇ ਨੇ ਤੇ ਉਹਨੂੰ ਵਧਣ ਨਹੀਂ ਦਿੰਦੇ ਹੈਗੇ। ਭਾਵ ਜਿਹੜੀ ਲਿਖਣ ਵਾਲੀ ਕਸਰ ਹੈ ਉਹ ਗਾਇਨ ਦੇ ਵਿੱਚ ਜਾ ਕੇ ਨਿਕਲ ਜਾਂਦੀ ਹੈ ਤੇ ਉੱਥੇ ਵਰਣ ਲਗਭਗ ਇਕਸਾਰ ਹੀ ਹੁੰਦੇ ਨੇ, ਬਰਾਬਰ ਹੀ ਹੁੰਦੇ ਨੇ, ਨਹੀਂ ਤਾਂ ਗਾਇਆ ਹੀ ਨਹੀਂ ਜਾ ਸਕਦਾ ਹੈਗਾ। ਜੇ ਵਰਣ ਵੱਧ ਗਿਆ ਨਾ, ਮਤਲਬ ਕੱਲਾ ਇਹ ਨਹੀਂ ਕਿ ਮਤਲਬ ਵਰਣ ਵੱਧ ਕੇ ਗਿਣਤੀ ਵੱਧ ਗਈ, ਜੇ ਵਰਣ ਤੁਸੀਂ 2-3 ਵਰਣ ਵੱਧ ਗਏ ਤਾਂ ਉਹਨੂੰ ਕੋਈ ਬੰਦਾ ਗਾ ਹੀ ਨਹੀਂ ਸਕਦਾ ਹੈਗਾ। ਉਹਦੇ ਵਿੱਚ ਉਹਦੇ ਮੀਟਰ ਦੇ ਵਿੱਚ ਹੀ ਬਾਹਰ ਨਿਕਲ ਜੂਗੀ ਉਹ। ਇਹ ਬਹੁਤ ਮਹੱਤਵਪੂਰਨ ਇਸ਼ੂ ਹੈ ਜਿਹੜਾ ਤੁਸੀਂ ਡਿਸਕਸ ਕੀਤਾ ਹੈ। ਬਸ ਇਹੀ ਹੈ, ਜਦੋਂ ਆਪਾਂ ਗਾ ਕੇ ਲਿਖਾਂਗੇ ਨਾ ਫੇਰ ਨਹੀਂ ਵੱਧ ਘੱਟ ਹੁੰਦਾ, ਆਪ ਹੀ ਨਹੀਂ ਹੁੰਦਾ। ਬਿਲਕੁਲ ਬਸ ਲਿਖੋ ਹੀ ਗਾ ਕੇ ਉਹਨੂੰ, ਫੇਰ ਨਹੀਂ ਵੱਧ ਘੱਟ, ਫਿਰ ਤਰਾ ਗਿਣਨ ਦੀ ਵੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਫਿਰ ਆਪ ਹੀ ਉੱਥੇ ਸੈੱਟ ਹੋਈ ਜਾਣਗੀਆਂ। ਹਾਂਜੀ ਸਰ, ਜਿਸ ਤਰ੍ਹਾਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਨਾ, ਵੀ ਆਪਾਂ ਮੁਕਾਬਲਿਆਂ ਨੂੰ, ਵਿਦਿਅਕ ਮੁਕਾਬਲਿਆਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੇ ਹਾਂ ਜੀ। ਇੱਕ ਉਸ ਐਂਗਲ ਤੋਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਰਿਹਾ ਜੀ, ਵੀ ਇੱਕ ਤਾਂ ਵੀ ਜਿਹੜੇ ਸਾਰਾ ਆਪਾਂ ਨਵੇਂ ਬੱਚੇ ਕਵੀਸ਼ਰੀ ਦੇ ਵਿੱਚ ਲਿਆਉਣੇ ਆ, ਉਹਨਾਂ ਨੂੰ ਸ਼ੁਰੂ ਦੇ ਵਿੱਚ ਆਪਾਂ ਕਿਹੜੇ ਛੰਦ ਆ ਜਿਹੜੇ ਉਹ ਗਵਾਏ ਜਾਣ, ਤੇ ਜਿਹਦੀ ਜੱਜਮੈਂਟ ਵੇਲੇ ਕਿਹੜੀਆਂ ਗੱਲਾਂ ਨੂੰ ਧਿਆਨ ਰੱਖਣ ਤਾਂ ਕਿ ਸਾਡੇ ਅਧਿਆਪਕ ਨਾਲ ਜੁੜਿਆ ਉਹ ਉਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਤਿਆਰੀ ਕਰਵਾ ਸਕਣ। ਹਾਂਜੀ, ਇਹਦੇ ਬਾਰੇ ਥੋੜਾ ਦੱਸੋ ਸੁਖਰਾਜ, ਜਾਣਨ ਪਾਓ। ਹਾਂਜੀ, ਇਹ ਸਾਰੇ ਹੀ ਛੰਦ ਤਾਂ ਸਰਲ ਨੇ ਜੀ। ਵੈਸੇ ਕੋਰੜੇ ਤੋਂ ਸ਼ੁਰੂਆਤ ਕੀਤੀ ਹੈ, ਕੋਰੜਾ ਤੇ ਦੁਤਾਰਾ ਪਹਿਲਾਂ ਬੱਚਿਆਂ ਨੂੰ ਸਿਖਾਓ। ਆਪਣੇ ਕਈ ਪ੍ਰਚਲਿਤ ਛੰਦ ਨੇ, ਜਿਵੇਂ ਹਰੇਕ ਬੱਚੇ ਦੇ ਇਹ ਛੰਦ ਯਾਦ ਹੈ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਤੇ ਜਾਵੇ, ਕਿਉਂਕਿ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੀ ਰਚਨਾ ਹੈ, ਹਰਭਜਨ ਮਾਨ ਜੀ ਹੋਰਾਂ ਨੇ ਗਾਇਆ ਹੈ। ਹਰੇਕ ਬੱਚਾ ਉਹਨੂੰ ਗਾ ਲੈਂਦਾ ਤੇ ਸੁਣ ਲੈਂਦਾ, ਤੇ ਹਰੇਕ ਬੱਚੇ ਨੂੰ ਥੋੜਾ ਬਹੁਤਾ ਉਹ ਆਉਂਦਾ ਵੀ ਹੁੰਦਾ ਹੈ ਕਿ ਰਲ ਸੰਗ ਕਾਫਲੇ ਦੇ ਛੇਤੀ ਬਨ ਬਿਸਤਰਾ ਕਾਫਰ, ਕਈ ਪਹਿਲੀ ਡਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ, ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਬਹੁਤ ਅੱਛਾ,
ਬਹੁਤ ਅੱਛੀ। ਦੁਤਾਰਾ ਛੰਦ ਗਾਉਣਾ ਵੀ ਸੌਖਾ, ਸਮਝਣਾ ਵੀ ਸੌਖਾ। ਸਭ ਤੋਂ ਪਹਿਲਾਂ ਦੁਤਾਰੇ ਤੋਂ ਸ਼ੁਰੂਆਤ ਕਰੋ। ਇਹਦੀ ਤਰਜ ਵੀ ਆਮ ਪ੍ਰਚਲਿਤ ਆਹ ਤਰਜ ਲੱਗ ਜਾਂਦੀ ਹੈ। ਉਹ ਇਹ ਕਈ ਢੰਗਾਂ ਨਾਲ ਗਾਇਆ ਜਾਂਦਾ ਹੈ। ਕੁਲਦੀਪ ਮਾਣਕ ਸਾਹਿਬ ਨੇ ਇਹਨੂੰ 14 ਤਰਜਾਂ ਦੇ ਵਿੱਚ ਗਾਇਆ। ਵਾਹ। ਕਿਉਂਕਿ ਜੇ ਤੁਸੀਂ ਕੁਲਦੀਪ ਮਾਣਕ ਤੋਂ ਸੁਣੋਗੇ ਵੀਰੋ ਉੱਠਾਂ ਵਾਲਿਓ ਵੇ ਪਾਣੀ ਪੀ ਜੋ 2 ਪਲ ਬਹਿ ਕੇ, ਉਹ ਵੀ ਦੁਤਾਰਾ ਹੈ। ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ, ਇਹ ਵੀ ਦੁਤਾਰਾ ਹੈ। ਮੇਰੇ ਬਸ ਨਾਲ ਰਾਂਝਣਾ ਵੇ ਜ਼ੋਰ ਨਾਲ ਬੰਨ ਕੇ ਲਿਜਾਂਦੇ ਖੇੜੇ, ਸਦੀਕ ਦਾ ਗਾਇਆ, ਇਹ ਵੀ ਦੁਤਾਰਾ ਹੈ। ਤੇ ਕਵੀਸ਼ਰਾਂ ਨੇ ਢਾਡੀਆਂ ਨੇ ਜਿਵੇਂ ਅੱਡੋਡੀ ਗਾਏ ਨੇ, ਉਵੇਂ ਦੁਤਾਰੇ ਤੋਂ ਕੋਰੜੇ ਤੋਂ ਸ਼ੁਰੂਆਤ ਕਰੋ। ਫਿਰ ਜਿੰਨੇ ਤੁਸੀਂ ਮਹਿੰਗੇ ਛੰਦ ਕਰਵਾਉਂਦੇ ਜਾਓਗੇ, ਦਵਈਆ, ਕਵਿਤ ਤੇ ਆਹ ਆਪਣਾ 72 ਕਲਾ ਵੀ, ਉਹਨੇ ਬੱਚਿਆਂ ਦੇ ਨੰਬਰ ਵੱਧਦੇ ਜਾਣ। ਜਦੋਂ ਪਹਿਲੀ ਲਾਮ ਪੜੀ ਉਹ ਵੀ ਦੁਤਾਰਾ। ਕਿਆ ਬਾਤ ਹੈ, ਕਿਆ ਬਾਤ ਹੈ। ਅਸਲ ਦੇ ਵਿੱਚ ਅਸੀਂ ਗਾਇਕੀ ਨੂੰ ਗਾਇਕੀ ਦੇ ਤੌਰ ਤੇ ਮੰਨਦੇ ਆ ਨਾ, ਕਦੇ ਗਾਇਕੀ ਨੂੰ ਅਸੀਂ ਇਹਦੇ ਮੀਟਰ ਦੇ ਐਂਗਲ ਤੋਂ ਜੇ ਦੇਖੀਏ ਤਾਂ ਬਹੁਤ ਕੁਝ ਸਾਡੀ ਕਵਿਸ਼ਰੀ ਦਾ ਸਾਡੇ ਗਾਇਕਾਂ ਨੇ ਇਸਤੇਮਾਲ ਕੀਤਾ ਹੈ ਤੇ ਬਹੁਤ ਕੁਝ ਇਹਦਾ ਲਿਆ ਇਹਦੇ ਵਿੱਚੋਂ। ਜਿਹੜੇ ਯਾਰ ਅਣਮੁੱਲੇ ਵਰਗੇ ਨੇ, ਇਹ 72 ਕਲਾ ਨੂੰ ਵਿਗਾੜ ਤਗਾੜ ਕੇ ਮਤਲਬ ਗਾ ਕੇ ਮਸ਼ਹੂਰ ਹੋ ਗਏ। ਮਤਲਬ ਭਾਵੇਂ ਉਹ ਪੂਰੇ ਨਹੀਂ ਉਤਰਦੇ ਮੀਟਰ ਤੇ, ਪਰ ਚੱਕਦੇ ਉੱਥੋਂ ਹੀ ਨੇ, ਕਿਉਂਕਿ ਲੋਕ ਮਨਾਂ 'ਚ ਵਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਲੋਕ ਮਨਾਂ 'ਚ ਵਸ ਜਾਂਦੀਆਂ ਨੇ, ਜਦੋਂ ਅਸੀਂ ਥੋੜਾ ਜਿਹਾ ਵੀ ਉਹਨਾਂ ਦਾ ਇਸਤੇਮਾਲ ਕਰ ਲੈਂਦੇ ਹਾਂ ਨਾ, ਉਦੋਂ ਅਸੀਂ ਹਿੱਟ ਹੋ ਜਾਂਦੇ ਹਾਂ। ਸਾਡੇ ਬਹੁਤ ਸਾਰੇ ਜਿਹੜੇ ਗੀਤਕਾਰ ਨਵੇਂ ਨੇ, ਬਹੁਤ ਸਾਰੇ ਕਲਾਕਾਰ ਨਵੇਂ ਨੇ, ਇਹਨਾਂ ਗੀਤਾਂ ਨੂੰ ਕਵਿਸ਼ਰੀ ਦੇ ਵਿੱਚੋਂ ਛੰਦ ਚੱਕ ਕੇ ਉਹਨਾਂ ਨੂੰ ਤੋੜ ਮਰੋੜ ਕੇ ਨਵੀਆਂ ਤਰਜਾਂ ਦੇ ਵਿੱਚ ਗਾ ਕੇ ਹਿੱਟ ਹੋ ਗਏ। ਮਤਲਬ ਕਿਉਂਕਿ ਉਹ ਲੋਕ ਮਨ ਦੇ ਨਾਲ ਕਨੈਕਟ ਹੁੰਦੀਆਂ ਨੇ ਚੀਜ਼ਾਂ, ਉਹ ਅੰਦਰ ਪਈਆਂ ਨੇ, ਸਾਡੇ ਰੂਹ ਦੇ ਅੰਦਰ ਪਈਆਂ ਨੇ ਚੀਜ਼ਾਂ ਉਹ। ਸੋ ਕੰਪੀਟੀਸ਼ਨ ਦੇ ਐਂਗਲ ਤੋਂ ਬਹੁਤ ਮਹੱਤਵਪੂਰਨ ਸਵਾਲ ਸੀ ਤੁਹਾਡਾ। ਬੱਚਿਆਂ ਨੂੰ ਵੀ ਇਸ ਐਂਗਲ ਤੋਂ ਤਿਆਰ ਕਰਨਾ ਚਾਹੀਦਾ ਹੈ, ਤੇ ਜਿਹੜੇ ਜੱਜ ਨੇ ਖਾਸ ਤੌਰ ਤੇ ਜੱਜ ਉਹ ਬਿਠਾਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਸੱਚਮੁੱਚ ਛੰਦਾਂ ਬਾਰੇ ਗਿਆਨ ਹੋਵੇ। ਇਕੱਲੇ ਛੰਦਾਂ ਬਾਰੇ ਗਿਆਨ ਨਾ ਹੋਵੇ, ਜਿਵੇਂ ਇਹਨਾਂ ਨੇ ਦੱਸਿਆ ਸੁਖਰਾਜ ਹੋਰਾਂ ਨੇ ਤੇ ਜਗਸੀਰ ਹੋਰਾਂ ਨੇ, ਕਿ ਇੱਕ ਛੰਦ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਗਾਇਆ ਜਾ ਸਕਦਾ ਹੈ। ਮੇਰਾ ਕਿਉਂਕਿ ਪਿਛਲੇ ਮੈਂ 27-28 ਸਾਲਾਂ ਤੋਂ ਜੁੜਿਆ ਹੋਇਆ ਕੰਪੀਟੀਸ਼ਨਾਂ ਦੇ ਨਾਲ, ਤਾਂ ਉੱਥੇ ਕਈ ਵਾਰੀ ਬੰਦਿਆਂ ਨੂੰ ਛੰਦਾਂ ਬਾਰੇ ਪਤਾ ਤਾਂ ਹੁੰਦਾ ਹੈ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਕੰਪੋਜੀਸ਼ਨ ਫਿੱਟ ਹੁੰਦੀ ਹੈ ਜਿਵੇਂ ਉਹ ਆਪ ਗਾਉਂਦੇ ਨੇ। ਫਿਰ ਉਹ ਬੱਚਿਆਂ ਨਾਲ ਬੇਇਨਸਾਫੀ ਕਰ ਜਾਂਦੇ ਨੇ, ਉਹ ਕਹਿੰਦੇ ਨੇ ਨਾ ਜੀ ਐ ਤਾਂ ਗਾਇਆ ਨਹੀਂ ਜਾਂਦਾ ਹੈਗਾ, ਇਹ ਤੇ ਜਿਵੇਂ ਅਸੀਂ ਗਾਉਂਦੇ ਉਵੇਂ ਗਾਇਆ ਜਾਊਗਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਉਹ ਗਾਉਂਦੇ ਨੇ। ਮਸਲਾ ਤਾਂ ਇਹ ਹੈ ਕਿ ਕੀ ਉਹ ਦੁਤਾਰਾ ਹੈਗਾ। ਪਹਿਲੀ ਗੱਲ ਤਾਂ ਇਹ ਹੈ, ਜੇ ਉਹ ਦੁਤਾਰੇ ਨੂੰ ਉਹ ਆਪਣੇ ਤਰੀਕੇ ਨਾਲ ਵੀ ਗਾਉਂਦੇ ਨੇ ਤਾਂ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਛੰਦ ਦੀਆਂ ਬਹੁਤ ਸਾਰੀਆਂ ਕੰਪੋਜੀਸ਼ਨਾਂ ਬਣਦੀਆਂ ਨੇ। ਬੈਂਦ ਦੀਆਂ ਕਿੰਨੀਆਂ ਕੰਪੋਜੀਸ਼ਨਾਂ ਦੀ ਗੱਲ ਕੀਤੀ ਹੈ ਸੁਖਰਾਜ ਹੋਰਾਂ ਨੇ, ਦੋਰੇ ਦੀ ਕਿੰਨੀਆਂ ਕੰਪੋਜੀਸ਼ਨਾਂ ਦੀ ਗੱਲ ਕੀਤੀ ਹੈ, ਕੋਰੜੇ ਦੀ ਕਿੰਨੀਆਂ ਕੰਪੋਜੀਸ਼ਨਾਂ ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਹੀ ਬਾਕੀ ਛੰਦਾਂ ਦੀ। ਸੋ ਕਵੀਸ਼ਰ ਨੂੰ ਜਾਂ ਜਿਹੜੇ ਜੱਜ ਹੈ ਉਹਨੂੰ ਮਤਲਬ ਇੰਨਾ ਕੁ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਛੰਦ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਗਾਇਆ ਜਾ ਸਕਦਾ ਹੈ। ਇਹ ਨਹੀਂ ਕਿ ਜਿਵੇਂ ਉਹ ਗਾਉਂਦਾ ਜੇ ਉਵੇਂ ਗਾਵੇ ਫਿਰ ਅਸੀਂ ਨੰਬਰ ਦੇਵਾਂਗੇ। ਹਾਂ, ਇਹ ਜ਼ਰੂਰੀ ਹੈ ਕਿ ਕਵੀਸ਼ਰ ਨੂੰ ਇਹ ਪਤਾ ਹੋਵੇ, ਜੱਜ ਨੂੰ ਇਹ ਪਤਾ ਹੋਵੇ ਕਿ ਇਹ ਫਲਾਣਾ ਛੰਦ ਹੈ ਤੇ ਬੱਚੇ ਇਸ ਛੰਦ ਨੂੰ ਰੂਹ ਨਾਲ ਗਾ ਰਹੇ ਨੇ, ਤੇ ਉਹਦੀ ਜੱਜਮੈਂਟ ਉਸ ਆਧਾਰ ਤੇ ਹੋਊਗੀ। ਸਭ ਤੋਂ ਪਹਿਲੇ ਸਭ ਤੋਂ ਵੱਧ ਨੰਬਰ ਇਸੇ ਗੱਲ ਦੇ ਦਿੱਤੇ ਜਾਣੇ ਚਾਹੀਦੇ ਨੇ ਕਿ ਉਹ ਛੰਦ ਨੂੰ ਪ੍ਰੋਪਰ ਮੀਟਰ ਦੇ ਵਿੱਚ ਗਾ ਸਕਦੇ ਨੇ ਕਿ ਨਹੀਂ ਗਾ ਸਕਦੇ ਹੈਗੇ। ਬਾਕੀ ਗੱਲਾਂ ਉਦੋਂ ਬਾਅਦ ਦੀਆਂ ਗੱਲਾਂ ਨੇ, ਉਹਨਾਂ ਦਾ ਲੈ, ਉਹਨਾਂ ਦਾ ਉਚਾਰਨ, ਉਹਨਾਂ ਦੀਆਂ ਜਿਹੜੀਆਂ ਬੋਲਣ ਦੀਆਂ ਗਲਤੀਆਂ, ਉਹ ਸਾਰੀ ਚੀਜ਼ਾਂ ਵੀ ਕਾਊਂਟ ਹੁੰਦੀਆਂ ਨੇ। ਪਰ ਮੁੱਖ ਤੌਰ ਤੇ ਸਭ ਤੋਂ ਪਹਿਲੀ ਗੱਲ ਹੈ ਕਿ ਉਹ ਕਵੀਸ਼ਰੀ ਹੋਵੇ। ਇਹ ਨਾ ਹੋਵੇ ਕਿ ਕਵੀਸ਼ਰੀ ਨਾ ਹੋਵੇ, ਉਹ ਸਿੰਪਲ ਗੀਤ ਗਾਵੇ। ਇਹ ਬਹੁਤ ਮਹੱਤਵਪੂਰਨ ਗੱਲ ਹੈ। ਸਰ 2003 ਇਹ ਬੱਚਿਆਂ ਦੀ ਵੀ ਕੋਈ ਸ਼ਰਤ ਹੈ ਇਹਦੇ ਵਿੱਚ ਵੀ 3 ਹੀ ਚਾਹੀਦੇ ਆ ਪੱਕਾ? ਜੀ ਹਾਂਜੀ, ਇਹ ਜ਼ਰੂਰੀ ਹੈ ਜੀ, ਕਿਉਂਕਿ ਕਵੀਸ਼ਰੀ ਹੈ ਹੀ 3 ਬੱਚਿਆਂ ਦੀ। ਜਿਹੜਾ ਮੂਹਰਲਾ ਬੱਚਾ ਬੋਲਦਾ ਉਹਨੂੰ ਅਸੀਂ ਆਗੂ ਬੱਚਾ ਕਹਿੰਦੇ ਆ। ਕਈ ਵਾਰੀ ਕਈ ਟੀਚਰ ਦੇਖਦੇ ਆ 2 ਬੱਚੇ ਮੂਹਰੇ ਲਾ ਦਿੰਦੇ, 2 ਮਗਰ ਲਾ ਦਿੰਦੇ, 4 ਨਹੀਂ ਹੈ। ਇਹਨਾਂ ਦੀ ਗਿਣਤੀ 3 ਹੀ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਕਵੀਸ਼ਰਾਂ ਦੀ ਆਪਦੀ ਗੱਲ ਵੀ ਬਣਾਈ ਹੋਈ ਹੈ ਇਸ ਤਰ੍ਹਾਂ ਕਿ ਤਪੱਸਿਆ ਇਕੱਲੇ ਦੀ, ਪੜ੍ਹਾਈ 2 ਦੀ, ਗਾਉਣ 3 ਦਾ, ਬਾਹੀ 4 ਦੀ, ਯਾਤਰਾ 5 ਦੀ, ਲੜਾਈ ਨੂੰ ਜਿੰਨੇ ਹੋਣ ਉਹਨੇ ਥੋੜੇ ਹੈ। ਇਸ ਕਰਕੇ ਗਾਉਣ ਵਾਸਤੇ 3 ਹੀ ਚਾਹੀਦੇ ਨੇ, ਇੱਕ ਆਗੂ 2 ਪਾਛੂ। ਹੋਰ ਦੱਸੋ, ਮਤਲਬ ਜਦੋਂ ਮਤਲਬ ਮੈਂ ਯਾਦ ਕਰਦਾ ਸਾਰੇ ਉਹ ਅਖਾੜਿਆਂ ਨੂੰ, ਤਾਂ ਜਿਹੜਾ ਆਗੂ ਹੈ ਨਾ, ਇਹਦੀ ਬਹੁਤ ਜ਼ਬਰਦਸਤ ਭੂਮਿਕਾ ਹੁੰਦੀ ਹੈ। ਹਾਂਜੀ, ਆਗੂ ਕਰਦਾ ਤਾਂ ਗੱਲਾਂ ਹੀ ਹੈ, ਪਰ ਉਹਨਾਂ ਗੱਲਾਂ ਦਾ ਵੀ ਆਪਣਾ ਇੱਕ ਮੀਟਰ ਹੈ ਕਵੀਸ਼ਰੀ ਦੇ ਵਿੱਚ, ਕਿ ਉਹ ਉਹਨਾਂ ਦੀ ਵੀ ਆਪਣੀ ਇੱਕ ਲੈਅ ਹੈ। ਜਿਸ ਤਰ੍ਹਾਂ ਮਤਲਬ ਉਹ ਅਖਾੜੇ ਨੂੰ ਬੰਨ੍ਹਦੇ ਨੇ ਪਹਿਲਾਂ ਆਪਣੀਆਂ ਗੱਲਾਂ ਦੇ ਨਾਲ, ਤੇ ਫਿਰ ਬੰਨ ਕੇ ਸਿਰੇ ਤੇ ਚੜਾ ਕੇ ਜਦੋਂ ਤੋੜਾ ਝਾੜਦੇ ਨੇ ਉਹਦਾ, ਹਾਂਜੀ, ਜਿੱਥੋਂ ਫਿਰ ਕਵੀਸ਼ਰ ਚੱਕਦੇ ਨੇ ਪਿਛਲੇ ਜਿਹੜੇ ਪਾਛੂ ਨੇ ਉਹਨੂੰ ਗਾਉਂਦੇ ਨੇ, ਤਾਂ ਉਹਦਾ ਥੋੜਾ ਜਿਹਾ ਸਪੈਸੀਮਨ ਨਮੂਨਾ ਵੀ ਸਾਨੂੰ ਦੱਸੋ ਤੇ ਉਹਦੇ ਬਾਰੇ ਗੱਲ ਵੀ ਕਰੋ ਥੋੜੀ ਜੀ।
ਹਾਂਜੀ ਹਾਂਜੀ, ਉਹ ਦੇਖੋ ਇਸ ਤਰ੍ਹਾਂ ਹੈ ਵੀ ਅੱਡੋ ਅੱਡੀ ਰਸਾਂ ਦੇ ਵਿੱਚ ਹੁਣ ਆਪਾਂ ਇੱਕ ਵੀਰ ਰਸ ਦੀ ਗੱਲ ਕਰਦੇ ਆ ਕਿ ਵੀਰ ਰਸ ਨੂੰ ਉਵੇਂ ਜਿਵੇਂ ਮਾਹੌਲ ਉਸਾਰ ਕੇ ਨਾ ਮੂਹਰੇ ਵੀਰ ਰਸ ਗਰਮ ਗੱਲਾਂ ਕਰਕੇ ਤੇ ਐਂਡ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਜੰਗ ਦਾ ਦ੍ਰਿਸ਼ ਆਪਾਂ ਪੇਸ਼ ਕਰਨਾ ਹੈ ਤੇ ਉੱਥੇ ਉਹ ਇਸ ਤਰ੍ਹਾਂ ਦੀ ਗੱਲ ਕੀਤੀ ਜਾਊ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਦਾਨੇ ਜੰਗ ਦੇ ਵਿੱਚ ਟੁੱਕੇ ਆ ਬੁੱਲ, ਕਚੀਚੇ ਆ ਦੰਦ, ਦਿੱਤਾ ਮਸ਼ਹਿਰਿਆਂ ਨੂੰ ਤਾ, ਉਹਦੇ ਫਰਕੇ ਆ ਡੌਲੇ ਤੇ ਉਹਨੇ ਦੁਸ਼ਮਣ ਦੀ ਫਾਇਲ ਦੇ ਉੱਤੇ ਭਰਦਾ ਹੱਲਾ ਏ ਕਿਉਂ ਕੀਤਾ ਕੀਤਾ ਬਈ ਇਹ ਹੈ ਅਸਲ ਦੇ ਵਿੱਚ ਕਵਿਸ਼ਰੀ ਦਾ ਕਮਾਲ। ਹਾਂਜੀ ਹਾਂਜੀ, ਬਸ ਇਹ ਕਹਿ ਕੇ ਪਾਸੇ ਹੋ ਜਾਂਦੇ ਆ, ਔਖਾ ਸਾਨੂੰ ਕਰ ਦਿੰਦੇ ਆ। ਤੇ ਉੱਥੇ ਸਾਹਮਣੇ ਬੈਠੇ ਪਰ ਦਰਸ਼ਕ ਵੀ ਪੱਬਾਂ ਭਾਰ ਹੋ ਜਾਂਦੇ ਨੇ ਜਦੋਂ ਇਹ ਕਹਿੰਦੇ ਨੇ। ਡਾਕਟਰ ਸਾਹਿਬ ਸਾਹਮਣੇ ਬੈਠੇ ਸਰੋਤੇ ਨੂੰ ਨਾ ਇੰਨਾ ਨਾਲ ਜੁੜ ਜਾਂਦਾ ਉਹ ਕਿ ਉਹਨੂੰ ਇੰਨਾ ਰੋਹਬ ਆ ਜਾਂਦਾ ਹੈ ਵੀ ਮੇਰੇ ਕੋਲੇ ਕੋਈ ਹਥਿਆਰ ਹੋਵੇ ਮੈਂ ਨਾਲ ਦੇ ਦੀ ਮਾਰਾਂ ਬੇਸ਼ੱਕ। ਸਹੀ ਗੱਲ ਹੈ ਬਿਲਕੁਲ। ਹਾਂ ਜਿਹੜੇ ਜਦੋਂ ਤੁਸੀਂ ਕੰਪੀਟੀਸ਼ਨ ਤਿਆਰ ਕਰਾਉਣੇ ਨਾ ਗੁਰਜੰਟ ਸਿੰਘ, ਉਦੋਂ ਇਹ ਗੱਲ ਜ਼ਰੂਰੀ ਹੈ। ਮਤਲਬ ਅਸੀਂ ਇਸ ਗੱਲ ਦੇ ਕਦੇ ਮਹੱਤਵ ਸਮਝੇ ਨਹੀਂ ਹੈਗਾ ਜਜਮੈਂਟ ਦੇ ਵਿੱਚ। ਇਹ ਚੀਜ਼ ਵੀ ਨੋਟ ਕਰਨ ਵਾਲੀ ਹੈ ਕਿ ਜਿਹੜਾ ਆਗੂ ਦੀ ਭੂਮਿਕਾ ਹੈ, ਜਿਹੜੀ ਆਗੂ ਦੀ ਸ਼ਬਦਾਵਲੀ ਹੈ, ਉਹ ਕੋਈ ਸਿੰਪਲ ਨਹੀਂ ਕਹਿਣਾ ਹੁੰਦਾ ਕਿ ਲਓ ਜੀ ਅਸੀਂ ਤੁਹਾਡੇ ਸਾਹਮਣੇ ਹੁਣ ਕਵਿਸ਼ਰੀ ਪੇਸ਼ ਕਰ ਰਹੇ ਹਾਂ, ਜੇ ਐ ਕਰ ਰਹੇ ਨੇ ਤਾਂ ਇਟ ਮੀਨਸ ਉਹ ਗਲਤ ਹੈ। ਉਹ ਕਵਿਸ਼ਰੀ ਦੇ ਪੈਟਰਨ ਦੇ ਵਿੱਚ ਜਿਹੜੀਆਂ ਮੂਰਲੀਆਂ, ਚਾਹੇ ਉਹ 10 ਸੈਕਿੰਡ ਬੋਲਦਾ ਜਾਂ 20 ਸੈਕਿੰਡ ਬੋਲਦਾ, ਚਾਹੇ 2 ਗੱਲਾਂ ਬੋਲਦਾ, ਚਾਹੇ ਇੱਕ ਗੱਲ ਬੋਲਦਾ, ਉਹਦਾ ਜਿਹੜਾ ਰਸ ਹੈ, ਜਿਵੇਂ ਸੁਖਰਾਜ ਨੇ ਦੱਸਿਆ ਕਿ ਜੇ ਬੀਰਸੀ ਹੈ ਤਾਂ ਬੀਰਸੀ ਟੋਨ ਦੇ ਵਿੱਚ, ਜੇ ਵਿਰਾਗਮਈ ਹੈ ਜਦੋਂ ਹੀਰ ਨੂੰ ਖੇੜੇ ਵਿਆਹ ਕੇ ਲੈ ਕੇ ਜਾਂਦੇ ਨੇ ਤਾਂ ਉਦੋਂ ਫਿਰ ਜਿਵੇਂ ਵਿਰਾਗ ਅੰਦਰੋਂ ਨਿਕਲਦਾ ਹੈ, ਜਦੋਂ ਜਿਵੇਂ ਧਾ ਮਾਰਦੀ ਹੈ ਹੀਰ ਤਾਂ ਉਹ ਜਿਹੜਾ ਕਰੁਣਾ ਰਸ ਪੈਦਾ ਹੁੰਦਾ ਹੈ, ਤਾਂ ਉਹ ਆਗੂ ਦੀ ਭੂਮਿਕਾ। ਉਹਨੇ ਉਸ ਕਰੁਣਾ ਰਸ ਦੇ ਸਿਖਰ ਤੇ ਲਿਜਾ ਕੇ ਤੋੜਾ ਝਾੜ ਦੇਣਾ ਤੇ ਉੱਥੋਂ ਫਿਰ ਕਰੁਣਾ ਰਸ ਜਿਹੜੇ ਦੂਜੇ ਕਵਿਸ਼ਰ ਨੂੰ ਚੱਕਦੇ ਨੇ ਉੱਥੋਂ। ਸੋ ਉਹਦੇ ਰਸ ਦੇ ਮੁਤਾਬਕ ਕਿਸ ਤਰ੍ਹਾਂ ਆਗੂ ਦੀ ਭੂਮਿਕਾ ਨਿਭਾਉਣੀ ਹੈ ਤੇ ਕਿਸ ਤਰ੍ਹਾਂ ਤੋੜਾ ਝਾੜ ਕੇ ਛੱਡਣਾ ਹੈ ਅਗਲੇ ਕਵਿਸ਼ਰਾਂ ਲਈ, ਇਹ ਵੀ ਜਜਮੈਂਟ ਦੇ ਵਿੱਚ ਤੇ ਮੁਕਾਬਲਿਆਂ ਦੇ ਵਿੱਚ ਬਹੁਤ ਮਹੱਤਵਪੂਰਨ ਚੀਜ਼ ਹੈ। ਹਾਂ ਸੁਖਰਾਜ ਸਾਹਿਬ, ਜਿਵੇਂ ਆਗੂ ਨੇ ਉਦੋਂ ਜਿਹੜਾ ਦੋਹਰਾ ਬੋਲੂਗਾ ਫਿਰ ਉਹ ਪਾਸਟਰਾਂ ਦੇ ਵਿੱਚ ਇੱਕ ਬੋਲੂਗਾ ਜੀ। ਇਹ ਨਾ ਅਸਲ ਜਿਹੜਾ ਮੂਹਰੇ ਬੋਲ ਰਿਹਾ ਹੁੰਦਾ ਜੀ ਉਹਨੂੰ ਅਰਥਈਆ ਕਹਿੰਦੇ ਆ, ਉਹ ਅਰਥ ਕਰਨ ਵਾਲਾ ਹੋਊਗਾ। ਉਸ ਤੋਂ ਬਾਅਦ ਜਿਹੜਾ ਕਵੀਸ਼ਰੀ ਚ ਅੱਗੇ ਬੋਲ ਰਿਹਾ ਉਹ ਆਗੂ ਹੁੰਦਾ, 2 ਉਹਦੇ ਪਾਛੂ ਹੁੰਦੇ ਆ, ਫਿਰ ਉਹ ਕੋਈ ਵੀ ਲੱਗ ਸਕਦੇ ਹੁੰਦੇ ਸਰ ਆਪਾਂ ਬੱਚੇ ਹੁੰਦੇ ਆ ਜੀ ਮੁਕਾਬਲੇ ਦੇ ਵਿੱਚ 3 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਫਰਜ਼ ਕਰ ਲਓ ਉਹਦੀ ਭੂਮਿਕਾ ਬਣਦਾ ਕਵਿਸ਼ਰੀ ਦੀ, ਫਿਰ ਉਹ ਬੱਚਾ ਕਈ ਵਾਰੀ ਨਾ ਦੋਹਰਾ ਨਹੀਂ ਬੋਲ ਸਕਦਾ, ਉਹਦਾ ਸਾਹ ਚੜਦਾ ਕਹਿ ਦੋ, ਜਾਂ ਉਹਦੀ ਇੰਨੀ ਤਿਆਰੀ ਨਹੀਂ ਹੁੰਦੀ ਵੀ ਦੋਹਰਾ ਪਾਛੂਆਂ ਦੇ ਵਿੱਚੋਂ ਕੋਈ ਬੱਚਾ ਬੋਲ ਸਕਦਾ। ਹਾਂਜੀ ਹਾਂ, ਉਹ ਉਹਨਾਂ ਚੋਂ ਬੋਲੂਗਾ, ਦੋਹਰਾ ਬੋਲਣਾ ਹੀ ਉਹਨਾਂ ਚੋਂ ਚਾਹੀਦਾ ਅਸਲ ਚ। ਠੀਕ ਹੈ, ਜੇ ਜਿਹੜਾ ਅਰਥ ਕਰ ਰਿਹਾ ਜੇ ਉਸੇ ਨਹੀਂ ਅੱਗੇ ਚੱਕਣਾ ਹੈ ਤਾਂ ਪਿਛਲਿਆਂ ਚੋਂ ਇੱਕ ਬੱਚਾ ਦੋਹਰਾ ਬੋਲ ਦੂਗਾ, ਉਹਨੂੰ ਫਿਰ ਮੌਕਾ ਮਿਲ ਜੂਗਾ ਤੇ ਉਹ ਅੱਗੇ ਆਗੂ ਫਿਰ ਉਵੇਂ ਹੀ ਲੱਗ ਜੂਗਾ। ਇਸ ਤਰ੍ਹਾਂ ਲੱਗ ਜਾਂਦਾ। ਇੱਕ ਨਾ ਜੀ ਜਦੋਂ ਜਿਹੜੇ ਕਵਿਸ਼ਰੀ ਨਾਲ ਨਹੀਂ ਜੁੜੇ ਹੁੰਦੇ, ਜਦੋਂ ਉਹਨਾਂ ਨੂੰ ਜੱਜਮੈਂਟ ਤੇ ਬਿਠਾ ਦਿੱਤਾ ਜਾਂਦਾ, ਉਹ ਕਈ ਵਾਰੀ ਜਿਹੜੇ ਐਕਸ਼ਨ ਜ਼ਿਆਦਾ ਕਰ ਦਿੰਦੇ, ਦੂਰ ਖੜੇ ਬੱਚੇ ਐਕਸ਼ਨ ਇੱਕੋ ਜਿਹੇ ਕਰਤੇ, ਉਹ ਐ ਮੰਨ ਲੈਂਦੇ ਵੀ ਇਹ ਕਵਿਸ਼ਰੀ ਦਾ ਵਧੀਆ ਰੰਗ ਹੋਏਗਾ ਵੀ ਐਕਸ਼ਨ ਇੱਕੋ ਜਿਹੇ ਕੀਤੇ ਇਹਨਾਂ ਨੇ। ਅਸਲ ਚ ਇਕੱਲੇ ਉਵੇਂ ਐਕਸ਼ਨਾਂ ਦੀ ਗਾਉਣ ਨਹੀਂ ਹੈਗੀ, ਇਹਨੂੰ ਤਾਂ ਜਿਵੇਂ ਉਹ ਸਟੇਜ ਤੇ ਕਿੰਨਾ ਕੁ ਰੰਗ ਬਣ ਰਹੇ ਆ, ਐਕਸ਼ਨ ਬੇਸ਼ੱਕ ਨਹੀਂ ਮਿਲ ਰਹੇ ਤਾਂ ਵੀ ਕੋਈ ਏਡੀ ਗੱਲ ਨਹੀਂ ਹੁੰਦੀ ਉਹਦੇ ਚ। ਬਿਲਕੁਲ। ਨਾਲੇ ਐਕਸ਼ਨ ਕਵਿਸ਼ਰੀ ਦੇ ਵਿੱਚ ਉਸ ਤਰ੍ਹਾਂ ਦੇ ਹੁੰਦੇ ਹੀ ਨਹੀਂ ਹੈਗੇ, ਜਿਵੇਂ ਆਪਾਂ ਭਾਸ਼ਣ ਕਵਿਤਾ ਚ ਐਕਸ਼ਨ ਪਾ ਲੈਨੇ ਨਾ, ਤਾਂ ਉਸ ਤਰ੍ਹਾਂ ਦੇ ਐਕਸ਼ਨ ਕਵਿਸ਼ਰੀ ਚ ਕਦੇ ਨਹੀਂ ਹੁੰਦੇ। ਕਵਿਸ਼ਰੀ ਦਾ ਆਪਣਾ ਇੱਕ ਅੰਦਾਜ਼ ਹੈ, ਇਸ ਕਰਕੇ ਕਵਿਸ਼ਰੀ ਦੇ ਜਿਹੜੇ ਐਕਸ਼ਨ ਵੀ ਆਪਣੇ ਨੇ। ਵੈਸੇ ਤਾਂ ਕਵਿਸ਼ਰੀ ਦਾ ਇੱਕ ਅੰਦਾਜ਼ ਇਹ ਵੀ ਫਿਕਸ ਹੋ ਗਿਆ ਕਿ ਪੁਰਾਣੇ ਸਮੇਂ ਦੇ ਵਿੱਚ ਮਾਈਕ ਇੱਕ ਅੱਧਾ ਹੁੰਦਾ ਸੀ, ਮਤਲਬ ਉਸੇ ਨੂੰ ਵਿਚਾਲੇ ਡਾਂਗ ਤੇ ਬੰਨ ਦਿੰਦੇ ਹੁੰਦੇ ਸੀ, ਤਾਂ ਫਿਰ ਉਹ ਮਤਲਬ ਜਿਹੜੇ 3 ਕਵਿਸ਼ਰ ਨੇ ਜਾਂ 2 ਨੇ, ਮਤਲਬ ਉਹ ਇੱਕੋ ਮਾਈਕ ਤੇ ਗਾਉਣ ਦੀ ਪ੍ਰੈਕਟਿਸ ਹੋਈ ਉਹਨਾਂ ਦੀ। ਤਾਂ ਮਤਲਬ ਜਦੋਂ 2 ਜਣੇ ਇੱਕੋ ਮਾਈਕ ਤੇ ਗਾਉਂਦੇ ਨੇ ਤਾਂ ਉਹਦਾ ਇੱਕ ਕਵਿਸ਼ਰੀ ਦਾ ਇੱਕ ਸਟਾਈਲ ਵੀ ਬਣ ਗਿਆ ਉੱਥੋਂ। ਸੋ ਉੱਥੇ ਜੇ ਆਪਾਂ 3 ਕਵਿਸ਼ਰ ਨੇ 3 ਮਾਈਕ ਅਲੱਗ-ਅਲੱਗ ਰੱਖ ਦਾਂਗੇ ਤਾਂ ਉਹ ਜਿਹੜਾ ਰਵਾਇਤੀ ਰੰਗ ਹੈ ਉਹ ਨਹੀਂ ਵੱਜਦਾ ਹੈਗਾ, ਜਿਹੜਾ ਇੱਕ ਮਾਈਕ ਤੇ ਖਾਸ ਤੌਰ ਤੇ ਜਦੋਂ ਗਾਇਆ ਜਾਂਦਾ, ਜਦੋਂ ਮਤਲਬ ਐ ਬਦਲ ਕੇ ਇੱਕ ਪਿੱਛੇ ਹਟ ਕੇ ਇੱਕ ਕਦਮ ਤੇ ਦੂਜੇ ਕਦਮ ਅੱਗੇ ਜਾ ਕੇ ਕਵਿਸ਼ਰੀ ਨੂੰ ਗਾਉਂਦੇ ਨੇ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੁੰਦਾ ਹੈ। ਹਾਂਜੀ ਧਾਮੀ ਸਰ, ਅਗਲਾ ਸਵਾਲ ਕਰੋ ਜੀ। ਸਾਡੇ ਨਾਲ ਸਾਡੇ ਐਡਮਿਨ ਪੈਨਲ ਟੀਮ ਦੇ ਵੀ ਐਡਮਿਨ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕੋਈ ਸਵਾਲ ਫੇਸਬੁੱਕ ਤੇ ਵੀ ਆਇਆ ਹੋਵੇ ਤੇ ਉਹ ਵੀ ਕੀਤਾ ਜਾਵੇ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਅੱਜ ਦੇ ਵਿਸ਼ੇ ਨਾਲ ਜੁੜਿਆ ਤੇ ਜ਼ਰੂਰ ਕਰੋ। ਸੁਖਜੀਵਨ ਸਾਹਿਬ, ਮੈਡਮ ਰਿੰਪੀ ਜਾਂ ਰੁਪਿੰਦਰ ਮੈਡਮ, ਜੇ ਕੋਈ ਫੇਸਬੁੱਕ ਤੇ ਕੋਈ ਸਵਾਲ ਹੈਗਾ ਤੇ ਜ਼ਰੂਰ ਸਾਂਝਾ ਕੀਤਾ ਜਾਵੇ। ਹੈਲੋ।
ਹਾਂਜੀ ਸੁਖਦੀਪ। ਜਦੋਂ ਤੱਕ ਬਾਕੀ ਐਡਮਿਨ ਸਾਥੀ ਫੇਸਬੁੱਕ ਦੇ ਉੱਪਰ ਦੇਖਦੇ ਨੇ ਸਵਾਲ, ਉਦੋਂ ਤੱਕ ਪਹਿਲਾਂ ਤਾਂ ਸਾਡੇ ਜਿਹੜੇ ਅੱਜ ਦੇ ਦੋਨੋਂ ਮਹਿਮਾਨ ਨੇ ਬਾਈ ਜਗਸੀਰ ਢੱਡੇ ਤੇ ਸੁਖਰਾਜ ਸੰਦੋਹਾ ਜੀ, ਤੇ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਕਿ ਇਹਨਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਨੂੰ ਮਨਜ਼ੂਰ ਕਰਦਿਆਂ ਤੇ ਬੜੇ ਥੋੜੇ ਸਮੇਂ ਦੇ ਵਿੱਚ ਸਾਡੇ ਵਿੱਚ ਆ ਕੇ ਹਾਜ਼ਰੀ ਲਵਾਈ। ਤੇ ਪਹਿਲਾਂ ਤਾਂ ਕਵਿਸ਼ਰੀ ਤਾਂ ਵੈਸੇ ਹੀ ਅੱਜ ਕੱਲ੍ਹ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਤੇ ਬੜੀ ਦੇਰ ਬਾਅਦ ਸੁਣੀ ਹੈ, ਤੇ ਬਾਈ ਹੋਰਾਂ ਨੂੰ ਵੀ ਲਗਭਗ 2018 ਤੋਂ ਬਾਅਦ 4 ਸਾਲਾਂ ਬਾਅਦ ਅੱਜ ਸੁਣਨ ਦਾ ਮੌਕਾ ਮਿਲਿਆ ਤੇ ਬੜਾ ਵਧੀਆ ਲੱਗਿਆ। ਤੇ ਸਾਡੇ ਨਾਲ ਸਾਡੇ ਐਡਮਿਨ ਸਾਥੀਆਂ ਤੋਂ ਬਿਨਾਂ ਕੁਝ ਹੋਰ ਸਾਥੀ ਵੀ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਲਾਭ ਸਿੰਘ ਜੀ ਨੇ ਸਾਡੇ ਨਾਲ, ਰਾਜ ਕਮਲ ਜੀ ਨੇ, ਟਹਿਲਬੀਰ ਨੇ ਪਟਿਆਲਾ ਤੋਂ, ਤੇ ਵਿਰਿੰਦਰ ਸਿੰਘ ਨੇ, ਸੁਨੀਲ ਸਰਥਲੀ ਜੀ ਨੇ, ਪਾਲਵਿੰਦਰ ਸਿੰਘ ਨੇ ਜਿਹੜੇ ਕਿ ਭੰਗੜੇ ਦੇ ਬਹੁਤ ਅੱਛੇ ਰਹੇ ਨੇ ਪਲੇਅਰ, ਤੇ ਮਨਿੰਦਰਪਾਲ ਕੌਰ ਕੁੜੀ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ ਤੋਂ। ਸੋ ਇਹਨਾਂ ਸਾਥੀਆਂ ਦਾ ਵੀ ਜੇਕਰ ਕੋਈ ਸਵਾਲ ਹੋਵੇ ਤਾਂ ਉਹ ਵੀ ਆਪਣਾ ਸਵਾਲ ਬਿਨਾਂ ਕਿਸੇ ਝਿਜਕ ਤੋਂ ਕਰ ਸਕਦੇ ਨੇ। ਸੋ ਜਦ ਤੱਕ ਅਸੀਂ ਫੇਸਬੁੱਕ ਵਾਲੇ ਸਵਾਲ ਲੈਂਦੇ ਹਾਂ ਤਦ ਤੱਕ ਇਹ ਸਾਥੀ ਆਪਣੀ ਗੱਲਬਾਤ ਕਰ ਲੈਣ। ਹਾਂਜੀ, ਕੋਈ ਸਾਥੀ ਹੈ ਜਿਹਨਾਂ ਕੋਲ ਅੱਜ ਦੇ ਵਿਸ਼ੇ ਨਾਲ ਜੁੜਿਆ ਕੋਈ ਤਕਨੀਕੀ ਨੁਕਤਿਆਂ ਨਾਲ ਜੁੜਿਆ ਕੋਈ ਸਵਾਲ ਹੋਵੇ ਤਾਂ ਜ਼ਰੂਰ ਕੀਤਾ ਜਾਵੇ। ਇਹਨੇ ਜਿੰਨੇ ਚਿਰ ਕੋਈ ਸਵਾਲ ਆਉਂਦਾ ਹੈ, ਸੁਖਰਾਜ ਜੀ ਥੋੜਾ ਜਿਹਾ ਇਸ ਪਰੰਪਰਾ ਬਾਰੇ ਜਾਣਕਾਰੀ ਦੇ ਦਿਓ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਕਿਹੜੇ ਕਵਿਸ਼ਰ ਰਹੇ ਨੇ ਮੁੱਖ ਤੌਰ ਤੇ, ਮਤਲਬ ਤਾਂ ਕਿ ਬਾਈ ਨੇਮ ਸਾਨੂੰ ਕੁਝ ਪ੍ਰਸਿੱਧ ਕਵਿਸ਼ਰਾਂ ਬਾਰੇ ਪਤਾ ਲੱਗ ਜੇ ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਰਿਕਾਰਡ ਹੋ ਜੇ। ਇਹਨੂੰ ਮਾਈਕ ਨੂੰ ਔਨ ਕਰ ਲਓ ਪਲੀਜ਼ ਆਪਣੇ। ਸੁਖਰਾਜ ਜੀ। ਸਾਡੇ ਪੰਜਾਬ ਦੇ ਵਿੱਚ ਬਾਬੂ ਰਜਬਲੀ ਜੀ, ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਜੀ ਪਾਰਸ ਰਾਮੂਵਾਲੀਆ, ਪੰਡਤ ਬਰਮਾਨੰਦ ਜੀ ਡਿੱਖਾਂ ਵਾਲੇ, ਅਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸਾਨੂੰ ਸਾਰਿਆਂ ਨੂੰ ਸੇਧ ਦੇ ਰਹੇ ਨੇ ਪੰਡਤ ਰੇਤੀ ਹਿੰਦੀ ਮਾਸਟਰ ਉਹ ਰਿਟਾਇਰ ਹੋਏ ਨੇ, ਤੇ ਡਾਕਟਰ ਦਰਸ਼ਨ ਭੰਮੇ ਜੀ। ਇਸ ਤਰ੍ਹਾਂ ਬਹੁਤ ਵਧੀਆ ਕਲਮਾਂ ਨੇ ਤੇ ਚੰਗੇ ਪੰਜਾਬ ਦੇ ਵਿੱਚ ਜਥਨ। ਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਨਵੇਂ ਲੋਕਾਂ ਦਾ ਵੀ ਇੱਧਰ ਨੂੰ ਰੁਝਾਨ ਹੋਇਆ ਹੈ ਤੇ ਨਵੇਂ ਬੱਚੇ ਵੀ ਇੱਧਰ ਨੂੰ ਆ ਰਹੇ ਨੇ। ਇੱਕ ਗੱਲ ਹੋਰ ਕਿ ਇੱਕ ਨਾ ਹੁਣ ਉਹੀ ਲੋਕ ਆਪਣੇ ਆਪ ਹੀ ਲੋਕਾਂ ਦਾ ਰੁਝਾਨ ਵੀ ਚੰਗੇ ਸ਼ਬਦਾਂ ਮੰਨੀ ਹੋਇਆ। ਲੋਕਾਂ ਨੇ ਕਲਚਰ ਵੀ ਦੇਖ ਲਿਆ, ਲੱਚਰ ਵੀ ਦੇਖ ਲਿਆ, ਖਾੜੇ ਵੀ ਲਾਲਾ ਦੇਖ ਲਿਆ, ਆਰਕੈਸਟਰਾਂ ਦਾ ਵੀ ਟਾਈਮ ਚਲਿਆ ਗਿਆ। ਹੁਣ ਲੋਕ ਸ਼ਾਂਤੀ ਭਾਲਦੇ ਨੇ। ਵਿਆਹਾਂ ਦੇ ਵਿੱਚ ਦੁਬਾਰਾ ਫਿਰ ਕਵੀਸ਼ਰਾਂ ਦੇ ਢਾਡੀਆਂ ਦੇ ਖਾੜੇ ਲੱਗਣੇ ਸ਼ੁਰੂ ਹੋਏ ਨੇ ਤੇ ਉੱਥੇ ਉਹੇ ਜਿਹੇ ਪ੍ਰਸੰਗ ਰੱਖੇ ਜਾਂਦੇ ਨੇ ਤੇ ਤੁਸੀਂ ਸਾਰੇ ਜਣੇ ਕਵੀਸ਼ਰੀ ਨੂੰ ਪ੍ਰਮੋਟ ਕਰ ਰਹੇ ਹੋ। ਕਵੀਸ਼ਰੀ ਬਹੁਤ ਮਿੱਠੀ ਚੀਜ਼ ਹੈ। ਬਸ 2 ਤੁਕਾਂ ਪੰਜਾਬੀ ਦੀਆਂ ਬੋਲ ਕੇ ਮੈਂ ਅੱਜ ਦੀ ਗੱਲ ਦੀ ਸਮਾਪਤੀ ਕਰੂੰਗਾ ਕਿ ਡੋਲ ਦੇ ਜ਼ੁਬਾਨਾਂ ਸਾਡੀਆਂ ਤੇ ਮਿਸ਼ਰੀ, ਦਿਲ ਖੁਸ਼ ਹੋ ਜੇ ਕਰਕੇ ਕਵੀਸ਼ਰੀ। ਸਾਡਾ ਬੋਲ ਬੋਲਿਆ ਨਾ ਕਿਸੇ ਨੂੰ ਰੜ ਕੇ, ਗਾਉਂਦੇ ਰਹੀਏ ਤੁਹਾਡੇ ਚਰਨਾਂ 'ਚ ਖੜ ਕੇ। ਬੋਲਣ ਤੋਂ ਪਹਿਲਾਂ ਗੱਲ ਰਹੇ ਤੋਲੀ ਦੀ ਤੇ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ, ਸੇਵਾ ਰਹੀਏ ਕਰਦੇ ਪੰਜਾਬੀ ਬੋਲੀ। ਬਹੁਤ ਅੱਛੀ, ਬਹੁਤ ਅੱਛੀ। ਜਿਵੇਂ ਸੁਖਰਾਜ ਹੋਰਾਂ ਨੇ ਦੱਸਿਆ ਨਾ ਕਿ ਨਵਾਂ ਰੁਝਾਨ ਬਹੁਤ ਪੈਦਾ ਹੋ ਰਿਹਾ ਹੈ। ਫੇਸਬੁੱਕ ਨੇ ਵੀ ਇਸ ਵਿਧਾ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਸੋਹਣਾ ਪਲੇਟਫਾਰਮ ਦਿੱਤਾ ਹੈ। ਬਹੁਤ ਸਾਰੇ ਲੋਕ ਜਿਹੜੇ ਵੈਸੇ ਨਹੀਂ ਜਾਣਦੇ ਸੀ, ਜਦੋਂ ਕਵੀਸ਼ਰ ਫੇਸਬੁੱਕ ਤੇ ਆਉਣੇ ਸ਼ੁਰੂ ਹੋਏ ਨੇ, ਖਾਸ ਤੌਰ ਤੇ ਜਿਹੜੇ ਨਵੇਂ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਕਵੀਸ਼ਰੀ ਕਰ ਰਹੇ ਨੇ, ਉਹਨਾਂ ਨੇ ਜਦੋਂ ਇਸ ਪਲੇਟਫਾਰਮ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਬਹੁਤ ਸਾਰੇ ਗਰੁੱਪ ਵੀ ਬਣਾਏ। ਮੈਡਮ ਗੁਰਜੀਤ ਕੌਰ ਅਜਨਾਲਾ ਦਾ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੂੰਗਾ। ਵੈਸੇ ਉਹਨਾਂ ਨੇ ਅੱਜ ਦੇ ਪ੍ਰੋਗਰਾਮ 'ਚ ਆਉਣਾ ਸੀ ਪਰ ਉਹ ਕਿਸੇ ਮਜਬੂਰੀ ਕਾਰਨ ਆ ਨਹੀਂ ਸਕੇ ਹੈਗੇ। ਉਹਨੇ ਵੀ ਮਤਲਬ ਕਾਫੀ ਇਹਦੇ ਵਿੱਚ ਰੋਲ ਪਲੇ ਕੀਤਾ। ਉਹਨੇ ਬਕਾਇਦਾ ਇੱਕ ਗਰੁੱਪ ਬਣਾਇਆ ਤੇ ਉਸ ਗਰੁੱਪ ਦੇ ਵਿੱਚ ਉਹਨੇ ਕਾਫੀ ਸਾਰੇ ਕਵੀਸ਼ਰਾਂ ਨੂੰ ਪ੍ਰਮੋਟ ਕੀਤਾ। ਇਸ ਤਰ੍ਹਾਂ ਹਰਵਿੰਦਰ ਰੋਡੇ ਹੋਰੀ, ਉਹਨਾਂ ਦਾ ਕੰਮ ਵੀ ਬਹੁਤ ਕਮਾਲ ਰਿਹਾ। ਦਰਸ਼ਨ ਸਿੰਘ ਭੰਮੇ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹੇ ਨੇ। ਇਹਨਾਂ ਨੇ ਮਤਲਬ ਬਕਾਇਦਾ ਸੋਸ਼ਲ ਮੀਡੀਆ ਤੇ ਕਵੀਸ਼ਰੀ ਦੇ ਸਕੂਲ ਚਾਲੂ ਕੀਤੇ। ਇਹ ਸਮਝ ਲਓ ਕਿ ਕਵੀਸ਼ਰੀ ਦੀ ਟ੍ਰੇਨਿੰਗ ਚਾਲੂ ਕੀਤੀ ਤੇ ਕਵੀਸ਼ਰੀ ਦੇ ਮੁਕਾਬਲੇ ਕਰਾਏ ਬਕਾਇਦਾ। ਸੋ ਸੋਸ਼ਲ ਮੀਡੀਆ ਆਪਾਂ ਕਹਿੰਦੇ ਹਾਂ ਕਿ ਸਾਨੂੰ ਪਰੇ ਕਰ ਰਿਹਾ ਹੈ, ਪਰ ਸੋਸ਼ਲ ਮੀਡੀਆ ਇੱਕ ਪੋਜ਼ਿਟਿਵ ਰੋਲ ਵੀ ਅਦਾ ਕਰ ਰਿਹਾ ਹੈ ਕਵੀਸ਼ਰੀ ਪਰੰਪਰਾ ਦੇ ਵਿੱਚ ਤੇ ਕਵੀਸ਼ਰੀ ਨੂੰ ਨਵੀਂ ਪੀੜ੍ਹੀ ਤੱਕ ਇੰਟਰੋਡਿਊਸ ਕਰਨ ਦੇ ਵਿੱਚ ਇਸ ਸੋਸ਼ਲ ਮੀਡੀਆ ਦਾ ਇੱਕ ਰੋਲ ਹੈ। ਤੇ ਹਰਵਿੰਦਰ ਰੋਡੇ, ਦਰਸ਼ਨ ਭੰਮੇ, ਮੈਡਮ ਗੁਰਜੀਤ ਕੌਰ ਅਜਨਾਲਾ,
ਜਦੋਂ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਘੱਟੋ ਘੱਟ 7-8 ਪ੍ਰੋਗਰਾਮ ਕਵੀਸ਼ਰੀ ਦੇ ਮੈਂ ਕੀਤੇ ਨੇ ਲਗਾਤਾਰ। ਉਹਦੇ ਵਿੱਚ ਪੰਜਾਬ ਦੇ ਇਸ ਵੇਲੇ ਦੇ ਲਗਭਗ ਸਾਰੇ ਜਿਹੜੇ ਕਵੀਸ਼ਰ ਉਹਦੇ ਵਿੱਚ ਸ਼ਾਮਲ ਕੀਤੇ ਨੇ, ਤੇ ਮੈਨੂੰ ਲੱਗਦਾ ਕਿ 50-60 ਦੇ ਕਰੀਬ ਕਵੀਸ਼ਰ ਉਹਦੇ ਵਿੱਚ ਮੈਂ ਲਿਆਂਦੇ ਸੀ, ਜਿਨ੍ਹਾਂ ਨੇ ਸਮੇਂ ਦੇ ਹਾਣ ਦੀਆਂ, ਮੌਕੇ ਦੀ ਨਜ਼ਾਕਤ ਦੇ ਮੁਤਾਬਕ। ਇੱਕ ਇਹ ਵੀ ਜਿਹੜੀ ਬਹੁਤ ਕਮਾਲ ਦੀ ਗੱਲ ਹੈ ਕਿ ਕਵੀਸ਼ਰੀ ਵਿਧਾ ਨੇ ਆਪਣਾ ਜਿਹੜਾ ਮੀਟਰ ਹੈ ਉਹ ਤਾਂ ਰਵਾਇਤੀ ਰੱਖਿਆ, ਛੰਦ ਰਵਾਇਤੀ ਰੱਖੇ, ਪਰ ਉਹਦੇ ਵਿੱਚ ਕੰਟੈਂਟ ਚੇਂਜ ਕਰ ਲਿਆ। ਜਿਵੇਂ ਸਾਡੀਆਂ ਵਾਰਾਂ ਨੇ, ਵਾਰਾਂ ਅਜੇ ਤੱਕ ਰਵਾਇਤੀ ਚੱਲਦੀਆਂ ਨੇ, ਵਾਰਾਂ ਤੁਸੀਂ ਬੰਦੇ ਬਹਾਦਰ ਦੀ ਗਾਉਂਦੇ ਹੋ, ਵਾਰਾਂ ਤੁਸੀਂ ਹਰੀ ਸਿੰਘ ਨਲੂਏ ਦੀ ਗਾਉਂਦੇ ਹੋ, ਪਰ ਕਵੀਸ਼ਰੀ ਦੇ ਵਿੱਚ ਇੰਨਾ ਨਵਾਂਪਣ ਆ ਗਿਆ। ਅੱਜ ਕੱਲ੍ਹ ਦੇ ਸਾਰੇ ਮਸਲੇ ਨੇ ਜਿਹੜੇ ਉਹ ਕਵੀਸ਼ਰੀ ਦੇ ਵਿੱਚ ਆ ਰਹੇ ਨੇ। ਸੰਪੂਰਨ ਸਿੰਘ ਟੱਲੇਵਾਲੀਆ ਹੋਰਾਂ ਦਾ ਇੱਕ ਜਥਾ ਹੈ, ਉਹ ਕਵੀਸ਼ਰੀ ਕਰਦਾ, ਪੜ੍ਹੇ ਲਿਖੇ ਨੇ, ਡਾਕਟਰ ਨੇ ਆਪ ਉਹ, ਤੇ ਉਹਨਾਂ ਨੇ ਲਗਭਗ ਸਾਰੇ ਨਵੇਂ ਮਸਲਿਆਂ ਤੇ ਕਵੀਸ਼ਰੀਆਂ ਲਿਖੀਆਂ ਨੇ। ਜਗਸੀਰ ਸਿੰਘ ਢੱਡੇ ਹੋਰਾਂ ਨੇ ਅੱਜ ਹੀ ਸੁਣਾਈ ਹੈ ਮਤਲਬ ਜਿਹੜੀ ਕਵੀਸ਼ਰੀ ਕਿ ਨਵੇਂ ਦੌਰ ਦੇ ਵਿਸ਼ੇ ਕਿਹੋ ਜਿਹੇ ਹੋਣੇ ਚਾਹੀਦੇ ਨੇ। ਹਰਵਿੰਦਰ ਰੁੱਡੇ ਨੇ, ਗੁਰਜੀਤ ਜਨਾਲਾ ਨੇ, ਦਰਸ਼ਨ ਭੰਮੇ ਹੋਰਾਂ ਨੇ ਬਹੁਤ ਸਾਰੇ ਵਿਸ਼ਿਆਂ ਤੇ ਕਵੀਸ਼ਰੀਆਂ ਲਿਖੀਆਂ ਨੇ। ਇਹ ਮਤਲਬ ਕਵੀਸ਼ਰੀ ਨੂੰ ਅਪਡੇਟ ਕਰਨ ਦਾ ਇੱਕ ਯਤਨ ਹੈ। ਕੋਈ ਵੀ ਵਿਧਾ ਉਦੋਂ ਹੀ ਜਿਉਂਦੀ ਰਹਿ ਸਕਦੀ ਹੁੰਦੀ ਹੈ ਜਦੋਂ ਉਹ ਸਮੇਂ ਦੇ ਕੰਟੈਂਟ ਨੂੰ ਪੇਸ਼ ਕਰਦੀ ਹੈ, ਜਦੋਂ ਸਮੇਂ ਦੇ ਹਾਣ ਦੀ ਹੁੰਦੀ ਹੈ। ਸੋ ਇਹਨਾਂ ਸਾਰੇ ਲੋਕਾਂ ਨੇ ਜਿਹੜੇ ਅੱਜ ਆਪਣੇ ਨਾਲ ਨੇ, ਤਾਂ ਜਿਹੜੇ ਅੱਜ ਆਪਣੇ ਨਾਲ ਨਹੀਂ ਹੈਗੇ, ਉਹਨਾਂ ਨੇ ਰਲ ਕੇ ਮਤਲਬ ਇਸ ਵਿਧਾ ਨੂੰ ਸਮੇਂ ਦੀ ਹਾਣ ਦੀ ਵਿਧਾ ਵੀ ਬਣਾਇਆ ਜੀ। ਸੁਖਜੀਵਨ ਸਰ ਕੋਈ ਆਇਆ ਕਾਲ ਕਿ ਜਾਂ ਸਰ ਫੇਸਬੁੱਕ ਦੇ ਉੱਪਰ ਭਾਵੇਂ ਸਾਡੇ ਕੋਲੇ ਸਵਾਲ ਤਾਂ ਕੋਈ ਨਹੀਂ ਆਇਆ, ਪਰ ਅੱਜ ਦੇ ਇਸ ਸਮੁੱਚੇ ਪ੍ਰੋਗਰਾਮ ਦੀ ਸਾਰੇ ਦੇਖਣ ਸੁਣਨ ਵਾਲਿਆਂ ਨੇ ਸ਼ਲਾਘਾ ਕੀਤੀ ਹੈ, ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬਾਈ ਹਰਵਿੰਦਰ ਰੋਡੇ ਹੋਰੀ ਫੇਸਬੁੱਕ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਤੇ ਉਹਨਾਂ ਵੱਲੋਂ ਵੀ ਬਾਈ ਸੁਖਰਾਜ ਤੇ ਬਾਈ ਜਗਸੀਰ ਹੋਰਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ ਹੈ, ਤੇ ਬਾਕੀ ਸਾਰੇ ਸਾਥੀਆਂ ਵੱਲੋਂ ਵੀ ਇਹਨਾਂ ਸਾਰੀਆਂ ਪੇਸ਼ਕਾਰੀਆਂ ਨੂੰ ਬੇਹੱਦ ਸਲਾਹਿਆ ਗਿਆ। ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਦੇ ਇਸ ਵਿਧਾ ਨਾਲ ਜੁੜਾਂਗੇ, ਤੇ ਬਾਕੀ ਗੱਲ ਤੁਸੀਂ ਆਪਣੀ ਅੱਗੇ ਰੱਖੋ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਲੱਗਦਾ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਹੇ ਹਾਂ। ਗੱਲਾਂ ਤਾਂ ਬਹੁਤ ਖੂਬਸੂਰਤ ਹੋ ਰਹੀਆਂ ਨੇ, ਬੜੇ ਹੀ ਗਾਇਨ ਨੂੰ ਵੀ ਸੁਣ ਕੇ ਬਹੁਤ ਆਨੰਦ ਆ ਰਿਹਾ ਦੋਵਾਂ ਸਾਥੀਆਂ ਨੂੰ ਸੁਣ ਕੇ। ਤੇ ਮੈਂ ਬੇਨਤੀ ਕਰਾਂਗਾ ਡਾਕਟਰ ਕੁਲਦੀਪ ਸਿੰਘ ਦੀਪ ਹੋਰਾਂ ਨੂੰ ਕਿ ਉਹ ਅੱਜ ਦੇ ਇਹਨਾਂ ਮਹਿਮਾਨਾਂ ਦਾ ਧੰਨਵਾਦ ਕਰਨ, ਤੇ ਫਿਰ ਭਵਿੱਖ ਵਿੱਚ ਫਿਰ ਇਹਨਾਂ ਨੂੰ ਮਿਲਣ ਦੀ ਆਪਾਂ ਬੇਨਤੀ ਕਰਦੇ ਹਾਂ ਜੀ। ਸੱਚਮੁੱਚ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਇਹਨਾਂ ਦੋਨੇ ਕਵੀਸ਼ਰਾਂ ਨੇ ਬਹੁਤ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਪਰ ਤਕਨੀਕੀ ਨਾਲੋਂ ਵੱਧ ਜਿਹੜਾ ਜ਼ਿਆਦਾ ਮਹੱਤਵਪੂਰਨ ਇਸ਼ੂ ਸੀ ਕਿ ਇਹ ਛੰਦ ਗਾਏ ਕਿਵੇਂ ਜਾਂਦੇ ਨੇ, ਕਿਉਂਕਿ ਕਿਤਾਬਾਂ ਦੇ ਵਿੱਚ ਚੀਜ਼ਾਂ ਆ ਤਾਂ ਜਾਂਦੀਆਂ ਨੇ। ਹੁਣ ਕਵੀਸ਼ਰੀ ਦੀਆਂ ਕਿਤਾਬਾਂ ਸਾਡੇ ਕੋਲੇ ਕਾਫੀ ਸਾਰੀਆਂ ਨੇ, ਬਾਬੂ ਰਜ਼ਬ ਅਲੀ ਬਹੁਤ ਉਹਨਾਂ ਦੀਆਂ ਆਪਣੀਆਂ ਕੱਲਿਆਂ ਦੀਆਂ ਲਗਭਗ 10-12 ਦੇ ਕਰੀਬ ਕਿਤਾਬਾਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ, ਪਰ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਨਹੀਂ ਮਾਣਿਆ ਜਾ ਸਕਦਾ ਹੈਗਾ। ਸਾਡੇ ਅੱਜ ਦੇ ਪ੍ਰੋਗਰਾਮ ਦਾ ਮੁੱਖ ਤੌਰ ਤੇ ਯਤਨ ਇਹੀ ਸੀ ਕਿ ਜਿੰਨੀ ਦੇਰ ਤੱਕ ਅਸੀਂ ਕਵੀਸ਼ਰੀ ਨੂੰ ਕਵੀਸ਼ਰੀ ਦੇ ਮੀਟਰ ਦੇ ਵਿੱਚ ਨਹੀਂ ਸੁਣ ਸਕਾਂਗੇ, ਕਵੀਸ਼ਰੀ ਦੇ ਵਿਧਾਨ ਦੇ ਵਿੱਚ ਨਹੀਂ ਸੁਣ ਸਕਾਂਗੇ, ਉਨੀ ਦੇਰ ਤੱਕ ਸਾਨੂੰ ਕਦੇ ਕਵੀਸ਼ਰੀ ਦਾ ਪਤਾ ਹੀ ਨਹੀਂ ਲੱਗਣਾ ਹੈਗਾ। ਸਾਡੇ ਵਾਸਤੇ ਉਹ ਇੱਕ ਸਧਾਰਨ ਕਵਿਤਾ ਬਣ ਜੂਗੀ। ਸੋ ਅਸੀਂ ਮਤਲਬ ਇਹ ਚਾਹੁੰਦੇ ਸੀ ਕਿ ਸਾਡੇ ਅਧਿਆਪਕਾਂ ਨੂੰ ਤੇ ਸਾਡੇ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਆਹ ਜਿਹੜਾ ਚੀਜ਼ ਹੈ ਨਾ ਕਿ ਆਓ ਸਾਰੇ ਬਾਲ ਛੱਤ ਬੀੜ ਚੱਲੀਏ, ਕੋੜਾ ਛੰਦ ਕਿਵੇਂ ਹੈ, ਇਹਨੂੰ ਕੋੜੇ ਦੀ ਸ਼ੈਲੀ 'ਚ ਕਿਵੇਂ ਗਾਇਆ ਜਾ ਸਕਦਾ ਹੈ। ਸੋ ਇਹ ਇੱਕ ਬਹੁਤ ਮਹੱਤਵਪੂਰਨ ਗੱਲ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਇਹਨਾਂ ਦੋਨੇ ਕਵੀਸ਼ਰਾਂ ਰਾਹੀਂ ਸਾਹਮਣੇ ਆਈ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਹੈ। ਬਹੁਤ ਕੁਝ ਰਹਿੰਦਾ ਹੈ, ਕਦੇ ਵੀ ਐਡੇ ਛੋਟੇ ਪ੍ਰੋਗਰਾਮ ਦੇ ਵਿੱਚ ਆਪਾਂ ਸਮੁੱਚੀ ਕਵੀਸ਼ਰੀ ਨੂੰ ਸ਼ਾਮਲ ਨਹੀਂ ਕਰ ਸਕਦੇ। ਅਨੇਕ ਛੰਦ ਨੇ ਸਾਡੇ ਕੋਲ, ਕਿੱਸਾ ਪਰੰਪਰਾ ਦੇ ਵਿੱਚ ਚੌਪਈ ਛੰਦ ਹੈ, ਨਿਸ਼ਾਨੀ ਛੰਦ ਹੈ, ਸਿਰਖੰਡੀ ਛੰਦ ਹੈ, ਕੁੰਡਲੀਆ ਛੰਦ ਹੈ, ਤੇ ਹੋਰ ਬਥੇਰੇ ਨੇ। ਜਿਵੇਂ ਆਪਾਂ ਲਹਿਰੀਆ ਛੰਦ ਦੀ ਗੱਲ ਕੀਤੀ ਹੈ, ਮਨੋਹਰ ਭਵਾਨੀ ਛੰਦ, ਪਤਾ ਨਹੀਂ ਕਿੰਨੇ ਛੰਦ ਨੇ ਸਾਡੀ ਕਵੀਸ਼ਰੀ ਦੇ ਵਿੱਚ। ਕਦੇ ਆਪਾਂ ਕੋਸ਼ਿਸ਼ ਕਰਾਂਗੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਤੇ ਵੀ ਚਰਚਾ ਕਰ ਸਕੀਏ, ਪਰ ਫਿਲਹਾਲ ਅੱਜ ਦੀ ਜਿਹੜੀ ਚਰਚਾ ਸੀ ਉਹ ਮੁਕਾਬਲਿਆਂ ਦੇ ਐਂਗਲ ਤੋਂ ਤੇ ਮੁਕਾਬਲਿਆਂ ਤੋਂ ਬਿਨਾਂ ਵੀ ਇੱਕ ਸ਼ੁਰੂਆਤ ਸੀ ਕਿ ਸਾਡੇ ਕੋਲੇ ਸਾਡੀ ਐਡੀ ਅਮੀਰ ਵਿਰਾਸਤ ਹੈ, ਸਾਡੇ ਕੋਲੇ ਗਾਇਨ ਦੀ ਐਡੀ ਅਮੀਰ ਸ਼ੈਲੀ ਹੈ, ਐਡੀ ਅਮੀਰ ਪਰੰਪਰਾ ਹੈ ਜਿਹੜੀ ਅਸੀਂ ਉਹ ਤੋਂ ਬੇਮੁਖ ਹੋਏ ਹਾਂ। ਅਸੀਂ ਅਣਜਾਣੇ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਸਕਿਪ ਕਰਦੇ ਹਾਂ ਜਿਹਦੇ ਦੁਨੀਆ ਮਾਣ ਕਰਦੀ ਹੈ। ਸੋ ਇਹ ਕਵੀਸ਼ਰੀ ਦੀ ਪਰੰਪਰਾ ਸੱਚਮੁੱਚ ਇਹੋ ਜਿਹੀ ਪਰੰਪਰਾ ਹੈ, ਜਦੋਂ ਮਤਲਬ ਇਹ ਗਾਉਂਦੇ ਨੇ ਤਾਂ ਸਮਾਂ ਰੁਕ ਜਾਂਦਾ ਹੈ। 4-4 ਘੰਟੇ 5-5 ਘੰਟੇ ਸਾਰੀ ਰਾਤ ਦੇ ਗਾਉਣ ਜਿਹੜੇ ਚੱਲਦੇ ਸੀ ਕਵੀਸ਼ਰੀ ਦੇ, ਤਾਂ ਲੋਕ ਮਤਲਬ ਮੰਤਰ ਮੁਗਧ ਹੋ ਕੇ ਇਹਨਾਂ ਨੂੰ ਸੁਣਦੇ ਰਹਿੰਦੇ ਸੀ, ਤੇ ਉਹ ਖਜ਼ਾਨਾ ਸਾਡੇ ਕੋਲੋਂ ਹੌਲੀ-ਹੌਲੀ ਗਵਾਚਦਾ ਜਾ ਰਿਹਾ ਹੈ।
ਤੇ ਅਸੀਂ ਧੰਨਵਾਦੀ ਹਾਂ ਇਹਨਾਂ ਕਵੀਸ਼ਰਾਂ ਦੇ ਨਾਲ, ਬਾਕੀ ਸਾਥੀਆਂ ਦਾ ਜਿਨ੍ਹਾਂ ਦਾ ਮੈਂ ਨਾਂ ਲਿਆ ਸਾਰਿਆਂ ਦਾ। ਉਹ ਇਹ ਸਾਰੇ ਇਸ ਪਰੰਪਰਾ ਨੂੰ ਜਿਉਂਦਾ ਰੱਖ ਰਹੇ ਨੇ, ਇਸ ਪਰੰਪਰਾ ਨਾਲ ਨਵੀਂ ਪੀੜ੍ਹੀ ਦਾ ਤੁਆਰਫ ਕਰਾ ਰਹੇ ਨੇ। ਤੇ ਸਾਡੇ ਅੱਜ ਦਾ ਪ੍ਰੋਗਰਾਮ ਵੀ ਅੱਜ ਦੇ ਪ੍ਰੋਗਰਾਮ ਦਾ ਮਕਸਦ ਵੀ ਇਹੀ ਸੀ ਕਿ ਅਸੀਂ ਸਾਡੇ ਅਧਿਆਪਕਾਂ ਨੂੰ ਘੱਟੋ ਘੱਟ ਇਸ ਅਮੀਰ ਪਰੰਪਰਾ ਦੇ ਕੁਝ ਜਿਹੜੇ ਛਿਣ ਨੇ, ਕੁਝ ਪਲ ਨੇ, ਉਹ ਇਹਨਾਂ ਦੇ ਰੂਬਰੂ ਕਰੀਏ, ਤਾਂ ਕਿ ਇਸ ਤੋਂ ਬਾਅਦ ਇਹ ਹੋਰ ਜਾਣਨ ਦੀ ਇੱਛਾ ਪੈਦਾ ਹੋਵੇ ਤੇ ਅਗਲੇ ਸਮੇਂ ਦੇ ਵਿੱਚ ਆਪ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਤੇ ਵਿਦਿਅਕ ਮੁਕਾਬਲਿਆਂ ਦੇ ਵਿੱਚ ਵੀ ਜਿੰਨੀ ਇਹਦੀ ਲੋੜ ਹੈ ਉਨੀ ਜਾਣਕਾਰੀ ਆਪਦੇ ਨਾਲ ਰੱਖਣ, ਤਿਆਰੀ ਕਰਾਉਣ ਵੇਲੇ ਵੀ, ਜੱਜਮੈਂਟ ਕਰਨ ਵੇਲੇ ਵੀ, ਤੇ ਹੋਰ ਹਰ ਮਸਲੇ ਤੇ ਜਿੱਥੇ ਵੀ ਸਾਨੂੰ ਵਿਦਿਅਕ ਮੁਕਾਬਲਿਆਂ ਦੇ ਵਿੱਚ ਜ਼ਰੂਰਤ ਹੈ। ਸੋ ਬਹੁਤ-ਬਹੁਤ ਧੰਨਵਾਦ ਜਗਸੀਰ ਸਿੰਘ ਢੱਡੇ ਤੁਹਾਡਾ, ਬਹੁਤ ਧੰਨਵਾਦ ਸੁਖਰਾਜ ਸੰਦੋਹਾ ਜੀ, ਸਾਡੇ ਦੋਨੇ ਮੇਜ਼ਬਾਨ ਸਾਥੀ ਗੁਰਜੰਟ ਚਾਹਲ, ਇੰਦਰਪ੍ਰੀਤ ਧਾਮੀ ਤੇ ਬਾਕੀ ਸਾਥੀ ਜਿੰਨੇ ਵੀ ਸਾਡੇ ਨਾਲ ਸ਼ਾਮਲ ਨੇ, ਟਹਿਲਵੀਰ ਸ਼ਾਮਲ ਨੇ, ਵਿਰਿੰਦਰ ਸਿੰਘ, ਮੈਡਮ ਮਨਿੰਦਰਪਾਲ ਕੌਰ, ਸੁਨੀਲ ਸਰਥਲੀ, ਫੇਸਬੁੱਕ ਤੇ ਜਿਹੜੇ ਸੁਣ ਰਹੇ ਨੇ ਸਾਥੀ ਰਵਿੰਦਰ ਰੋਡੇ ਹੋਰੀ, ਉਹ ਬਹੁਤ ਕਮਾਲ ਦੇ ਹਸਤਾਖਰ ਨੇ ਕਵਿਸ਼ਰੀ ਦੇ, ਅਸੀਂ ਉਹਨਾਂ ਨੂੰ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਮੈਡਮ ਗੁਰਜੀਤ ਕੌਰ ਅਜਨਾਲਾ ਹੋਰਾਂ ਨੂੰ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਲਵਾਂਗੇ, ਦਰਸ਼ਨ ਭੰਮੇ ਹੋਰਾਂ ਨੂੰ ਵੀ ਲਵਾਂਗੇ। ਹੋਰ ਕਈ ਸਾਥੀ ਨੇ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਪੂਰੇ ਮਤਲਬ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਕਵਿਸ਼ਰ ਨੇ ਜਿਹੜੇ ਗਾ ਰਹੇ ਨੇ, ਉਹਨਾਂ ਚੋਂ ਵੀ ਕੁਝ ਬੰਦਿਆਂ ਨੂੰ ਆਪਾਂ ਹੌਲੀ-ਹੌਲੀ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।